ਤਾਂ ਪਾ ਦਿਓ ਕਹਾਣੀ ਵਗੈਰਾ, ਕੋਈ ਕਿਸੇ ਨੇ ਸੁਣਨੀ ਰਹਿ ਨਾ ਜਾਵੇ ਕੋਈ। ਤੇ ਨਾਲ ਹੀ ਦਫ਼ਤਰ ਦਾ ਨੰਬਰ ਹੈ 6044406462 info@krpradio.com। ਦਫ਼ਤਰ ਦਾ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ harjeet.g@krpradio.com ਇਹ ਈਮੇਲ ਹੈ। ਅੜੀਏ ਜੇ ਇਹਨਾਂ ਉੱਡਦੀਆਂ ਮਹਿਕਾਂ ਦੀ ਕੰਨੀ ਫੜ ਲਵਾਂ, ਅੜੀਏ ਜੇ ਬੇੜੇ ਵੀਰ ਦਾ ਮੈਂ ਇੱਕ ਬੂਟਾ ਚੰਨ ਦਾ। ਅੜੀਏ ਜੇ ਇਹਨਾਂ ਉੱਡਦੀਆਂ ਮਹਿਕਾਂ ਦੀ ਕੰਨੀ ਫੜ ਲਵਾਂ, ਅੜੀਏ ਜੇ ਬੇੜੇ ਵੀਜ ਦਾ ਮੈਂ ਇੱਕ ਬੂਟਾ ਚੰਨ ਦਾ। ਅੜੀਏ ਜੇ ਤਲੀਏ ਤੇਰੀਏ, ਅੜੀਏ ਜੇ ਤਲੀਏ ਤੇਰੀਏ ਮਲਦਾ ਰਹਾ ਗੁਲਚੰਦਨੀ। ਅੜੀਏ ਜੇ ਤੇਰੇ ਗੁੱਟ ਤੇ ਬਦਲੀ ਦਾ ਟੋਟਾ ਬੰਨਦਾ। ਇਹ ਕੌੜੀਆਂ ਰੁੱਤਾਂ ਨੂੰ ਜੇ ਮਖਿਆਲ ਵਿੱਚ ਮੈਂ ਡੋਬਦਾ, ਤਾਂ ਜੇ ਇਹਨਾਂ ਦੀ ਜੀਭ ਤੇ ਕੋਈ ਪਤਾਸਾ ਧਰਦੇ ਆ। ਅੜੀਏ ਜੇ ਸੁੰਨੇ ਰਸਤਿਆਂ ਨੂੰ ਸਾਖ ਦਿੰਦਾ ਪੈੜਦਾ, ਅੜੀਏ ਜੇ ਢੱਠੇ ਕੌਲਿਆਂ ਨੂੰ ਦੀਵਿਆਂ ਦਾ ਵਰਦੇ ਆ। ਤੇਰੇ ਸਰੀਲੇ ਬੁੱਤ ਨੂੰ ਫੁੱਲਾਂ ਦੇ ਘਰ ਵਿੱਚ ਖੇਡਦਾ, ਅੜੀਏ ਸਰੈਰੀ ਵੀਰ ਦਾ ਰੁਮਕਾ ਕੋਈ ਸਲਵਾ ਦਿਆਂ। ਅੜੀਏ ਤੇਰੀ ਕੁਰਤੀ ਦੇ ਮੋਹਰਾਂ ਤੋਂ ਲੈ ਕੇ ਆ ਗਿਆ, ਜੇ ਅੱਜ ਤੇਰੇ ਸ਼ੌਂਕ ਦੀਆਂ ਬੁਲਬੁਲਾਂ ਪਰਚਾ ਦਿਆਂ। ਅੜੀਏ ਜੇ ਇਹਨਾਂ ਉੱਡਦੀਆਂ ਮਹਿਕਾਂ ਦੀ ਕੰਨੀ ਫੜ ਲਵਾਂ, ਅੜੀਏ ਜੇ ਵਿਹੜੇ ਬੀਜਦਾ ਮੈਂ ਇੱਕ ਬੂਟਾ ਚੰਨ ਦਾ। ਬਦਲੀ ਦਾ ਟੋਟਾ ਰਾਣੀ ਚੱਤ ਚ ਹਰਮਨਜੀਤ ਲਿਖਦਾ ਹੈ। ਤੋਂ ਬਾਅਦ ਹਰਜੀਤ ਜੀ, ਜਦੋਂ ਅਸੀਂ ਕਿਸੇ ਦਾ ਆਪਰੇਸ਼ਨ ਕਰਦੇ ਹਾਂ, ਪੇਸ਼ੈਂਟ ਦਾ ਵੇਟ ਤਾਂ ਠੀਕ ਹੁੰਦਾ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਜੁੜੀਆਂ ਹੁੰਦੀਆਂ ਮੋਟਾਪੇ ਦੇ ਨਾਲ। ਕਈ ਵਾਰੀ ਸ਼ੂਗਰ ਆ, ਘਰਾੜੇ ਆ, ਕੋਲੈਸਟਰੋਲ ਆ, ਬਲੱਡ ਪ੍ਰੈਸ਼ਰ ਹੈ, ਜੁਆਇੰਟ ਪੇਨਸ ਆ, ਉਹ ਵੀ ਨਾਲ ਠੀਕ ਹੁੰਦੇ ਆ। ਬਾਂਝਪਨ ਫੀਮੇਲ ਦੇ ਵਿੱਚ ਪੋਲੀਸਿਸਟਿਕ ਓਵਰੀ ਸਿੰਡਰਮ ਉਹ ਵੀ ਠੀਕ ਹੁੰਦਾ। ਪਰ ਇੱਕ ਅਸੀਂ ਪੇਸ਼ੈਂਟ ਕੋਲੋਂ ਵੀ ਕਮਿਟਮੈਂਟ ਲੈਂਦੇ ਹਾਂ ਆਪਰੇਸ਼ਨ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਡਾਈਟ ਹੈ ਉਹ ਚੇਂਜ ਕਰਨਗੇ ਆਪਣੀ, ਉਹ ਅਨਹੈਲਦੀ ਡਾਈਟ ਨਹੀਂ ਖਾਣਗੇ। ਹੈਲਦੀ ਡਾਈਟ ਤੋਂ ਸਾਡਾ ਮਤਲਬ ਹੈ ਜਿਵੇਂ ਕਿ ਅੱਛੀ ਪੋਲਟਰੀ ਪ੍ਰੋਡਕਟਸ ਹੋ ਗਏ, ਐਗ, ਫਿਸ਼, ਚਿਕਨ। ਜੇ ਤੁਸੀਂ ਵੈਜੀਟੇਰੀਅਨ ਆ ਤਾਂ ਦੁੱਧ, ਦਹੀਂ, ਲੱਸੀ, ਗ੍ਰੀਨ ਵੈਜੀਟੇਬਲਸ, ਟੋਫੂ, ਚੀਜ਼, ਇਹੋ ਜਿਹੀ ਚੀਜ਼ਾਂ ਦੀ ਵਰਤੋਂ ਕਰੋਗੇ। ਕੁਛ ਚੀਜ਼ਾਂ ਦਾ ਪਰਹੇਜ਼ ਰੱਖਣਾ ਹੁੰਦਾ, ਐਕਸੈਸ ਆਫ ਕਾਰਬੋਹਾਈਡਰੇਟਸ, ਸ਼ੂਗਰੀ ਚੀਜ਼ਾਂ, ਆਈਸਕ੍ਰੀਮਸ ਹੈ ਜਾਂ ਐਲਕੋਹਲ ਹੈ ਜਾਂ ਸਿਗਰਟ ਸਮੋਕਿੰਗ, ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਚਾਹੀਦਾ। ਵੀ ਤੁਹਾਡੀ ਡਾਈਟ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ, ਬਈ ਕਿਸੇ ਤਰ੍ਹਾਂ ਦੀ ਵੀਕਨੈਸ ਨਾ ਹੋਵੇ। ਫਿਰ ਕੁਛ ਆਪਰੇਸ਼ਨ ਹੁੰਦੇ ਆ ਜਿਹਨਾਂ 'ਚ ਅਸੀਂ ਇੰਟੈਸਟਾਈਨ ਦਾ ਬਾਈਪਾਸ ਕਰਦੇ ਹਾਂ। ਕਈ ਲੋਕਾਂ ਨੂੰ ਕਹਿ ਦਿਓ ਜੈਨੇਟਿਕਲੀ ਘੱਟ ਵੀ ਖਾਣ ਤਾਂ ਵੀ ਮੋਟਾਪਾ ਆਈ ਜਾਂਦਾ, ਵੀ ਉਹਨਾਂ ਦਾ ਪਾਚਨ ਜ਼ਿਆਦਾ ਹੁੰਦੀ ਹੈ, ਪਾਣੀ ਵੀ ਘਿਓ ਵਾਂਗੂ ਲੱਗਦਾ। ਸੋ ਉਹੋ ਜਿਹੇ ਲੋਕਾਂ ਦਾ ਅਸੀਂ ਇੰਟੈਸਟਾਈਨ ਬਾਈਪਾਸ ਵੀ ਕਰਦੇ ਹਾਂ, ਜਿਹਦੇ ਕਰਕੇ ਉਹਨਾਂ ਦੇ ਕੁਛ ਅਸੈਂਸ਼ੀਅਲ ਵਾਈਟਾਮਿਨਸ ਜਿਹੜੇ ਹੁੰਦੇ ਆ ਉਹਨਾਂ ਦੀ ਅਬਜ਼ੋਰਪਸ਼ਨ ਘੱਟ ਜਾਂਦੀ ਹੈ। ਸੋ ਉਹ ਇਹਤਿਆਤ ਦੇ ਤੌਰ ਤੇ, ਪ੍ਰੀਕਾਸ਼ਨ ਦੇ ਤੌਰ ਤੇ ਅਸੀਂ ਮਲਟੀਵਿਟਾਮਿਨ ਦੀ ਡੋਜ਼ ਐਵਰੀ ਡੇ ਲੈਣ ਨੂੰ ਕਹਿੰਦੇ ਹਾਂ। ਉਹ 'ਚ ਮਲਟੀਵਿਟਾਮਿਨ B12 ਹੁੰਦਾ, ਕੈਲਸ਼ੀਅਮ ਹੁੰਦਾ, ਆਇਰਨ ਹੁੰਦਾ, ਉਹ ਵਨਸ ਡੇ ਤੁਸੀਂ ਜ਼ਰੂਰ ਲੈਣਾ ਹੁੰਦਾ। ਜਿਹੜੇ ਲੋਕ ਤਾਂ ਆਪਣੇ ਡਾਕਟਰ ਦੀ ਇੰਸਟਰਕਸ਼ਨ ਦੇ ਨਾਲ ਇਹ ਵਿਟਾਮਿਨ ਸਪਲੀਮੈਂਟਸ ਰੈਗੂਲਰਲੀ ਅੱਛੀ ਪ੍ਰੋਟੀਨ ਡਾਈਟ ਲੈਂਦੇ ਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਫੇਸ ਕਰਨ ਦਾ ਨਹੀਂ ਆਉਂਦੀ। ਪਰ ਕੁਛ ਲੋਕ ਆਪਣੀ ਅਣਗਹਿਲੀ ਕਰਕੇ ਜਾਂ ਬਿਜ਼ੀ ਰੂਟੀਨ ਕਰਕੇ ਜਾਂ ਆਪਣੇ ਜਿਹੜੇ ਮਲਟੀਵਿਟਾਮਿਨ ਲੰਬੇ ਸਿਰ ਲਈ ਜਦੋਂ ਛੱਡ ਦਿੰਦੇ ਆ, ਤੇ ਉਹਦੀ ਕਮੀ ਕਰਕੇ ਜਿਹੜੇ ਡੈਫੀਸ਼ੀਐਂਸੀਆਂ ਬੋਡੀ 'ਚ ਕੋਈ ਹੇਅਰ ਫਾਲ ਜਾਂ ਕਿਸੇ ਤਰ੍ਹਾਂ ਦੀ ਟੈਂਪਰੇਰੀ ਵੀਕਨੈਸ ਹੈ ਜਾਂ ਵਿਟਾਮਿਨ ਦੀ ਡੈਫੀਸ਼ੀਐਂਸੀ ਕਰਕੇ ਕੁਛ ਜਿਹੜੇ ਪ੍ਰੋਬਲਮ ਆਉਂਦੀਆਂ ਉਹ ਆ ਸਕਦੀਆਂ। ਪਰ ਜੇ ਤੁਸੀਂ ਆਪਣੇ ਮਲਟੀਵਿਟਾਮਿਨ ਜਿਹੜੇ ਸਪਲੀਮੈਂਟਸ ਹੈ, ਅੱਛੀ ਪ੍ਰੋਟੀਨ ਡਾਈਟ ਹੈ, ਰੈਗੂਲਰਲੀ ਲੈਂਦੇ ਹੋ, ਤਾਂ ਮੈਂ ਤੁਹਾਨੂੰ ਕਹਿ ਸਕਦਾ ਵੀ ਤੁਹਾਨੂੰ 99.9% ਬੈਨੀਫਿਟ ਹੁੰਦਾ। ਜੇ ਕੋਈ 1%, 0.1% ਸਾਈਡ ਇਫੈਕਟ ਹੁੰਦਾ ਵੀ ਹੈ, ਉਹ ਤੁਹਾਡੀ ਆਪਣੀ ਲਾਪਰਵਾਹੀ ਆ, ਆਪਣੀ ਅਣਗਹਿਲੀ ਕਰਕੇ ਹੁੰਦੇ ਆ। ਤੇ ਉਹ ਵੀ ਜਿਹੜੇ ਸਾਈਡ ਇਫੈਕਟਸ ਹੁੰਦੇ ਕੋਈ ਜਾਨਲੇਵਾ ਨਹੀਂ ਹੁੰਦੇ। ਉਹ ਸਾਈਡ ਇਫੈਕਟਸ ਤੁਹਾਡੇ ਹੁੰਦੇ ਆ ਵੀਕਨੈਸ, ਜਿਹੜੇ ਤੁਸੀਂ ਮਲਟੀਵਿਟਾਮਿਨ ਦੇ ਡੋਜ਼ ਨਾ ਲੈਣ ਕਰਕੇ ਜਿਹੜੇ ਬੋਡੀ 'ਚ ਹੁੰਦੇ ਆ ਉਹੀ ਹੁੰਦੇ ਆ। ਬਾਕੀ ਕੁਛ ਇੰਸਟਰਕਸ਼ਨਸ ਡਾਈਟ ਦੀਆਂ ਜ਼ਰੂਰ ਹੁੰਦੀਆਂ ਵੀ ਡਾਈਟ ਤੁਹਾਡੀ ਸ਼ੁਰੂਆਤੀ ਦਿਨਾਂ ਵਿੱਚ ਆਫਟਰ ਆਪਰੇਸ਼ਨ ਘੱਟ ਜਾਂਦੀ ਹੈ, ਤੁਹਾਨੂੰ ਸੌਫਟ ਡਾਈਟ ਲੈਣੀ ਪੈਂਦੀ, ਚੰਗੀ ਤਰ੍ਹਾਂ ਚਿਊ ਕਰਕੇ ਲੈਣੀ ਪੈਂਦੀ ਹੈ। ਤੇ ਤੁਸੀਂ ਇੱਕ ਵਾਰੀ ਜੇ ਖਾਣਾ ਪੂਰਾ ਨਹੀਂ ਖਾਧਾ ਜਾਂਦਾ, ਤੁਸੀਂ ਫਰੀਕੁਐਂਟ ਮੀਲ ਲੈ ਸਕਦੇ ਹੋ, 2-3 ਘੰਟੇ ਬਾਅਦ ਫਿਰ ਮੀਲਸ ਲੈ ਸਕਦੇ ਹੋ। ਅੰਦਰ ਜਿਹੜੇ ਸਾਡੇ ਵਾਈਟਲ ਆਰਗਨ ਨੇ ਜੀ ਉਹ ਇੰਟਰਕਨੈਕਟਡ ਨੇ। ਉੱਪਰ ਦੇ ਕਾਦਰ ਨੇ, ਕੁਦਰਤ ਦੇ ਮਾਲਕ ਨੇ ਅਜਿਹਾ ਸੈਟਅਪ ਕੀਤਾ ਹੈ ਕਿ MM ਦੇ ਵਿੱਚ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ। ਜਦ ਉਹ ਓਵਰਸਾਈਜ਼ ਹੁੰਦੇ ਨੇ, ਇੱਕ ਦੂਜੇ ਨੂੰ ਧੱਕਦੇ ਨੇ, ਧੱਕਦਿਆਂ ਦੇ ਵਿੱਚੋਂ ਫਿਰ ਮੁਸ਼ਕਿਲਾਂ ਨੇ। ਮੇਨ ਅੰਤੜੀ ਭਾਰੀ ਹੋ ਗਈ, ਹਰਨੀਆਂ ਹੋ ਗਈਆਂ, ਨੈਟ ਪਾ ਕੇ ਬੰਨ੍ਹ ਦਿੰਦੇ ਆ। ਬਹੁਤ ਕੁਛ ਹੈ ਕੁਦਰਤ ਨੇ। ਜਦ ਖਰਾਬ ਹੁੰਦਾ ਤਾਂ ਤੁਸੀਂ ਲੋਕ ਉਹਨੂੰ ਫਿਕਸ ਕਰਦੇ ਹੋ। ਅੱਛਾ, ਇਉਂ ਦੱਸਿਓ ਲੋਕਾਂ ਨੂੰ ਸਿੱਧੀ ਭਾਸ਼ਾ ਦੇ ਵਿੱਚ ਡਾਕਟਰ ਸਾਹਿਬ ਇੱਕ ਸਮਝਾਇਓ, ਜਿਹੜੇ ਕੋਈ ਮਨ ਬਣਾ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਵੀ ਯਾਰ ਮੈਂ ਬਹੁਤ ਔਖਾ ਵਜ਼ਨ ਨਹੀਂ। ਐਗਜ਼ੈਕਟਲੀ ਇਹ ਪ੍ਰੋਸੀਜਰ ਦੇ ਵਿੱਚ, ਸਰਜਰੀ ਦੇ ਵਿੱਚ ਹੁੰਦਾ ਕੀ ਹੈ, ਕਰਦੇ ਕੀ ਹੋ ਐਗਜ਼ੈਕਟਲੀ? ਹਾਂਜੀ ਬਿਲਕੁਲ। ਜਿਹੜੇ ਬਰੀਐਟ੍ਰਿਕ ਸਰਜਰੀ ਹੈ ਉਹਦੇ ਵਿੱਚ 2 ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਆ ਮੁੱਖ ਤੌਰ ਤੇ।
ਜਿਹੜੇ ਲੋਕਾਂ ਨੂੰ ਤਾਂ ਭੁੱਖ ਲੋੜ ਤੋਂ ਵੱਧ ਲੱਗਦੀ ਆ ਵੀ ਆਪਣੇ ਡਾਈਟ ਤੇ ਕੰਟਰੋਲ ਨਹੀਂ ਕਰਦੇ, ਜ਼ਿਆਦਾ ਖਾਧਾ ਜਾਂਦਾ, ਕੋਈ ਜੰਕ ਫੂਡ ਜ਼ਿਆਦਾ ਖਾ ਲੈਂਦਾ, ਕਿਸੇ ਨੂੰ ਕੋਈ ਚੀਜ਼ ਜ਼ਿਆਦਾ ਸਵਾਦ ਲੱਗਦੀ ਆ, ਪੂੜੀਆਂ ਜ਼ਿਆਦਾ ਖਾ ਲਈਆਂ, ਪਰੌਂਠੇ ਜ਼ਿਆਦਾ ਖਾ ਲਏ ਜਾਂ ਹੋਰ ਇਹੋ ਜਿਹਾ ਖਾ ਲਿਆ, ਜਿਹਦੇ ਕਰਕੇ ਇਹਨਾਂ ਦਾ ਜਿਹੜਾ ਸਟਮਕ ਦਾ ਸਾਈਜ਼ ਵੱਧ ਜਾਂਦਾ। ਤੇ ਕਈ ਵਾਰੀ ਬੋਡੀ ਨੂੰ ਇੰਨੀ ਡਾਈਟ ਦੀ ਲੋੜ ਨਹੀਂ ਹੁੰਦੀ, ਇੰਨੀ ਕੈਲਰੀਜ਼ ਦੀ ਲੋੜ ਨਹੀਂ ਹੁੰਦੀ, ਉਹਦਾ ਸਰੀਰ 'ਚ ਫੈਟ ਬਣਨੀ ਸ਼ੁਰੂ ਹੋ ਜਾਂਦੀ ਹੈ, ਸ਼ੂਗਰ ਫੈਟ ਬਣਾਉਂਦੀ ਹੈ, ਸਾਡੇ ਜੋ ਵੀ ਕਾਰਬੋਹਾਈਡਰੇਟਸ ਫੈਟ ਬਣਾਉਂਦੇ ਆ ਬੋਡੀ 'ਚ ਇੰਨੇ ਕੁ ਵੱਧ ਜਾਂਦੇ ਆ ਕਿ ਤੁਹਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ। ਸੋ ਉਹੋ ਜਿਹੇ ਪੇਸ਼ੈਂਟਸ ਲਈ ਅਸੀਂ ਜਿਹੜੇ ਤੁਹਾਡੇ ਡਾਈਟ ਕੰਟਰੋਲ ਦਾ ਆਪਰੇਸ਼ਨ ਕਰਦੇ, ਜੇ ਤੁਹਾਡੇ ਖੁਰਾਕ ਘੱਟ ਜੇ ਉਹਨੂੰ ਅਸੀਂ ਰਿਸਟ੍ਰਿਕਟਿਵ ਨੇਚਰ ਦੇ ਆਪਰੇਸ਼ਨ ਕਰੇ, ਤੁਹਾਡੇ ਸਟਮਕ ਦਾ ਸਾਈਜ਼ ਘਟਾ ਦਿੰਦੇ ਹਾਂ। ਸਟਮਕ ਸਾਡੀ ਬੋਡੀ 'ਚ ਉਹ ਔਰਗਨ ਹੈ ਵੀ ਜਿਹਦੇ ਕਰਕੇ ਸਾਨੂੰ ਭੁੱਖ ਲੱਗਦੀ ਹੈ ਤੇ ਅਸੀਂ ਰੱਜ ਜਾਂਦੇ ਹਾਂ। ਸੋ ਅਸੀਂ ਸਟਮਕ ਦਾ ਸਾਈਜ਼ ਛੋਟਾ ਕਰ ਦਿੰਦੇ ਹਾਂ ਵੀ ਤੁਸੀਂ ਥੋੜਾ ਫੂਡ ਖਾ ਕੇ ਜਿੰਨੀ ਤੁਹਾਡੇ ਸਰੀਰ ਨੂੰ ਲੋੜ ਆ ਅਕੋਰਡਿੰਗ ਟੂ ਤੁਹਾਡੇ ਹਾਈਟ, ਉਮਰ ਦੇ ਹਿਸਾਬ ਨਾਲ, ਏਜ ਦੇ ਹਿਸਾਬ ਨਾਲ ਉਹਨਾਂ ਕੁ ਸਾਈਜ਼ ਕਰ ਦਿੰਦੇ ਹਾਂ। ਜਿੰਨੇ ਨੈਸੈਸਰੀ ਫੂਡ ਤੁਹਾਡੇ ਅੰਦਰ ਜਾਣਾ ਚਾਹੀਦਾ ਉਹਨਾਂ ਤੁਸੀਂ ਖਾ ਕੇ ਤੁਸੀਂ ਗੁੱਡ ਫੀਲ ਕਰਦੇ ਹੋ, ਤੁਸੀਂ ਰੱਜ ਜਾਂਦੇ ਹੋ ਤੇ ਹੋਰ ਤੁਸੀਂ ਓਵਰ ਈਟਿੰਗ ਨਹੀਂ ਕਰ ਸਕਦੇ। ਉਹਦੇ ਉਦਾਹਰਨ ਹੈਗੇ ਗੈਸਟ੍ਰਿਕ ਸਲੀਵ ਸਰਜਰੀ ਹੈ, ਲੈਪ ਬੈਂਡ ਸਰਜਰੀ ਹੈ, ਜਿਹੜੇ ਕਾਫੀ ਦੇਰ ਤੋਂ ਪ੍ਰਚਲਿਤ ਆ। ਪਰ ਇਸ ਤੋਂ ਵੀ ਜ਼ਿਆਦਾ ਵੱਡਾ ਕਾਰਨ ਮੋਟਾਪੇ ਦਾ ਹੈਗਾ, ਉਹ ਹੈਗਾ ਓਵਰ ਅਬਜ਼ੋਰਪਸ਼ਨ, ਲੋੜ ਤੋਂ ਵੱਧ ਸਰੀਰ ਨੂੰ ਖਾਣਾ ਪਚਣਾ ਲੱਗਣਾ। ਤੁਸੀਂ ਪਾਣੀ ਵੀ ਘਿਓ ਵਾਂਗੂ ਲੱਗਦਾ। ਬਹੁਤ ਸਾਰੇ ਲੋਕੀ ਸੈਂਸੀਬਲੀ ਖਾਂਦੇ ਆ, ਵਰਕਆਊਟ ਵੀ ਕਰਦੇ ਆ, ਵਰਜਿਸ਼ ਵੀ ਕਰਦੇ ਆ, ਫਿਰ ਵੀ ਭਾਰ ਨਹੀਂ ਘਟਦਾ, ਜੇ ਘਟਦਾ ਤਾਂ ਦੁਬਾਰਾ ਫਿਰ ਵੱਧ ਜਾਂਦਾ, ਜਾਂ ਮਨ 'ਚ ਆਇਆ ਭਾਰ ਨਹੀਂ ਘਟਦਾ। ਤੇ ਕਈਆਂ ਨੂੰ ਕਈ ਵਾਰੀ ਮੈਡੀਕਲ ਇਸ਼ੂਜ਼ ਹੀ ਇੰਨੇ ਹੁੰਦੇ ਆ ਵੀ ਵਿਚਾਰੇ ਐਕਸਰਸਾਈਜ਼ ਹੀ ਨਹੀਂ ਕਰ ਪਾਉਂਦੇ, ਜਾਂ ਟਾਈਮ ਦੀ ਸ਼ਾਰਟੇਜ ਕਰਕੇ ਐਕਸਰਸਾਈਜ਼ ਨਹੀਂ ਕਰ ਪਾਉਂਦੇ। ਸੋ ਉਹਨਾਂ ਲੋਕਾਂ 'ਚ ਜੈਨੇਟਿਕ ਹੁੰਦਾ ਵੀ ਓਵਰ ਅਬਜ਼ੋਰਪਸ਼ਨ, ਫੂਡ ਦੀ ਲੋੜ ਤੋਂ ਵੱਧ ਸਰੀਰ ਨੂੰ ਲੱਗ ਰਿਹਾ ਹੁੰਦਾ, ਭਾਵੇਂ ਘੱਟ ਵੀ ਖਾ ਰਿਹਾ। ਸੋ ਇਹੋ ਜਿਹੇ ਪੇਸ਼ੈਂਟ ਦੇ ਵਿੱਚ ਅਸੀਂ ਗੈਸਟ੍ਰਿਕ ਬਾਈਪਾਸ ਆਪਰੇਸ਼ਨ ਕਰਦੇ ਹਾਂ, ਜਿਹਦੇ ਵਿੱਚ ਤੁਹਾਡੀ ਛੋਟੀ ਆਂਤੜੀ ਹੈ ਜਿੱਥੇ ਸਾਰਾ ਫੂਡ ਅਬਜ਼ੋਰਬ ਹੁੰਦਾ, ਉਹਦਾ ਕੁਝ ਹਿੱਸਾ ਮੀਟਰ ਜਾਂ 2 ਮੀਟਰ ਅਸੀਂ ਫੂਡ ਦੇ ਰਸਤੇ 'ਚੋਂ ਬਾਈਪਾਸ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ, ਜੇ ਤੁਹਾਡੀ ਇੰਟੈਸਟਾਈਨ 10 ਮੀਟਰ ਦੀ ਸੀ, ਅਸੀਂ 2 ਮੀਟਰ ਦਾ ਬਾਈਪਾਸ ਕੇ ਕਰ ਦਿੰਦੇ ਹਾਂ, ਜਿਹਦੇ ਨਾਲ ਜਿਹੜਾ 10 ਮੀਟਰ 'ਚ ਫੂਡ ਅਬਜ਼ੋਰਬ ਹੋ ਰਿਹਾ ਸੀ ਹੁਣ 8 ਮੀਟਰ 'ਚ ਹੋ ਰਿਹਾ। ਉਹ 2 ਮੀਟਰ ਦੀ ਬਾਈਪਾਸ ਕਰਕੇ ਹੀ ਤੁਹਾਡਾ ਜਿਹੜਾ ਕੈਲਰੀ ਘਟਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਅਸੀਂ ਮੈਲ ਅਬਜ਼ੋਰਪਟਿਵ ਜਾਂ ਅਬਜ਼ੋਰਪਸ਼ਨ ਘਟਾਉਣ ਵਾਲੇ ਆਪਰੇਸ਼ਨ ਕਹਿੰਦੇ ਹਾਂ, ਜਿਹਦੇ ਉਦਾਹਰਨ ਹੈ ਰੂ ਐਨ ਵਾਈ ਗੈਸਟ੍ਰਿਕ ਬਾਈਪਾਸ ਜਾਂ ਰਿਵਰਸੀਬਲ ਆਪਰੇਸ਼ਨ ਹੁੰਦਾ ਇੱਕ ਮਿਨੀ ਗੈਸਟ੍ਰਿਕ ਬਾਈਪਾਸ, ਉਸ ਨੇਚਰ ਹੁੰਦੇ ਆ। ਸੋ ਕੋਈ ਵੀ ਜਿਹੜਾ ਪੇਸ਼ੈਂਟ ਸਾਡੇ ਕੋਲ ਆਉਂਦਾ, ਕਈ ਨੇ ਸਾਨੂੰ ਕੰਬੀਨੇਸ਼ਨ ਆਪਰੇਸ਼ਨ ਕਰਨੇ ਪੈਂਦੇ, ਦੋਵੇਂ ਕੰਮ ਕਰਨੇ ਪੈਂਦੇ ਆ, ਕਈ ਸਾਨੂੰ ਇੱਕੋ ਤਰ੍ਹਾਂ ਦਾ ਆਪਰੇਸ਼ਨ ਕਰਨਾ ਪੈਂਦਾ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਕੁਝ ਹੋਰ ਇਸ 'ਚ ਐਡ ਕਰਨਾ ਹੋਵੇ, ਕੋਈ ਸੁਨੇਹਾ ਦੇਣਾ ਹੋਵੇ ਤੇ ਸਮਾਂ, ਕਿਉਂਕਿ ਗਰਮੀ ਅੱਜ ਕੱਲ੍ਹ ਬਹੁਤ ਹੈ, ਇਹਦੀ ਸਹੂਲਤ ਲੋਕ ਜ਼ਿਆਦਾ ਠੰਡ 'ਚ ਆਉਂਦੇ ਨੇ ਜਾਂ ਗਰਮੀ 'ਚ ਵੀ ਆ ਸਕਦੇ ਨੇ, ਇਹਦੇ ਬਾਰੇ ਜਾਣਕਾਰੀ ਦਿਓ ਜੀ। ਕਿਸੇ ਵੀ ਸੀਜ਼ਨ 'ਚ ਤੁਸੀਂ ਸਾਡੇ ਕੋਲ ਆ ਸਕਦੇ ਹੋ। ਜ਼ਰੂਰ ਗਰਮੀ ਹੋ ਰਹੀ ਹੈ, ਪਰ ਹੌਸਪੀਟਲਸ ਪੂਰੇ ਏਅਰ ਕੰਡੀਸ਼ਨ ਹੁੰਦੇ ਆ, ਜਿੱਥੇ ਤੁਹਾਨੂੰ ਰੂਮਸ ਨੇ ਉਹ ਵੀ ਏਅਰ ਕੰਡੀਸ਼ਨ ਹੁੰਦੇ ਆ, ਤੇ ਲੰਬੇ ਚਿਰ ਲਈ ਨਹੀਂ ਤੁਸੀਂ ਆਉਣਾ ਹੁੰਦਾ। ਜਿਵੇਂ ਹੌਸਪੀਟਲ ਸਟੇ ਸਿਰਫ 2 ਦਿਨ ਦੀ ਹੁੰਦੀ ਆ, ਉਹਦੇ ਵਿੱਚ ਤੁਸੀਂ ਚੱਲ ਫਿਰ ਰਹੇ ਹੁੰਦੇ ਹੋ, ਮੁੜ ਕੇ ਹਫ਼ਤੇ ਕੁ ਬਾਅਦ ਤੁਸੀਂ ਰੀਵਿਜ਼ਿਟ ਕਰਕੇ ਵਾਪਸ ਆਪਣੀ ਕੰਟਰੀ ਜਾ ਸਕਦੇ ਹੋ, ਆਪਣੇ ਕੰਮ ਕਾਜ ਕਰ ਸਕਦੇ ਹੋ। ਸੋ ਕੋਈ ਲੰਬੀ ਚੌੜੀ ਨਹੀਂ ਹੈ। ਤਾਂ ਇੰਨੀ ਕੁ ਐਡਵਾਂਸ ਟੈਕਨੋਲੋਜੀ ਹੈਗੀ ਹੈ ਜੇ ਅਸੀਂ ਵੀ ਯੂਜ਼ ਕਰ ਰਹੇ ਹਾਂ। ਬਈ ਜਿਹੜੇ ਅਸੀਂ ਪਹਿਲਾਂ ਆਪਰੇਸ਼ਨ ਹਾਈ ਡੈਫੀਨੇਸ਼ਨ ਕੈਮਰੇ ਨਾਲ ਕਰਦੇ ਸੀ, ਹੁਣ 3D ਕੈਮਰੇ ਨਾਲ ਕਰਦੇ ਹਾਂ, ਜਿਹਦੇ ਨਾਲ ਪੇਸ਼ੈਂਟ ਆਪਰੇਸ਼ਨ ਦੀ ਸੇਫਟੀ, ਸਪੀਡ, ਐਕੂਰੇਸੀ ਇੰਨੀ ਕੁ ਵੱਧ ਜਾਂਦੀ ਹੈ। ਪਰ ਜਿਹੜਾ ਕੰਮ 2 ਘੰਟੇ 'ਚ ਹੁੰਦਾ ਸੀ, ਹੁਣ ਕਹਿ ਲਓ 20 ਮਿੰਟ 'ਚ ਹੋ ਜਾਂਦਾ, ਤੇ ਉਹਦੀ ਸੇਫਟੀ ਵੀ ਜ਼ਿਆਦਾ ਹੁੰਦੀ ਹੈ। ਸੋ ਇੱਕ ਟੈਕਨੋਲੋਜੀ ਦੀ ਇੰਪਰੂਵਮੈਂਟ ਹੋ ਗਈ ਹੈ, ਤੇ ਲੇਟੈਸਟ ਆਪਰੇਸ਼ਨ ਆਉਣੇ ਸ਼ੁਰੂ ਹੋ ਗਏ। ਤੇ ਜੇ ਅਸੀਂ ਕੰਬੀਨੇਸ਼ਨ ਆਪਰੇਸ਼ਨ ਕਰਦੇ ਹਾਂ ਤੇ ਰਿਵਰਸੀਬਲ ਨੇਚਰ ਦੇ ਆਪਰੇਸ਼ਨ ਕਰਦੇ ਹਾਂ। ਜੇ ਤੁਸੀਂ ਆਪਰੇਸ਼ਨ ਰਿਵਰਸ ਕਰਾਓ, ਹੁਣ ਉਹ ਵੀ ਤੁਹਾਡੇ ਕੋਲ ਪੋਸੀਬਿਲਿਟੀ ਹੈ। ਤੁਸੀਂ 2, 4, 10 ਸਾਲ ਬਾਅਦ ਜੇ ਰਿਵਰਸ ਕਰਾਉਣਾ ਚਾਹੋ ਤਾਂ ਅਸੀਂ ਵਾਪਸ ਬੈਕ ਟੂ ਬੈਕ ਵੀ ਜੋੜ ਦਿੰਦੇ ਹਾਂ। ਡਾਕਟਰ ਸਾਹਿਬ, ਅਖੀਰ 'ਚ ਕੰਟੈਕਟ ਕੋਈ ਜੀ ਤੇ ਵੈਬਸਾਈਟ ਵਗੈਰਾ, ਉਸ ਦੀ ਜਾਣਕਾਰੀ ਦਿਓ ਜੀ। ਹਾਂਜੀ, ਮੇਰਾ ਆਪਣਾ ਪਰਸਨਲ ਸੈੱਲ ਨੰਬਰ ਜਿਹੜਾ ਜਲੰਧਰ ਦਾ ਅਸੀਂ ਚਲਾਉਂਦੇ ਹਾਂ, ਉਹ +91 ਇੰਡੀਆ ਦਾ ਕੋਡ ਲਗਾ ਕੇ 98 140 70 870 +91 98140 70870। ਤੇ ਸਾਡਾ ਇੱਕ ਕੈਨੇਡੀਅਨ ਨੰਬਰ ਵੀ ਆ, ਉਹ ਇੱਕ ਕੈਨੇਡਾ ਦੇ ਲੋਕਾਂ ਵਾਸਤੇ ਇੱਕ ਲੋਕਲ ਕਾਲ ਹੈ। ਤੁਸੀਂ ਉਹ ਵੀ ਗੱਲ ਕਰੋਗੇ, ਤੁਸੀਂ ਜਲੰਧਰ ਤੋਂ ਕਾਲ ਤੁਹਾਡੀ ਆਨਸਰ ਕਰਾਂਗੇ। ਉਹ ਨੰਬਰ ਹੈ ਸਾਡਾ 647 728 44 44 647 728 44 44 ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਤੇ ਸਾਡੀ ਵੈਬਸਾਈਟ ਵੀ ਆ ਹਸਪੀਟਲ ਦੀ www.jammuhospital.com JAMMU। ਤੁਸੀਂ ਉੱਥੇ ਵਿਜ਼ਿਟ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਸਰਜਰੀ ਰਿਲੇਟਡ। ਬਹੁਤ ਸਾਰੇ ਪੇਸ਼ੈਂਟ ਆਪਣੇ YouTube ਤੇ ਵੀਡੀਓਜ਼ ਵੀ ਪਾਏ ਆ ਮੇਰੇ ਚੈਨਲ ਤੇ, ਉਹਨਾਂ ਦਾ ਕੰਟੈਕਟ ਨੰਬਰਸ ਵੀ ਹੈ, ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਆ। ਸਾਨੂੰ ਸਾਡੀ ਵੈਬਸਾਈਟ ਰਾਹੀਂ ਈਮੇਲ ਵੀ ਕਰ ਸਕਦੇ ਹੋ, ਟੈਕਸਟ ਮੈਸੇਜ ਵੀ ਕਰ ਸਕਦੇ ਹੋ। ਡਾਕਟਰ ਸਾਹਿਬ, ਤੁਹਾਡੇ ਸਮੇਂ ਲਈ ਧੰਨਵਾਦ ਜੀ। ਥੈਂਕ ਯੂ। ਵੈਲਕਮ ਜੀ। ਡਾਕਟਰ ਜੰਮੂ, ਇੱਥੇ ਫੇਰ ਕਹਿ ਦਿਆਂ ਕਿ
ਤੁਸੀਂ ਆਪਣਾ ਡਾਕਟਰ ਤੋਂ ਸਾਰਾ ਚੈੱਕਅਪ ਕਰਾ ਕੇ ਫਿਰ ਸਰਜਰੀ ਕਰਾਓ ਤੇ ਸਾਡਾ ਸਿਰਫ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣਾ ਮਰਜ਼ੀ ਤੁਹਾਡੀ ਆ ਬਾਇਰ ਬੀ ਵੇਅਰ ਇਹ ਸਾਡਾ ਇਹ ਕੰਮ ਹੈ ਐਡਵਰਟਾਈਜ਼ਰਸ ਨੇ ਜਿਹੜੇ ਡਾਕਟਰਸ ਨੇ ਜਾਂ ਕੋਈ ਪ੍ਰੋਡਕਟਸ ਨੇ ਤੁਹਾਡੇ ਤੱਕ ਪਹੁੰਚਦੇ ਨੇ ਪਰ ਤੁਸੀਂ ਸਰਜਰੀ ਕਰਾਉਣੀ ਜਾਂ ਨਹੀਂ ਕਰਾਉਣੀ ਤੁਹਾਡੀ ਕਿਸਾਨ ਦੀ ਇੱਕ ਵੀਡੀਓ ਪਾਈ ਹੈ ਜਿਹੜੇ ਮੱਚੀ ਹੋਈ ਕਣਕ ਦੇ ਕੋਲ ਖੜੇ ਨੇ ਮੈਂ ਬੇਨਤੀ ਕਰਦਾ ਜਿਹੜੇ ਵੀ ਪਿੰਡਾਂ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਉਹ ਪਿੰਡਾਂ ਦੇ ਵਿੱਚ ਪਤਾ ਕਰੋ ਪਰਿਵਾਰਾਂ ਦਾ ਦੇਖੋ ਜੇ ਤਾਂ ਸਰਦਾਪੁਰ ਦਾ ਪਰਿਵਾਰ ਹੈ ਜਿਹੜਾ ਇਸ ਦੁੱਖ ਦੇ ਵਿੱਚੋਂ ਲੰਘ ਜਾਏਗਾ ਫਿਰ ਕੋਈ ਗੱਲ ਨਹੀਂ ਜੇ ਕੋਈ ਅਜਿਹਾ ਪਰਿਵਾਰ ਹੈ ਜਿਹੜਾ ਇਹਦੇ ਵਿੱਚੋਂ ਸਰਵਾਈਵ ਨਹੀਂ ਕਰਦਾ ਉਹਦਾ ਨਾਂ ਪਤਾ ਕਰੋ ਤੇ ਉਹਦੇ ਲਈ ਮਦਦ ਕਰੀਏ 20-50 ਡਾਲਰ ਨੇ ਉੱਥੇ ਪਹੁੰਚਦੇ ਕਰੀਏ ਚਾਹੇ 2 ਲੱਖ ਹੋਵੇ ਲੱਖ ਹੋਵੇ ਆਪਾਂ ਨੂੰ ਕੱਖ ਨਹੀਂ ਇੱਥੇ 10-20 ਹਜ਼ਾਰ ਡਾਲਰ 10 ਲੱਖ ਰੁਪਈਆ ਹੋਊਗੀ ਘੱਟੋ ਘੱਟ 10 ਟੱਬਰਾਂ ਦਾ ਹੀਲਾ ਹੋ ਜਾਊਗਾ ਉੱਥੋਂ ਉਹ ਕਰਿਆ ਕਰੀਏ ਨਹੀਂ ਤਾਂ ਗੱਲਾਂ ਕਰਨੀਆਂ ਛੱਡ ਦਈਏ ਜੇ ਉਸ ਵਤਨ ਦੀ ਗੱਲ ਪੰਜਾਬ ਦੀ ਕਰਨੀ ਹੈ ਉਸ ਜਗ੍ਹਾ ਦੀ ਗੱਲ ਕਰਨੀ ਹੈ ਜਿੱਥੋਂ ਅਸੀਂ ਆਏ ਹਾਂ ਤਾਂ ਉਸ ਨੂੰ ਫਿਰ ਸਾਂਭਣ ਦੀ ਵੀ ਗੱਲ ਕਰੀਏ ਚਟਖਰਿਆਂ ਦਾ ਨਹੀਂ ਕੋਈ ਫਾਇਦਾ ਆਪਾਂ ਗੱਲ ਕਰੀਏ ਜਾਂ ਕਰਕੇ ਵੱਡੀਆਂ ਕਰਕੇ ਦੱਸੀਏ ਇਹਦੇ 'ਚ ਕੁਛ ਨਹੀਂ ਹੈ ਜੇ ਕੋਈ ਹੁਣ ਡਾਕਟਰ ਇਹ ਕਹੇ ਟੀਕਾ ਲਾ ਕੇ ਦੇਖ ਲਾ ਮੈਂ ਤੇਰੇ ਟੀਕਾ ਲਾਇਆ ਪਹਿਲਾਂ ਭਰਿਆ ਫਿਰ ਮੈਂ ਟੀਕਾ ਲਾਇਆ ਤੇਰੇ ਹੁਣ ਤੈਨੂੰ ਮਹਿਸੂਸ ਕਰਦਾ ਉਹਦੀ ਡਿਊਟੀ ਹੈ ਹੋਰ ਉਹਨੇ ਕੀ ਕਰਨਾ ਉਹਦੀ ਡਿਊਟੀ ਹੈ ਸਰਕਾਰ ਉਹਨੂੰ $50 ਦਿੰਦੀ ਹੈ ਟੀਕਾ ਲਾਉਣ ਦਾ ਇਵੇਂ ਕਈ ਰਾਜਨੀਤਿਕ ਨੇ ਉਹ ਕਹਿੰਦੇ ਅਸੀਂ ਆਹ ਕੱਦੂ 'ਚ ਤੀਰ ਮਾਰਤਾ ਇਹ ਕੰਮ ਹੈ ਤੁਹਾਨੂੰ $1.5-2 ਲੱਖ ਲੈਂਦੇ ਹੋ ਮੌਜਾਂ ਕਰਦੇ ਹੋ ਤੇ ਹੋਰ ਕਰਨਾ ਕੀ ਆ ਤੁਸੀਂ ਇਹੀ ਕੁਛ ਕਰਨਾ ਇਹ ਡਿਊਟੀ ਤੁਹਾਡੀ ਸੋ ਇਸ ਤਰ੍ਹਾਂ ਹੀ ਉੱਥੇ ਪੰਜਾਬ ਦੇ ਵਿੱਚ ਜੇ ਕੋਈ ਅਜਿਹੀ ਗੱਲ ਹੁੰਦੀ ਹੈ ਕਿਸੇ ਪਿੰਡਾਂ ਦੇ ਵਿੱਚ ਬਹੁਤ ਬਰਬਾਦੀ ਹੋਈ ਹੈ ਹੁਣ ਜਿਹੜੀ ਇਹ ਵੀਡੀਓ ਦੇ ਵਿੱਚ ਇੱਕ ਕਿਸਾਨ ਖੜਾ ਤੇ ਉਹਦਾ ਚਿਹਰਾ ਦੱਸਦਾ ਵੀ ਉਹਦਾ ਬਣਿਆ ਕੀ ਕਿਉਂਕਿ ਕਣਕ ਜਦ ਲੱਗਦੀ ਆ ਅੱਗ ਤਾਂ ਇਹ ਨਹੀਂ ਬੁਝਾਵ ਹੁੰਦੀ ਇਹ ਤਾਂ ਗੱਲਾਂ ਹੀ ਨੇ ਆਪਣੇ ਪਿੰਡਾਂ ਦਾ ਪਤਾ ਕਰੋ ਪਤਾ ਕਰਕੇ ਪਹਿਲਾਂ ਪਿੰਡ ਦੇ ਤੌਰ ਤੇ ਆਰਗੇਨਾਈਜ਼ ਕਰੋ ਵੀਕਐਂਡ ਤੇ ਆਪ ਇਕੱਠੇ ਹੋਵੋ 5-5 7-7 ਜਣੇ ਇੱਕ ਪਿੰਡ ਦੇ ਜਿਹੜੇ ਪਿੰਡ 'ਚ ਨੁਕਸਾਨ ਹੋਇਆ ਫਿਰ ਸਾਡੇ ਤੱਕ ਗੱਲ ਪਹੁੰਚਦੀ ਕਰੋ ਅਸੀਂ ਤੁਹਾਡਾ ਹੋਕਾ ਦਈਏ ਪਹਿਲਾਂ ਆਪ ਹੋਵੋ ਘਰ ਦੇ ਵਿੱਚ ਵੀ ਅਸੀਂ ਜੀ ਆ 10 ਜਣਿਆਂ ਨੇ $100 ਪਾਤਾ ਅਸੀਂ $1000 ਕਰਤਾ ਹੋਰ ਕਰੋ ਇਕੱਠੇ ਫਿਰ ਆਪਾਂ ਉਸ ਨੂੰ ਇੱਕ ਸਾਂਝੇ ਪੂਲ 'ਚ ਇਕੱਠੇ ਕਰਕੇ ਸੁਹਿਰਦ ਸੱਜਣਾ ਰਾਹੀਂ ਉੱਥੇ ਪਹੁੰਚਦੇ ਕਰੀਏ ਕਰੋੜਾਂ ਹੀ ਇੱਥੋਂ ਦੇਤਾ ਤੁਸੀਂ ਰਾਜਨੀਤਿਕ ਪੈਂਤੜੇ 'ਚ ਉਹਨਾਂ ਨੇ ਨਹੀਂ ਕਿਤੇ ਪਹੁੰਚਾਉਣੇ ਨਾ ਕਿਸੇ ਨੇ ਅੱਜ ਤੱਕ ਪਹੁੰਚਾਏ ਨੇ ਨਾ ਕਿਸੇ ਨੇ ਦੱਸੇ ਨੇ ਕਿਹੜੀ ਬੈਂਕ 'ਚ ਕਿਹੜੇ ਜਮ੍ਹਾਂ ਹੋ ਗਏ ਇਹਨੂੰ ਛੱਡ ਦਿਓ ਸਿੱਧੇ ਡਾਇਰੈਕਟ ਜਿਹੜੀ ਹੈ ਉਹ ਮਦਦ ਕਰਿਓ ਪਤਾ ਕਰੋ ਕਿੱਥੇ ਕਿਹੜੀ ਚੀਜ਼ ਦੀ ਮੁਸ਼ਕਲ ਹੈ ਰੋਜ਼ ਤੁਹਾਡੇ ਤੱਕ ਐਟਲਸ ਆਟੋ ਬਾਡੀ ਵਾਲੇ ਪਹੁੰਚਾ ਰਹੇ ਨੇ 604-594-9707 129 ਤੇ 76 ਦਾ ਖੂੰਜਾ ਐਟਲਸ ਆਟੋ ਬਾਡੀ ਬਾਹਰਲੇ ਬੰਨਿਓ ਵੇਖਣ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਆਟੋ ਬਾਡੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਸਫਾਈ ਪ੍ਰੋਫੈਸ਼ਨਲ ਸਰਵਿਸਿਜ਼ ਵੱਡਾ ਜਿਹੜਾ ਸਕੁਅਰ ਫੁਟੇਜ ਬੇ ਅੰਦਰ ਬਣੀਆਂ ਬਿਲਕੁਲ ਨਵੇਂ ਇਕਵਿਪਮੈਂਟ ਨੇ ਪ੍ਰੋਫੈਸ਼ਨਲ ਬਾਡੀ ਜਿਹੜੇ ਕਾਰਾਂ ਦੀ ਬਾਡੀ ਦਾ ਕੰਮ ਕਰਨ ਵਾਲੇ ਨੇ ਪ੍ਰੋਫੈਸ਼ਨਲ ਸਰਵਿਸਿਜ਼ ਨੇ ICBC ਦਾ ਕੋਈ ਵੀ ਕੇਸ ਹੈ ਤਾਂ ਉਹਦੇ ਵਿੱਚ ICBC ਦਾ ਕੋਈ ਵੀ ਤੁਹਾਡਾ ਕਲੇਮ ਹੈ ਜਾਂ ਪ੍ਰਾਈਵੇਟ ਕਲੇਮ ਹੈ ਕਟਸੀ ਕਾਰ ਦਿੱਤੀ ਜਾਏਗੀ 604-594-9707 ਐਟਲਸ ਆਟੋ ਬਾਡੀ atlasautobody.com ਸੰਦਰ ਟਰੱਕ ਐਂਡ ਟ੍ਰੇਲਰ ਰਿਪੇਅਰ 8003 ਵੈਬਸਟਰ ਰੋਡ ਦਵਿੰਦਰ ਸਿੰਘ ਸੰਦਰ 604-404-7688 ਟਰੱਕ ਟ੍ਰੇਲਰ ਡਰਮ ਟਰੱਕ ਜਾਂ ਕਿਸੇ ਵੀ ਕਿਸਮ ਦੀ ਤੁਸੀਂ ਰਿਪੇਅਰ ਟਰੱਕਾਂ ਦੀ ਵੱਡਿਆਂ ਦੀ ਕਰਾਉਣੀ ਹੈ ਟਰਾਂਸਮਿਸ਼ਨ ਰੀਬਿਲਡ ਕਰਨਾ ਹੈ ਮੋਟਰ ਰੀਬਿਲਡ ਕਰਨੀ ਹੈ ਐਲੂਮੀਨੀਅਮ ਦੀ ਵੈਲਡਿੰਗ ਕਰਾਉਣੀ ਹੈ ਟਾਇਰ ਪਵਾਉਣੇ ਨੇ ਕੋਈ ਮੋਬਾਈਲ ਸਰਵਿਸ ਚਾਹੀਦੀ ਹੈ ਟਰੱਕ ਕਿਤੇ ਖਰਾਬ ਹੋ ਗਿਆ ਤਾਂ ਸੰਦਰ ਨਾਲ ਗੱਲਬਾਤ ਕਰਿਓ 604-404-7688 ਸੰਦਰ ਟਰੱਕ ਐਂਡ ਟ੍ਰੇਲਰ ਰਿਪੇਅਰ ਖਬਰਾਂ ਦੀ ਸ਼ੁਰੂਆਤ ਦੇ ਵਿੱਚ ਵਾਸ਼ਿੰਗਟਨ DC ਤੋਂ ਜਿਹੜੀਆਂ ਖਬਰਾਂ ਆ ਰਹੀਆਂ ਕੱਲ ਦੀ ਵਾਸ਼ਿੰਗਟਨ ਪੋਸਟ ਤੇ ਨਿਊਯਾਰਕ ਟਾਈਮਜ਼ ਨੇ ਇੱਕ ਲੈਟਰ ਛਾਪ ਦਿੱਤਾ ਇਹ ਲੈਟਰ ਹੈ ਜਿਹੜਾ ਉਹ ਮਿਸਟਰ ਮੁੱਲਰ ਦਾ ਜਿਹੜਾ ਸਪੈਸ਼ਲ ਕੌਂਸਲ ਹੈ ਉਸਨੇ ਅਟਾਰਨੀ ਜਨਰਲ ਮਿਸਟਰ ਬਰਡ ਨੂੰ ਲਿਖਿਆ ਉਹ ਕਹਿੰਦਾ ਜਿਹੜਾ ਕੁਝ ਮੈਂ ਕਹਿ ਰਿਹਾ ਜਿਹੜੇ ਮੇਰੇ ਲੈਟਰ ਦੇ ਵਿੱਚ ਇਸ ਚਿੱਠੀ ਦੇ ਵਿੱਚ ਅੰਤਰੀਬ ਆ ਉਹ ਅੰਤਰੀਬ ਨਹੀਂ ਪੇਸ਼ ਕੀਤਾ ਤੁਸੀਂ ਇਹ US ਜਸਟਿਸ ਡਿਪਾਰਟਮੈਂਟ ਤੇ ਸਪੈਸ਼ਲ ਕੌਂਸਲ ਰੋਬਰਟ ਮੁੱਲਰ ਦੇ ਵਿੱਚ ਹੁਣ ਗੱਲ ਜਿਹੜੀ ਸਾਹਮਣੇ ਆਈ ਹੈ
ਤੇ ਅੱਜ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਬਾਹਰ ਉਹਨਾਂ ਨੇ ਪੇਸ਼ ਹੋਣਾ, ਜਿਹਦੇ ਵਿੱਚ ਜ਼ਿਆਦਾ ਨੋਰਮਲੀ ਰਿਪਬਲਿਕਨ ਨੇ, ਤੇ ਉਹਦੇ ਵਿੱਚ ਤੋਂ ਬਾਅਦ ਮੁੱਲਰ ਉਹਨਾਂ ਨੇ ਤਾਰੀਖ ਸੈੱਟ ਕਰਕੇ ਡੈਮੋਕ੍ਰੈਟਸ ਦੇ ਅੱਗੇ ਪੇਸ਼ ਹੋਣਾ। ਮੁੱਲਰ ਉਹਨਾਂ ਨੇ ਜਿਹੜਾ ਸਪੈਸ਼ਲ ਕੌਂਸਲ ਨੇ ਅਟਾਰਨੀ ਜਨਰਲ ਬਾਰਡ ਨੂੰ ਲਿਖਿਆ, ਉਹਦੇ 'ਚ ਉਹਨੇ ਕਿਹਾ ਕਿ ਸਾਰਾ ਕੈਪਚਰ ਨਹੀਂ ਇਹ 'ਚ ਕੰਟੈਕਸਟ ਕੀਤਾ ਗਿਆ ਜਿਹੜਾ ਮੈਂ ਕਹਿਣਾ ਚਾਹੁੰਦਾ। ਇਹਦਾ ਅੰਤਰੀਵ ਕੀ ਸੀ, ਇਹਦੇ ਵਿੱਚ ਪਦਾਰਥ ਕੀ ਸੀ, ਉਹ ਨਹੀਂ ਗੱਲ ਤੁਸੀਂ ਦੱਸੀ। ਤੇ ਲੋਕ ਇਹਦੇ ਵਿੱਚ ਕਨਫਿਊਜ਼ਨ ਦੇ ਵਿੱਚ ਨੇ, ਤੇ ਇਨਵੈਸਟੀਗੇਸ਼ਨ ਦੇ ਵਿੱਚੋਂ ਮੈਂ ਕੀ ਲੱਭਿਆ ਉਹ ਨਹੀਂ ਤੁਸੀਂ ਦੱਸ ਰਹੇ, ਤੇ ਇਹਦੇ ਨਾਲ ਲੋਕ ਦੁਖੀ ਹੋ ਰਹੇ ਨੇ, ਗਲਤ ਗੱਲ ਹੋ ਰਹੀ ਹੈ। ਡੈਮੋਕ੍ਰੈਟਸ ਦੀ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ ਆ ਉਹਦੇ ਅੱਗੇ ਮੁੱਲਰ ਨੇ ਪੇਸ਼ ਹੋਣਾ। ਐਜੀਟੇਸ਼ਨ ਬੜੀ ਹੋ ਰਹੀ ਹੈ ਇੰਟਰਨਲੀ, ਬਾਹਰ ਹੋਣੀ ਬਿਲਕੁਲ ਆਪਣੇ ਪ੍ਰੈਜ਼ੀਡੈਂਟ ਨੂੰ ਬਚਾਉਣ ਲਈ ਬੈਠੇ ਨੇ। ਤੇ ਹੁਣ ਇਹਦੇ ਵਿੱਚੋਂ ਨੈਕਸਟ ਕੀ ਹੁੰਦਾ? ਕਮੇਟੀ ਦੇ ਚੇਅਰ ਨੇ ਜਿਹੜੇ ਲਿੰਜ਼ੇ ਗ੍ਰੈਮ, ਉਹ ਸਾਊਥ ਕੈਰੋਲਾਈਨਾ ਦੇ ਨੇ ਤੇ ਉਹ ਬਹੁਤ ਨੇੜੇ ਨੇ ਟਰੰਪ ਦੇ। ਸੋ ਇਹ ਗ੍ਰੈਹਮ ਉਹਨਾਂ ਦਾ ਤੇ ਡੈਮੋਕ੍ਰੈਟਸ ਅਲੱਗ-ਅਲੱਗ ਤੌਰ ਤੇ ਇਸ ਨੂੰ ਦੇਖਣਗੇ। ਪਰ ਜਿਹੜੀ ਕੌਂਸਲ ਦੀ ਚਿੱਠੀ ਆ ਰਾਬਰਟ ਮੁੱਲਰ ਦੀ, ਉਸਨੇ ਅੱਜ ਨਵੀਂ ਗੱਲ ਛੇੜੀ ਹੋਈ ਆ। ਉਹ ਕਹਿੰਦੇ ਜਿਹੜੀ ਮੈਂ ਲੈਟਰ ਜਿਹੜਾ ਤੁਹਾਨੂੰ ਲਿਖੀ, ਜਿਹੜੇ ਮੇਰੀ ਇਨਵੈਸਟੀਗੇਸ਼ਨ ਹੈ ਉਹਦਾ ਅਸਲ ਕੰਟੈਕਸਟ ਨਹੀਂ ਤੁਸੀਂ ਦਿੱਤਾ, ਕਿਉਂਕਿ ਸਮਰੀ ਬਣਾ ਕੇ ਬਾਹਰ ਉਹਨਾਂ ਨੇ ਦੱਸੀ ਸੀ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਕੀ ਹੈ, obstruction of justice ਹੈ ਨਹੀਂ, collusion ਹੈ ਨਹੀਂ, ਇਹ ਤਾਂ ਗੱਲਾਂ ਹੋ ਗਈਆਂ। ਪਰ ਕਿਤੇ ਨਾ ਕਿਤੇ ਉਹਨੇ ਕੁਝ ਹੋਰ ਵੀ ਲਿਖਿਆ, ਮੁੱਲਰ ਉਹਨਾਂ ਨੇ ਕਿਹਾ। ਸਾਹਿਬ ਪਰਮਵੀਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿਲ ਸਾਹਿਬ, ਮੈਂ ਅੱਗ ਦੇ ਉੱਤੇ ਗੱਲ ਕਰਨੀ ਸੀਗੀ। ਕਰੋ ਜੀ। ਉਹ ਇਹ ਸੀਗੀ ਸਾਡੇ ਪਿੰਡਾਂ ਦੇ ਵਿੱਚ ਪਿਛਲੇ ਸਾਲ ਕਣਕ ਨੂੰ ਕਾਫੀ ਨੁਕਸਾਨ ਹੋ ਗਿਆ ਸੀਗਾ ਜੀ, ਤੇ ਸਾਡੇ ਪਿੰਡਾਂ ਵਾਲਿਆਂ ਨੇ ਐਵੇਂ ਕੀਤਾ ਸੀ ਵੀ ਜਿਨ੍ਹਾਂ ਦੀ ਫਸਲ ਨੁਕਸਾਨੀ ਗਈ ਸੀ, ਸਾਰੇ ਪਿੰਡ ਵਾਲਿਆਂ ਨੇ ਪ੍ਰਤੀ ਏਕੜ 21,000 ਰੁਪਇਆ ਜਿਨ੍ਹਾਂ ਦੀ ਠੀਕ ਸੀਗੀ ਫਸਲ ਇਕੱਠਾ ਕਰਕੇ, ਤੇ ਇਧਰੋਂ NRI ਵੀਰਾਂ ਨੇ ਆਪਣਾ GoFundMe ਪੇਜ ਸੈੱਟ ਕਰਕੇ ਤੇ ਅਸੀਂ ਵਾਹਵਾ ਮਦਦ ਹੋ ਗਈ ਸੀ ਉਹਨਾਂ ਦੀ। ਇਕੱਲੇ ਪਰਿਵਾਰ ਨੂੰ 20,000 ਰੁਪਇਆ ਪ੍ਰਤੀ ਏਕੜ ਅਸੀਂ ਮਦਦ ਕਰ ਦਿੱਤੀ ਸੀਗੀ। ਤੇ ਜਿਹੜੇ ਬਚ ਗਏ 20,000 ਪਰ ਏਕੜ ਜੀ? ਹਾਂਜੀ, ਪ੍ਰਤੀ ਏਕੜ ਜੀ, ਜਿਨ੍ਹਾਂ ਦੀ ਨੁਕਸਾਨੀ ਗਈ ਸੀਗੀ। ਠੀਕ ਹੈ। ਸਾਡਾ ਪਿੰਡ ਚਨਾਰਥਲ ਕਲਾਂ, ਤੇ ਜਿਹੜਾ ਕੁਛ ਮਾਇਆ ਬਚ ਵੀ ਗਈ ਸੀਗੀ, ਉਹਦੇ ਵਿੱਚੋਂ ਫਿਰ ਪਿੰਡ ਵਾਲਿਆਂ ਨੇ ਇੱਕ ਪਾਣੀ ਦੀ ਟੈਂਕੀ 2 ਲੱਖ ਰੁਪਇਆ ਲੱਗਿਆ ਸੀਗਾ, ਉਹਦੇ ਉੱਤੇ ਇੰਜਣ ਲਵਾ ਕੇ ਤੇ ਆਪਣਾ ਜਿਵੇਂ ਦੇਸੀ ਫਾਇਰ ਬ੍ਰਿਗੇਡ ਹੁੰਦਾ ਉਹ ਤਿਆਰ ਕਰ ਲਿਆ। ਤੇ ਹੁਣ ਫਿਊਚਰ ਵਿੱਚ ਜੇ ਕਦੇ ਕੋਈ ਲੋੜ ਪਊਗੀ ਤੇ ਉਹ ਉਹਨਾਂ ਨੇ ਤਿਆਰੀ ਕੀਤੀ ਹੋਈ ਉਹਦੀ। ਤੇ ਕਾਫੀ ਲੋਕਾਂ ਨੇ ਹਾਂਜੀ ਇਕੱਠੇ ਹੋ ਕੇ ਲੋਕਾਂ ਨੇ ਸਾਰੀਆਂ ਪਾਰਟੀਆਂ ਰਲ ਕੇ। ਟੋਟਲ ਕਿੰਨੇ ਕੁ ਪੈਸੇ ਭੇਜੇ ਪਰਮਵੀਰ ਸਿੰਘ ਜੀ? ਹੈ ਜੀ, ਕਿੰਨੇ ਟੋਟਲ ਕਿੰਨੇ ਰੁਪਈਏ ਭੇਜੇ ਟੋਟਲ? ਸਾਡੇ NRI ਨੇ ਜਿਹੜਾ GoFund ਪੇਜ ਸੈੱਟ ਕੀਤਾ ਸੀਗਾ ਜੀ, ਸਾਡਾ 10 ਲੱਖ NRI ਵੀਰਾਂ ਨੇ ਕਰਤਾ ਸੀਗਾ, ਤੇ 35 ਲੱਖ ਸਾਡਾ ਪਿੰਡ ਚੋਂ ਇਕੱਠਾ ਹੋ ਗਿਆ ਸੀਗਾ। ਸਾਡੇ 80-90 ਏਕੜ ਸੀਗੀ ਜਿਹੜੀ ਫਸਲ ਨੁਕਸਾਨੀ ਗਈ ਸੀਗੀ। ਤੇ ਜਦੋਂ ਬਹੁਤ ਵਧੀਆ ਕੀਤਾ ਇਸ ਤਰ੍ਹਾਂ ਹੀ ਅਨਾਉਂਸਮੈਂਟ, ਹਾਂਜੀ, ਜਦੋਂ ਪੰਚਾਇਤ ਨੇ ਅਨਾਉਂਸਮੈਂਟ ਕੀਤੀ ਤੇ ਨਾਲ ਦੇ ਪਿੰਡਾਂ ਲੋਕਾਂ ਨੇ ਆ ਕੇ ਵਾਹਵਾ ਉਹਨਾਂ ਨੇ ਟਰਾਲੀਆਂ ਕਣਕ ਦੀਆਂ ਲਿਆ ਕੇ ਸਾਰੇ ਭੈਣਾਂ ਭਾਈ ਨੇ ਰਲ ਕੇ ਆਪਣਾ ਜਿਵੇਂ ਵਧੀਆ ਹੋ ਗਿਆ ਸੀਗਾ। ਸਰਕਾਰ ਵੱਲ ਤਾਂ ਕਿਸੇ ਨੇ ਦੇਖਿਆ ਵੀ ਹੈ ਨਹੀਂ ਜੀ। ਤੇ ਚਨਾਰਥਲ ਪਿੰਡ ਦੀ, ਵੱਡੇ ਚਨਾਰਥਲ ਦੀ ਸੜੀ ਸੀ? ਹਾਂਜੀ, ਵੱਡੇ ਚਨਾਰਥਲ ਕਲਾਂ ਦੀ ਜੀ। ਠੀਕ ਹੈ ਵੀਰ ਜੀ, ਸ਼ੁਕਰੀਆ ਜੀ। ਥੈਂਕ ਯੂ। ਸਾਹਿਬ ਪਰਮਵੀਰ ਸਿੰਘ ਕਲਾਂ ਤੋਂ ਰਹਿੰਦੇ ਨੇ, ਬਿਲਕੁਲ ਟੌੜੇ ਪਿੰਡ ਦੇ ਨਾਲ ਚਨਾਰਥਲ ਕਲਾਂ, ਵੱਡਾ ਤੇ ਛੋਟਾ ਚਨਾਰਥਲ, ਯੋਧਿਆਂ ਦੀ ਧਰਤੀ, ਬਾਬਾ ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦੀ ਧਰਤੀ ਦੇ ਉਹ ਪਿੰਡ ਨੇ। ਸਾਰਾ ਕੁਛ ਹੋ ਜਾਏ ਚਾਹੇ, ਤੁਸੀਂ ਦੇਖਿਓ ਜਾ ਕੇ। ਮੈਂ ਇਸ ਵਾਰ ਦੇ ਆਪਣੇ ਟ੍ਰਿਪ ਦੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਗੱਲ ਯਾਦ ਆ ਜਾਂਦੀ, ਕਈ ਵਾਰ ਮੈਂ ਭੁੱਲ ਜਾਂਦੇ ਆ। ਤੁਸੀਂ ਕਦੇ ਵੀ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਦੋਨੀਆਂ ਜਗ੍ਹਾ ਤੇ ਜਾ ਕੇ ਐ ਨਾ ਹੋਵੇ ਭੱਜ ਲਾ ਇੱਧਰ ਹੋ ਦੇ ਕਰਾ ਦਿਓ, ਇਹ ਕਰਾ ਦੇ, ਉਹ ਕਰਾ ਦੇ, ਜਵਾਕ ਰੋਈ ਜਾਂਦੇ ਨੇ, ਡਾਂਡਾ ਮਾਰੀ ਜਾਂਦਾ। ਨਾ, ਸਮਾਂ ਕੱਢ ਕੇ ਜਾਓ। ਫਿਰ ਦਿਹਾੜੀ ਹੋਵੇ, ਅੱਧਾ ਦਿਨ ਫਤਿਹਗੜ੍ਹ ਸਾਹਿਬ, ਅੱਧਾ ਚਮਕੌਰ ਸਾਹਿਬ। ਸਮਾਂ ਫਤਿਹਗੜ੍ਹ ਸਾਹਿਬ ਤੋਂ ਬਾਹਲਾ ਨਹੀਂ ਲੱਗਦਾ, ਬਸੀ ਪਠਾਣਾ ਜੀ, ਮਰਿੰਡੇ ਸਿੱਧੀ ਚਮਕੌਰ ਸਾਹਿਬ। ਫਿਰ ਤੁਸੀਂ ਮਹਿਸੂਸ ਕਰਿਓ ਜਾ ਕੇ ਕਿ ਸਾਹਿਬ ਦੇ ਬਾਜ ਉੱਡਦੇ ਆ ਕਿ ਨਹੀਂ। ਉੱਥੇ ਜਾ ਕੇ ਬੈਠੋ, ਤੁਹਾਡਾ ਤਲ ਚਾਹੀਦਾ ਉਹ, ਉਸ ਧਰਤ ਨੂੰ ਵੇਖਿਓ। ਠੀਕ ਹੈ, ਉਹਨਾਂ ਨੇ ਚਿੱਟੇ ਸੰਗਮਰਮਰ ਚ ਮੜਤੀਆਂ, ਹਲੇ ਵੀ ਬਾਜ ਉੱਡਦੇ ਨੇ। ਜਿੱਥੇ ਦੇਗਾਂ ਬਾਜ ਉੱਡਦੇ ਰਹੇ, ਉੱਥੇ ਦੇਗਾਂ ਹਲੇ ਵੀ ਵਰਤਦੀਆਂ।
ਤੇ ਇਹੀ ਧਾਰਨਾ ਲੈ ਕੇ ਤੁਸੀਂ ਸਿੱਖ ਫਲਸਫੇ ਤੋਂ, ਸਿੱਖ ਦ੍ਰਿਸ਼ਟੀਕੋਣ ਤੋਂ, ਸਿੱਖ ਸੱਭਿਆਚਾਰ ਤੋਂ ਜਿਉ ਸਕਦੇ। ਔਰ ਹਰ ਇੱਕ ਚੀਜ਼ ਨੂੰ ਸਿੱਖ ਸੱਭਿਆਚਾਰ ਦੀ ਢਾਕ ਤੇ ਚਾੜ ਕੇ ਹੀ ਗੱਲ ਕੀਤੀ ਜਾ ਸਕਦੀ ਹੈ। ਪਦਾਰਥਵਾਦੀ ਨੁਕਤਿਆਂ ਦੇ ਵਿੱਚੋਂ ਤੁਸੀਂ ਹੋਰ ਪਾਸੇ ਨੂੰ ਚਲੇ ਜਾਓਗੇ। ਤੇ ਡਿਬੇਟ ਜਿਹੜੀ ਹੋਵੇ ਉਹ ਵਧੀਆ ਹੋਵੇ। ਹਰ ਇੱਕ ਚੀਜ਼ ਤਰਕ ਤੇ ਲਾ ਕੇ, ਧਰਮ ਦੇ ਵਿੱਚ ਤਰਕ ਦੀ ਜਗ੍ਹਾ ਨਹੀਂ ਹੈ ਕੋਈ। ਹਰ ਜਗ ਤੇ ਤਰਕ ਇੱਕ ਨਵਾਂ ਇਹ ਵੇਗ ਜਿਹਾ ਚੱਲਿਆ 5-4 ਸਾਲਾਂ ਦਾ। ਤਰਕ ਕੋਈ ਬਾਬਾ ਦੀਪ ਸਿੰਘ ਸੀਸ ਬਿਨਾਂ ਨਹੀਂ ਲੜ ਸਕਦਾ। ਫਿਰ ਤੁਸੀਂ ਗੁਰੂ ਦੀ ਰੂਹਾਨੀਅਤ ਤੋਂ ਜਦ ਪਰਾਂ ਹੋ ਜਾਓਗੇ, ਤੁਹਾਡੇ ਧਰਮ 'ਚ ਕੱਖ ਨਹੀਂ ਬਚਦਾ। ਬਾਬਾ ਨਾਨਕ ਸਮਾਜ ਸੁਧਾਰਕ ਸੀ, ਸਮਾਜ ਸੁਧਾਰਕ ਨਹੀਂ ਸੀ ਬਾਬਾ ਨਾਨਕ। ਬਾਬਾ ਨਾਨਕ ਕਲਾਧਾਰ ਜਗ 'ਚ ਪਰਵਰਿਆ, ਆਪ ਮਾਲਕ ਆ ਕੇ ਧਰਤੀ ਤੇ ਲੋਕਾਂ ਦਾ ਭਲਾ ਕਰਨ ਲਈ ਆਏ ਹੋ। ਤੇ ਗੁਰੂ ਨਾਨਕ ਸਾਹਿਬ ਦੇ ਨਾਲ ਰੂਹਾਨੀਅਤ ਨੂੰ ਨਾਲ ਲੈ ਕੇ ਚੱਲਣਾ। ਸਮਾਜ ਸੁਧਾਰਕ ਧਰਮ ਤੋਂ ਅਲੱਗ ਵੀ ਹੋ ਸਕਦਾ। ਇਹ ਕਈ ਵਾਰ ਬੜੀਆਂ ਚੀਜ਼ਾਂ ਕਰਨਾ, ਦੇਖੋ ਜੀ ਫਿਰ ਉਹਨੂੰ ਲੋੜ ਨਹੀਂ ਸੀ, ਉਹ ਤਾਂ ਹੀ ਦੂਰ ਗਏ ਜੀ, ਇਸ ਤਰ੍ਹਾਂ ਗਏ ਜੀ, ਉਸ ਤਰ੍ਹਾਂ ਗਏ। ਸਮਾਜ ਸੁਧਾਰਕ ਸਨ, ਇਹ ਨਹੀਂ ਗੱਲ ਹੈ। ਤਰਕਸ਼ੀਲ ਸੀ ਵੱਡਾ ਗੁਰੂ ਨਾਨਕ ਸਾਹਿਬ, ਇਹ ਵੀ ਗੱਲ ਕਰਦੇ ਆ। ਇਹ ਨਹੀਂ ਗੱਲ ਹੋ ਸਕਦੀ। ਜਦ ਧਰਮ 'ਚੋਂ ਰੂਹਾਨੀਅਤ ਕੱਢ ਦਿਓਗੇ, ਧਰਮ ਨਹੀਂ ਬਚਦਾ ਬਾਅਦ 'ਚ। ਇਹ ਗੱਲ ਯਾਦ ਰੱਖਣ ਦੀ ਲੋੜ ਹੈ। ਸਵਰਨ ਸਿੰਘ ਜੀ, ਲਾਈਨ ਨੰਬਰ 4। ਵਪਾਰਕ ਸੰਦੇਸ਼ ਲੈ ਲਈਏ ਜੀ ਫਿਰ। KRPI Radio, KRPI Ferndale. The views expressed are not necessarily those of the staff, management, or ownership of this station. ਸਾਹਿਬ ਦੀ ਗੱਲਬਾਤ ਆਪਾਂ ਕਰ ਰਹੇ ਸੀ ਕਿ ਕੁਝ ਗੱਲਾਂ ਯਾਦ ਰਹਿ ਜਾਂਦੀਆਂ। ਕੱਲ ਸਰਕਲ ਦੀ ਆਪਣੇ ਕੁਲਵੀਰ ਸਿੰਘ ਸਹੋਤਾ ਡਾਂਸੀਵਾਲ ਵਾਲਿਆਂ ਨੇ ਇੱਕ ਜਾਣਕਾਰੀ ਘੱਲੀ ਮੈਨੂੰ। ਮੈਂ ਉਹਨੂੰ ਪੜ੍ਹ ਕੇ, ਕਿਉਂਕਿ ਅਸੀਂ ਇੱਕੋ ਜਿਹੇ ਹਾਂ ਸਾਰੇ, ਅਸੀਂ ਮਹਿਸੂਸ ਨਹੀਂ ਕੀਤਾ ਕਿ ਸਾਡੇ ਸਾਹਿਬ ਨੇ ਕੀ ਕੀਤਾ। ਪਹਿਲੀ ਉਦਾਸੀ ਦੀ ਉਹ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਦੀ। ਹੁਣ ਇਸ ਵਾਰ ਆਪਾਂ ਮਨਾਉਣਾ ਤਾਂ ਹੈਗਾ 550ਵਾਂ, ਪਰ ਜਦ ਤੱਕ ਅਸੀਂ ਜਾਣਕਾਰੀ ਨਹੀਂ ਉਹਨਾਂ ਬਾਰੇ ਲੈਂਦੇ, ਸਾਡਾ ਫਾਇਦਾ ਨਹੀਂ ਹੈ। ਦਿਨ ਮਨਾਉਣੇ ਨੇ, ਪਰ ਜਾਣਕਾਰੀ ਤਾਂ ਹੋਵੇ। ਧਰਮ ਦੇ ਰਹਿਬਰ ਨੇ ਜਿਸ ਨੇ ਧਰਮ ਸ਼ੁਰੂ ਕੀਤਾ। ਪਹਿਲੀ ਉਦਾਸੀ 30 ਅਗਸਤ 1507 ਨੂੰ ਕਹਿੰਦੇ ਸ਼ੁਰੂ ਕੀਤੀ। ਸੁਲਤਾਨਪੁਰ ਤੋਂ ਲਾਹੌਰ ਕਹਿੰਦੇ 60 ਮੀਲ ਹੈ, ਲਾਹੌਰ ਤੋਂ ਤਲਵੰਡੀ 40 ਮੀਲ ਹੈ, ਤਲਵੰਡੀ ਤੋਂ ਸੈਦਪੁਰ 50 ਮੀਲ ਹੈ, ਸੈਦਪੁਰ ਤੋਂ ਹਰਿਦੁਆਰ 400 ਮੀਲ ਹੈ, ਹਰਿਦੁਆਰ ਤੋਂ ਅਲਮੋੜਾ 80 ਮੀਲ ਹੈ, ਅਲਮੋੜਾ ਤੋਂ ਗੋਰਖਮਤਾ। ਇਹਨਾਂ ਜਗ੍ਹਾ ਤੇ ਗਏ ਨੇ ਸਾਹਿਬ। 70 ਮੀਲ ਗੋਰਖਮਤਾ ਤੋਂ ਅਯੁੱਧਿਆ 180 ਮੀਲ, ਅਯੁੱਧਿਆ ਤੋਂ ਪ੍ਰਯਾਗ ਜਿਹਨੂੰ ਇਲਾਹਾਬਾਦ ਕਹਿੰਦੇ ਆ ਉਹ 85 ਹੈ, ਪ੍ਰਯਾਗ ਤੋਂ ਬਨਾਰਸ 65 ਮੀਲ ਆ, ਬਨਾਰਸ ਤੋਂ ਗਿਆ, ਇਹ ਵੀ ਗਿਆ ਸ਼ਬਦ ਹੈ, ਬਿਹਾਰ ਦਾ ਇੱਕ ਸ਼ਹਿਰ ਹੈ, 125 ਮੀਲ। ਗਿਆ ਤੋਂ ਗੁਹਾਟੀ ਸਿੱਧਾ 600 ਮੀਲ। ਬਿਹਾਰ ਤੋਂ ਕਿਵੇਂ ਗਏ ਨੇ? ਬਿਹਾਰ ਤੋਂ ਜਦ ਤੁਸੀਂ ਜਾਣਾ ਹੈ ਤਾਂ ਉੱਪਰਲੇ ਬੰਨੇ ਜਦ ਗੁਹਾਟੀ ਨੂੰ ਜਾਂਦੇ ਗੱਡੀਆਂ ਤਾਂ ਬਿਹਾਰ ਤੋਂ ਕਲਕੱਤੇ ਜਾਂਦੀਆਂ, ਕਲਕੱਤੇ ਤੋਂ ਫਿਰ ਜਿਹੜਾ ਉਹ ਗੁਹਾਟੀ ਜਾਂਦੀਆਂ, ਸਿਲੀਗੁੜੀ ਜਾਂਦੀਆਂ, ਸਿਲੀਗੁੜੀ ਤੋਂ ਗੁਹਾਟੀ ਜਾਂਦੀਆਂ। ਪਤਾ ਨਹੀਂ ਕਿਸ ਤਰ੍ਹਾਂ ਗਏ ਨੇ। ਗਿਆ ਤੋਂ ਗੁਹਾਟੀ 600 ਮੀਲ, ਗੁਹਾਟੀ ਤੋਂ ਸਿਲਹਟ 250, ਸਿਲਹਟ ਤੋਂ ਢਾਕਾ 135, ਢਾਕੇ ਤੋਂ ਨਦੀਆ 130, ਨਦੀਆ ਜਿਹੜਾ ਜ਼ਿਲ੍ਹਾ ਬੰਗਾਲ ਦਾ, ਨਦੀਆ ਤੋਂ ਮੇਦਨੀਪੁਰ, ਇਹ ਵੀ ਬੰਗਾਲ ਹੈ 60 ਮੀਲ, ਮੇਦਨੀਪੁਰ ਤੋਂ ਜਗਨਨਾਥਪੁਰੀ ਉੜੀਸਾ ਦੀ ਜਗ੍ਹਾ 200 ਮੀਲ, ਵਿਜੇਵਾੜਾ ਜਗਨਨਾਥਪੁਰੀ ਤੋਂ 400 ਮੀਲ, ਵਿਜੇਵਾੜਾ ਤੋਂ ਗੰਟੂਰ 40 ਮੀਲ, ਗੰਡੂਰ ਤੋਂ ਕੁੜਪਾ 170 ਮੀਲ, ਕੁੜਪੇ ਤੋਂ ਰਮੇਸ਼ਵਰ 425, ਇੱਥੋਂ ਸੰਗਲਾਦੀਪ ਚਲੇ ਗਏ ਸ਼੍ਰੀਲੰਕਾ ਬੇੜੀ ਚੜ੍ਹ ਕੇ। ਲੰਕਾ 'ਚ ਫਿਰ 400 ਮੀਲ ਸਫ਼ਰ ਕੀਤਾ। ਫਿਰ ਕੋਚੀਨ ਤੋਂ ਪਾਲਘਾਟ 60 ਮੀਲ, ਪਾਲਘਾਟ ਤੋਂ ਨੀਲਗਿਰੀ 60 ਮੀਲ, ਨੀਲਗਿਰੀ 35 ਮੀਲ, ਨੀਲਗਿਰੀ ਤੋਂ ਸ਼੍ਰੀ ਗੰਗਾਪਟਮ 70 ਮੀਲ, ਗੰਗਾਪਟਮ ਤੋਂ ਪੰਦਰਪੁਰ 170, ਪੰਦਰਪੁਰ ਤੋਂ ਵਾਰਸੀ 45 ਮੀਲ, ਵਾਰਸੀ ਤੋਂ ਪੂਨਾ 120, ਪੂਨੇ ਤੋਂ ਨਾਸਿਕ 100 ਮੀਲ, ਨਾਸਿਕ ਤੋਂ ਔਰੰਗਾਬਾਦ 100 ਮੀਲ, ਔਰੰਗਾਬਾਦ ਤੋਂ ਓਂਕਾਰ ਮੰਦਰ 120 ਮੀਲ, ਓਂਕਾਰ ਮੰਦਰ ਤੋਂ ਉਜੈਨ 70 ਮੀਲ, ਉਜੈਨ ਤੋਂ ਬੜੌਦਾ 150 ਮੀਲ, ਬੜੌਦੇ ਤੋਂ ਭਾਵਨਗਰ 70, ਭਾਵਨਗਰ ਤੋਂ ਪਾਲੀਟਾਣਾ 35, ਪਾਲੀਟਾਣੇ ਤੋਂ ਤਸੋ ਨਾਥ 100,
ਸੋਮਨਾਥ ਤੋਂ द्वारका 160, द्वारका तो ओखा बंदर 15 मील, जहाज से मांडवी 25 मील, मांडवी तो भुज गुजरात 35, भुज तो अंजार 30 मील, अंजार तो बीसनगर 150 मील, बीसनगर तो आबू राजस्थान च आ गए 60, आबू तो नाथ द्वारा 85, नाथ द्वारा तो चित्तौड़ 40, चित्तौड़ तो अजमेर 100, अजमेर तो पुष्कर 7, पुष्कर तो मथुरा 235, मथुरा तो दिल्ली 100, दिल्ली तो पानीपत 50, पानीपत तो कुरुक्षेत्र 40, कुरुक्षेत्र तो जींद 50, जींद तो सरसा 70, सरसा तो सुल्तानपुर 135। 6500 मील का सफर है जिहड़ा 8.25 साल यानी 3015 दिन च गुरु नानक पातशाह ने पहली अदासी की है। महसूस करियो इन्ना साहिब तुर के गए, गुलाबी चेहरा ते हथ दे विच पैर च पदम हथ चक्या होया, ये गल होर है। किहे जे विखम पैंडे च गए होंगे तो किहे जा चेहरा मोहरा होया होगा इंसानी जीवन च बीतदे निकलदे। हरमनजीत का एक गीत लिखिया होया है गुरु नानक पातशाह दिलजीत ने गाया। वाहिगुरू जी का खालसा वाहिगुरू जी की फतेह। वीर जी अपने तुहाडे टॉपिक मुताबक मैं भाई गुरदास दी आवाज़ दी 2 लेना सीगियां सुनाउणियां। हाँ जी। रेत अक हार कर रोड़ा दी गुर करी विछाई, बाबे भेख बनाया अरदासी दी रीत चलाई, चढ़िया सोधन धरत लकाई। जी आ जिहड़ा तुसीं दस्सिया ना अदासियां बारे, ये भाई गुरदास दी वार दे विच पहलियां पौड़ियां च ही आउंदा आ जी। बाकी गुरु ग्रंथ साहब दे विच भी बाणी आ बई कलयुग प्रणाम नानक गुर अंगत अमर कहायो। कलयुग दे अवतार सन, आप नरैण कला धार जग में परवरियो, निरंकार आकार जोत जग मंडल करियो। हाँ जी, बाणी भट्टां दी बाणी कला लै ठाकर जड़िया 16 करा पूर्ण फलिया। बहुत बाबे नानक का तो विशाल इतिहास जी, की कह सकते हैं। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। ਇਹਦੇ ਲਈ ਹੀ मेरा मन है जी इस साल ਆਪਾਂ ਗੱਲਬਾਤ ਉਹਨਾਂ ਦੀ ਕਰਦੇ ਰਹੀਏ। ਖਬਰਾਂ ਦੀ ਸਾਂਝ ਦੇ ਵਿੱਚ ਮੈਂ ਤੇਲ ਦੀਆਂ ਕੀਮਤਾਂ ਦੀ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ ਇਸ ਹਿੱਸੇ 'ਚ। ਪਰ ਉਦੋਂ ਪਹਿਲਾਂ ਕੁਝ ਹੋਰ ਖਬਰਾਂ। ਵਿਕੀਲੀਕਸ ਦੇ ਫਾਊਂਡਰ ਜੁਲੀਅਨ ਅਸਾਂਜ ਨੂੰ 50 ਹਫ਼ਤਿਆਂ ਦੀ ਸਜ਼ਾ ਹੋਈ ਹੈ ਕਿ ਉਸਨੇ ਜਿਹੜੀਆਂ ਉਹਦੀਆਂ ਜ਼ਮਾਨਤ ਦੀਆਂ ਸ਼ਰਤਾਂ ਸਨ ਉਹਨਾਂ ਦੀ ਉਹਨੇ ਉਲੰਘਣਾ ਕੀਤੀ ਹੈ, ਕਿਉਂਕਿ ਐਕਵਾਡੋਰ ਦੀ ਐਮਬੈਸੀ 'ਚ ਜਾ ਕੇ ਉਸਨੇ ਆਪਣੀ ਸ਼ਰਨ ਲੈ ਲਈ ਸੀ। 50 ਹਫ਼ਤੇ ਮਤਲਬ ਸਾਲ ਤੋਂ ਘੱਟ 2-4 ਹਫ਼ਤੇ ਜੇਲ੍ਹ ਦੇ ਵਿੱਚ ਹੁਣ ਰਹੇਗਾ। ਉਸ ਤੋਂ ਅੱਗੇ ਫਿਰ ਉਸ ਦੀ ਐਕਸਟ੍ਰਾਡੀਸ਼ਨ ਦੀ ਅਮਰੀਕਾ ਵਾਲੇ ਉਹ ਕਹਿੰਦੇ ਸਾਡੇ ਪੈਂਟਾਗਨ ਦੇ ਕੰਪਿਊਟਰ 'ਚ ਨੇ ਸੰਨ ਲਾਈ ਹੈ, ਉਸ ਨੂੰ ਉਸ ਦੇ ਹਵਾਲਗੀ ਦੀ ਗੱਲ ਇਹ ਚੱਲੇਗੀ। ਸਾਊਥ ਅਫਰੀਕਾ ਦੀ ਇੱਕ ਐਥਲੀਟ ਸੀ ਕੈਸਟਰ ਸੈਮੇਨਿਆ, ਜਿਸਨੇ 800 ਮੀਟਰ ਜਿੱਤੀ ਸੀ, ਪਰ ਉਹਦੀ ਸਰੀਰਕ ਬਣਤਰ ਲੜਕੀ ਦੀ, ਉਹਦੇ ਡੌਲੇ, ਉਹਦੇ ਮੋਢੇ, ਉਹਦਾ ਚਿਹਰਾ ਮੋਹਰਾ ਤੇ ਉਹਦਾ ਭੱਜਣਾ, ਤਾਂ ਉਹਨੂੰ ਇਸ ਗੱਲ ਤੇ ਲੈ ਕੇ ਆਏ ਸੀ ਕਿ ਇਸ ਦੇ ਸੈਕਸ ਦਾ ਨਹੀਂ ਹਲੇ ਪਤਾ। ਜਦ ਉਸਦੇ ਚੈੱਕ ਕੀਤੇ ਤਾਂ ਟੈਸਟੋਸਟੇਰੋਨ ਲੈਵਲ ਜਿਹੜਾ ਮਰਦਾਂ ਦੇ ਵਿੱਚ ਉਹਨਾਂ ਦੀ ਤਾਕਤ ਦਾ ਇੱਕ ਤੰਤ ਹੈ ਉਹ ਬਹੁਤਾਤ 'ਚ ਪਾਇਆ ਗਿਆ। ਹੁਣ ਉਸ ਨੂੰ ਕਿਹਾ ਕਿ ਜੇ ਤਾਂ ਦੋਹਾ ਕਤਰ ਦੇ ਵਿੱਚ ਭੱਜਣਾ ਤੇਰਾ ਟੈਸਟੋਸਟੇਰੋਨ ਲੈਵਲ ਸਪਰੈਸ ਕਰਨਾ ਪੈਣਾ, ਫਿਰ ਭੱਜ ਸਕਦੀਆਂ। ਉਹਨੇ ਜਿਹੜਾ ਉਹਦੇ ਅਪੀਲ ਕੀਤੀ ਸੀ, ਅਪੀਲ ਉਹਦੀ ਰੱਦ ਹੋ ਗਈ 2-1 ਦੀ ਰੂਲਿੰਗ ਦੇ ਨਾਲ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈਡਰੇਸ਼ਨਸ। ਤੇ ਬਹੁਤ ਜ਼ੋਰ ਦੇ ਨਾਲ ਇਹ ਲੜਕੀ ਭੱਜਦੀ ਹੈ। ਹੁਣ ਕੁਦਰਤ ਹੈ, ਕੁਦਰਤ ਨੂੰ ਚੈਲੰਜ ਕਰਕੇ ਜਦ ਇਹ ਇਸ ਤੇ ਪਾਬੰਦੀ ਲਾਈ ਤਾਂ ਹੁਣ ਉਹਨਾਂ ਨੇ ਜਾਇਜ਼ ਕਰ ਦਿੱਤੀ। ਹੁਣ ਉਸ ਨੂੰ ਕੰਟਰੋਲ ਕਰਕੇ ਕਿੰਨਾ ਕੁ ਉਹ ਭੱਜ ਲਏਗੀ ਰੱਬ ਜਾਣਦਾ। ਵੈਨਜ਼ੂਏਲਾ ਦੇ ਵਿੱਚ
ਤਿੱਖੀ ਬਹਿਸ ਛਿੜੀ ਹੋਈ ਹੈ ਕਿ ਮੈਡੂਰੋ ਜਿਹੜਾ ਵੋਟਾਂ ਨਾਲ ਜਿੱਤਿਆ ਤੇ ਗੁਆਇਡੋ ਜਿਹੜਾ ਜਿਸ ਨੂੰ ਅਮਰੀਕਾ, ਕੈਨੇਡਾ ਤੇ ਕੁਛ ਹੋਰ ਲੈਟਿਨ ਅਮਰੀਕਨ ਦੇਸ਼ ਨੇ ਉਹ ਮਦਦ ਕਰ ਰਹੇ ਨੇ, ਜਿਸ ਨੂੰ ਕਈ ਲੋਕ ਜਿਹੜੇ ਮੈਡੂਰੋ ਦੇ ਹੱਕ 'ਚ ਨੇ ਉਹ ਸੰਵਿਧਾਨਕ ਨਹੀਂ ਕਹਿ ਰਹੇ। ਮੈਡੂਰੋ ਦੇ ਪਾਸੇ ਰਸ਼ੀਆ ਖੜਾ ਹੈ। ਬਹੁਤ ਵੱਡੇ ਮਜ਼ਾਰੇ ਜਿਹੜੇ ਹੋਏ ਨੇ ਜਿਹਦੇ ਵਿੱਚ ਵਖਤਰਬੰਦ ਗੱਡੀਆਂ ਸਿੱਧੀਆਂ ਬੰਦਿਆਂ ਤੇ ਚਾੜਤੀਆਂ ਮਜ਼ਾਰਾਕਾਰੀਆਂ ਤੇ ਕੱਲ੍ਹ ਦੀਆਂ ਫੋਟੋਆਂ ਤੁਸੀਂ ਜੇ ਦੇਖੀਆਂ ਹੋਣ। ਬਹੁਤ ਵੱਡੀਆਂ ਰੈਲੀਆਂ ਹੋ ਰਹੀਆਂ ਨੇ। ਮੈਡੂਰੋ ਨੂੰ ਜਾਣਾ ਪੈਣਾ ਤਾਂ ਜਾਂ ਫਿਰ ਸਿਵਲ ਵਾਰ। ਮੈਨੂੰ ਇਉਂ ਲੱਗਦਾ ਕਿ ਇਹ ਅਰਾਜਕਤਾ ਫੈਲੇਗੀ, ਸਿਵਲ ਵਾਰ ਦੇ ਵਿੱਚ ਗੱਲ ਬਣਨੀ ਹੈ। ਬੰਦਿਆਂ ਨੇ, ਲੀਡਰਾਂ ਨੇ ਪਿੱਛੇ ਹੋ ਜਾਣਾ, ਸਪੋਰਟਰਾਂ ਨੇ ਫਿਰ ਲੜਨਾ। ਹਥਿਆਰ ਇੱਕ ਬੰਨਿਓ ਇੱਕ ਦੇਸ਼ ਦੇਵੇਗਾ ਜਿਹੜਾ ਮਦਦ ਕਰਦਾ, ਦੂਜੇ ਬੰਨੇ ਦੂਜਾ ਦੇਸ਼ ਦੇਵੇਗਾ ਤੇ ਬਸ ਗੜਬੜ ਹੋ ਜਾਣੀ। ਤੇ ਮੇਨ ਆਪੋਜੀਸ਼ਨ ਦਾ ਕੰਮ ਕਰਦਾ ਮਿਸਟਰ ਲੋਪਜ਼ ਜਿਹੜਾ ਉਹ ਸਪੈਨਿਸ਼ ਅੰਬੈਸੀ ਦੇ ਵਿੱਚ ਰਹਿ ਰਿਹਾ ਆਪਣੀ ਘਰਵਾਲੀ ਤੇ ਬੱਚੀ ਨਾਲ, ਜਿਸ ਨੂੰ ਮੈਂਟੋਰ ਮੰਨ ਕੇ ਗੁਆਇਡੋ ਚੱਲਿਆ। ਇਹ ਹਾਊਸ ਅਰੈਸਟ ਕੀਤਾ ਹੋਇਆ ਸੀ ਤੇ ਇਸ ਨੂੰ ਬਾਹਰ ਕੱਢ ਲਿਆ ਉਹਨਾਂ ਨੇ। ਕਿਸੇ ਗਾਰਡ ਨੂੰ ਮਨਾ ਲਿਆ ਤੇ ਗਾਰਡ ਨੇ ਕੁੰਡਾ ਖੋਲ੍ਹਤਾ ਤੇ ਹੌਲੀ ਦੇ ਕੇ ਉਹ ਬਾਹਰ ਨਿਕਲ ਗਿਆ। ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਤੇਜ਼ੀ ਜਿਹੜੀ ਹੋਈ ਹੈ, ਬਹੁਤ ਤਕੜੇ ਜਿਹੜੇ ਆਪਣੇ ਰਾਜਧਾਨੀ ਕੈਰਕਸ ਦੇ ਵਿੱਚ ਵੱਡੇ ਵਿਰੋਧ ਹੋ ਰਹੇ। ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਾਡੇ ਤੇਲ ਦੀਆਂ ਕੀਮਤਾਂ 'ਚ। ਤੇਲ ਦੀਆਂ ਕੀਮਤਾਂ ਦੀ ਗੱਲ ਕਰਨ ਤੋਂ ਪਹਿਲਾਂ ਕੈਨੀ ਨੇ ਕੱਲ੍ਹ ਚੱਕੀ 100 ਤੇ 100 ਚੱਕਦੇ ਹੀ ਉਹ ਕਹਿੰਦਾ ਵੀ ਪਹਿਲਾਂ ਤਾਂ ਬਿੱਲ 12 ਨੂੰ ਇਨੈਕਟ ਕਰੋ। ਹੁਣ ਜਿਹੜਾ ਰੈਚਲ ਨੋਟਲੇ ਨੇ ਉਸ ਤਰ੍ਹਾਂ ਰੱਖਿਆ ਹੋਇਆ ਸੀ, ਹੁਣ ਉਹ ਲਾਅ ਬਣ ਗਿਆ। ਲਾਅ ਦੇ ਵਿੱਚ ਜਿਹੜੀ ਐਨਰਜੀ ਮਿਨਿਸਟਰ ਹੈ ਉਹਦੇ ਕੋਲ ਪਾਵਰ ਹੋ ਗਈ। ਪਾਵਰ ਦੇ ਨਾਲ ਉਹ ਕਹਿੰਦੀ ਵੀ ਮੈਂ ਕਿੰਨਾ ਐਕਸਪੋਰਟ ਕਰਨਾ ਇਹ ਮੇਰੀ ਮਰਜ਼ੀ ਹੈ। ਤੇ ਐਕਸਪੋਰਟ ਕਿਸੇ ਨੇ ਕਰਨਾ ਉਹਨੂੰ ਲਾਇਸੈਂਸ ਲੈਣਾ ਪੈਣਾ ਤੇ ਉਹ ਲਾਇਸੈਂਸ ਦੀਆਂ ਮੱਦਾਂ ਹੋਣਗੀਆਂ। ਮੱਦਾਂ ਦੇ ਤਹਿਤ ਮੈਂ ਗੱਲ ਕਰੂੰ ਵੀ ਇਹ ਬਾਈ ਰੋਡ ਜਾ ਸਕਦਾ ਜਾਂ ਬਾਈ ਪਾਈਪਲਾਈਨ ਜਾ ਸਕਦਾ। ਜਿਹੜਾ ਉਹਦਾ ਉਲੰਘਣਾ ਕਰੂ ਮਿਲੀਅਨਸ ਆਫ ਡਾਲਰ ਉਸ ਤੇ ਉਹਦਾ ਫਾਈਨ ਹੋਏਗਾ। ਤੇ ਇਹ ਜਿਹੜੀ ਹੁਣ ਗੱਲ ਖੜਕਣੀ ਹੈ, ਇਹ ਜਿਹੜੀਆਂ ਕਹਿੰਦੇ ਸੀ ਨਾ ਟੂਟੀਆਂ ਬੰਦ ਕਰ ਦੇਣੀਆਂ ਤੇਲ ਦੀਆਂ, ਇਸ ਨੇ ਹੁਣ ਗੜਬੜ ਕਰਨੀ ਹੈ। ਕਿਉਂਕਿ ਦੋਨੇ ਸਰਕਾਰਾਂ ਇੱਕ ਦੂਜੇ ਦੇ ਸਾਹਮਣੇ ਖੜੀਆਂ ਨੇ। ਜੌਨ ਹੌਰਗਨ ਕਹਿੰਦਾ ਵੀ ਸਾਡੀ ਬਿਲੀਅਨਸ ਆਫ ਡਾਲਰ ਦੀ ਟੂਰਿਜ਼ਮ ਇੰਡਸਟਰੀ ਹੈ, ਸਾਡੇ ਥੋੜਾ ਕਰੂਡ ਓਇਲ ਖਿੰਡ ਗਿਆ ਆ ਕੇ ਤਾਂ ਸਾਡੇ ਤਾਂ ਇਹਨਾਂ ਦਾ ਥੱਲੇ ਜਾ ਕੇ ਬਹਿ ਜਾਣਾ ਲੁੱਕ ਨੇ ਤੇ ਸਾਨੂੰ ਬਰਬਾਦ ਕਰੋਗੇ, ਅਸੀਂ ਨਹੀਂ ਆਉਣ ਦੇਣਾ। 100 ਦੇ ਕਰੀਬ ਨੇਟਿਵ ਲੈਂਡ ਹੈ ਜਿਨ੍ਹਾਂ ਨੂੰ ਭਰੋਸੇ 'ਚ ਲੈਣਾ। ਸਰਕਾਰ ਨੇ ਇਹ ਜਿਹੜੀ ਮਾਊਂਟੇਨ ਪਾਈਪਲਾਈਨ ਹੈ ਉਹ ਖਰੀਦ ਲਈ ਸੀ। ਖਰੀਦਣ ਤੋਂ ਬਾਅਦ ਹੁਣ ਉਹ ਪ੍ਰਾਈਵੇਟ ਇਨਵੈਸਟਰ ਇਸ 'ਤੇ ਲੱਭ ਰਹੇ ਨੇ। ਬਿੱਲ 12 ਨੇ ਜਿਹੜਾ ਗਵਰਨਮੈਂਟ ਨੂੰ ਅਥਾਰਟੀ ਦੇ ਦਿੱਤੀ ਕਿ ਜਿਨ੍ਹਾਂ ਨੇ ਐਕਸਪੋਰਟ ਕਰਨਾ ਉਹ ਲਾਇਸੈਂਸ ਲੈਣ ਤੇ ਲਾਇਸੈਂਸ ਦੀਆਂ ਸ਼ਰਤਾਂ ਅਲਬਰਟਾ ਸਰਕਾਰ ਤੈਅ ਕਰੂ, ਮਿਨਿਸਟਰ ਤੈਅ ਕਰੂ ਵੀ ਤੁਸੀਂ ਤੇਲ ਲੈ ਕੇ ਕਿਵੇਂ ਜਾਵੋਗੇ। ਜੇ ਨਾ ਮੰਨੇ ਤਾਂ 10 ਮਿਲੀਅਨ ਇੱਕ ਦਿਨ ਦਾ ਫਾਈਨ ਹੋ ਸਕਦਾ ਕੰਪਨੀ ਨੂੰ ਤੇ $1 ਮਿਲੀਅਨ ਦਾ ਇੰਡੀਵਿਜੂਅਲ ਨੂੰ ਹੋ ਸਕਦਾ। ਹੁਣ ਇਹ ਗੱਲ ਇੱਥੇ ਫਸੀ ਆ ਕੇ ਪੂਰੀ। ਤੇ ਜੇਸਨ ਕੈਨੀ ਨੇ ਵੈਨਕੂਵਰ ਸਨ ਦੇ ਵਿੱਚ ਇੱਕ ਐਡ ਪਾ ਦਿੱਤੀ ਕਿ ਹੁਣ ਸਮਾਂ ਕਿ ਜਦ ਸਰਕਾਰਾਂ ਨੂੰ ਨਾਲ ਬਹਿਣਾ ਚਾਹੀਦਾ। ਅਸੀਂ ਪ੍ਰੋਕਲੇਮ ਕਰ ਦਿੱਤਾ ਇਹ ਕਿ ਪਰ ਲੋਕ ਤੰਗ ਨੇ, ਅਸੀਂ ਤੰਗ ਹਾਂ, ਅਲਬਰਟਨ ਤੰਗ ਨੇ ਤੇ ਨਾਲ ਹੀ BC ਦੇ ਲੋਕ ਤੰਗ ਨੇ ਤੇ ਇਹ ਪਾਈਪਲਾਈਨਾਂ ਖੁੱਲ੍ਹਣੀਆਂ ਚਾਹੀਦੀਆਂ। ਪ੍ਰਜ਼ਰਵਿੰਗ ਕੈਨੇਡਾਜ਼ ਇਕਨੋਮਿਕ ਪ੍ਰੋਸਪੈਰਿਟੀ ਐਕਟ ਬਿੱਲ 2012 ਤੇ ਹੁਣ ਓਇਲ ਸ਼ਿਪਮੈਂਟ ਕਿਵੇਂ ਕਰਟੇਲ ਕਰਨੀਆਂ ਨੇ ਇਹ ਅਲਬਰਟਾ ਸਰਕਾਰ ਤੈਅ ਕਰਿਆ ਕਰੂ। ਵਪਾਰਕ ਸੰਦੇਸ਼ ਲੈ ਲਵਾਂ ਤੇ ਆ ਕੇ ਇਸ ਤੇ ਗੱਲ ਫੇਰ ਚੱਲਿਆ ਸੀ। ਪ੍ਰੋਜੈਕਟ ਜਿਹੜਾ ਨੈਸ਼ਨਲ ਐਨਰਜੀ ਬੋਰਡ ਨੇ ਅਪਰੂਵ ਕੀਤਾ, ਫੈਡਰਲ ਕੈਬਨਿਟ ਨੇ 157 ਦੇ ਕਰੀਬ ਲੀਗਲੀ ਬਾਈਂਡਿੰਗ ਇਹਦੇ ਤੇ ਕੀਤੀਆਂ। 100 ਦੇ ਕਰੀਬ ਫਸਟ ਨੇਸ਼ਨ ਦੀ ਸਪੋਰਟ ਹੈ। ਪਰ ਜੌਨ ਹੌਰਗਨ ਦੀ ਸਰਕਾਰ ਨੇ
ਇਸ ਨੂੰ ਇਸ ਮੱਧ ਤੇ ਆ ਕੇ ਰੋਕਿਆ। ਕਹਿੰਦੇ ਸਾਨੂੰ ਕੀ ਇਹਦਾ ਫਾਇਦਾ, ਅਸੀਂ ਕੀ ਕਰਨਾ। ਸਾਡਾ ਟੂਰਿਜ਼ਮ ਇੰਡਸਟਰੀ, ਸਾਡੀ ਜਿਹੜੀ ਕੋਸਟ ਲਾਈਨ ਹੈ ਉਹ ਇੰਨੀ ਸੋਹਣੀਆਂ, ਦੁਨੀਆ ਭਰ ਦੇ ਬੰਦੇ ਸਾਡੇ ਕੋਲ ਆਉਂਦੇ ਨੇ। ਤੁਹਾਡਾ ਕਰੂਡ ਆਇਲ, ਤੁਹਾਡਾ ਬਿਚੂਮਨ ਜਿਹੜਾ ਉਹ ਆ ਕੇ ਲੀਕ ਹੋ ਗਿਆ ਟੈਂਕਰ ਦੇ ਵਿੱਚੋਂ, ਅਸੀਂ ਤਾਂ ਪੱਟੇ ਗਏ ਨਾ, ਉਹ ਤਾਂ ਥੱਲੇ ਜਾ ਕੇ ਸਤ੍ਹਾ ਤੇ ਬਹਿ ਜਾਂਦਾ, ਉਹ ਤਾਂ ਚੱਕ ਕੇ ਨਹੀਂ ਹੋਣਾ ਕਦੇ। ਹੁਣ BC ਕੋਰਟ ਆਫ ਅਪੀਲ ਦੇ ਵਿੱਚ ਕੇਸ ਚੱਲ ਰਿਹਾ ਐਕਸਪੈਂਸ਼ਨ ਪ੍ਰੋਜੈਕਟ ਦੇ ਖਿਲਾਫ। ਰਿਫਾਈਨਰੀ ਜੌਨ ਹੌਰਗਨ ਸਰਕਾਰ ਕਹਿ ਰਹੀ ਹੈ ਕਿ ਰਿਫਾਈਨ ਨਹੀਂ ਕਰ ਰਹੇ ਤੇਲ, ਇਹ ਜ਼ਿਆਦਾ ਅਲਬਰਟਾ ਵਾਲੇ ਦੁਨੀਆ ਦੀ ਮਾਰਕੀਟ 'ਚ ਵੇਚਣਾ ਚਾਹੁੰਦੇ ਨੇ। ਤੇ $1.70 ਅੱਜ ਵੈਨਕੂਵਰ ਦੇ ਵਿੱਚ ਇਸ ਦੀ ਕੀਮਤ ਹੈ। ਤੇ ਪ੍ਰੀਮੀਅਰ ਜੌਨ ਹੌਰਗਨ ਕਹਿ ਰਹੇ ਨੇ ਕਿ ਅਲਬਰਟਾ ਰਿਫਾਈਨ ਨਹੀਂ ਕਰ ਰਿਹਾ ਤੇਲ, ਤੇ ਇਹਦੇ ਲਈ ਅਸੀਂ ਐਕਸਪੈਂਸ਼ਨ ਇਹ ਰੋਕਣੀ ਆ, ਸਾਨੂੰ ਇਹਦਾ ਕੀ ਫਾਇਦਾ। ਅਲਬਰਟਾ ਦੇ ਰਿਸੋਰਸਿਸ ਜਿਹੜੇ ਨੇ ਉਹਨੂੰ ਲੈਂਡ ਲੌਕ ਜੇ ਕਰਨਾ ਤਾਂ ਉਹਦੇ ਕਰਕੇ ਕਈ ਉਹਦੇ ਪਾਈਪਲਾਈਨ ਜਿਹੜੇ ਫੇਲਰ ਹੋਏ ਨੇ ਕੈਨੇਡਾ ਦੇ ਵੈਸਟ ਤੇ ਈਸਟ ਵਾਲੇ ਪਾਸੇ ਨੂੰ। ਇਕਨੋਮਿਕਲੀ ਇਸ ਦਾ ਇਸ਼ੂ ਹੈ। ਅਲਬਰਟਾ ਨੇ ਇਹ ਕਹਿ ਰਹੇ ਨੇ ਕਿ ਅਸੀਂ ਕੈਨੇਡਾ ਨੂੰ, ਇਸ ਦੇਸ਼ ਨੂੰ $600 ਬਿਲੀਅਨ ਦਿੱਤਾ 1961 ਤੋਂ, ਜਿਹੜਾ ਅਸੀਂ ਕਮਾਈ ਕਰਕੇ ਸਾਡੇ ਸੂਬੇ ਤੋਂ ਇਸ ਦੇਸ਼ ਨੂੰ ਮਿਲਿਆ। ਤੇ ਹੁਣ ਸਾਨੂੰ ਇਸ ਦੀ ਜ਼ਰੂਰਤ ਹੈ। ਬਿੱਲ 12 ਇੰਟਰੋਡਿਊਸ ਕਰਕੇ ਕੈਨੀਓ ਨੇ ਕਹਿ ਰਹੇ ਨੇ ਕੁਛ ਵੀ ਹੋ ਜਾਵੇ, ਮੈਂ ਇਸ ਨੂੰ ਅਲਬਰਟਾ ਦੇ ਹੱਕ 'ਚ, ਅਲਬਰਟਨ ਦੇ ਹੱਕ 'ਚ ਮੈਂ ਖੜਨਾ। ਪੋਲੀਟੀਸ਼ੀਅਨਸ ਗੈਸ ਪ੍ਰਾਈਸਿਸ ਦੀ ਰੌਲਾ ਪਾ ਰਹੇ ਨੇ, ਇੱਕ ਦੂਜੇ ਵੱਲ ਉਂਗਲਾਂ ਕਰ ਰਹੇ ਨੇ, ਪਰ ਪੋਲੀਟਿਕਸ ਦੇ ਵਿੱਚ ਬਹੁਤ ਵੱਡਾ ਇਹਦਾ ਆਧਾਰ ਹੈ। ਜੇ $1.70 ਅੱਜ ਘਟਾਉਣਾ ਹੋਵੇ, ਗੇਮ ਚੱਲ ਰਹੀ ਹੈ, ਇੱਕ ਦੂਜੇ ਵੱਲ ਨੂੰ ਉਂਗਲ ਕਰ ਰਹੇ ਨੇ। ਪਰ ਜੇ ਇਹ ਹਿਪੋਕ੍ਰੇਸੀਜ਼ ਬੰਦ ਕਰ ਦੇਣ ਤਾਂ ਇਹ ਠੀਕ ਹੋ ਸਕਦਾ। ਮੇਰੇ ਖਿਆਲ ਗੈਸ ਪ੍ਰਾਈਸ ਜਿਹੜੀ ਨਾਰਥ ਅਮਰੀਕਾ 'ਚ $1.70 ਨਹੀਂ ਹੋਣੀ, ਜਿਹੜੀ ਇੱਥੇ ਹੈ। ਉੱਪਰੋਂ ਹਲੇ ਜੇਸਨ ਕੈਨੀ ਕਹਿ ਰਿਹਾ ਕਿ ਮੈਂ ਤਾਂ ਬੰਦ ਕਰ ਦੂੰ, ਤੇ ਇਹਦੇ ਨਾਲ ਬੜੀ ਮੁਸ਼ਕਿਲ ਹੋਣੀ। ਫੈਡਰਲ ਤੇ ਪ੍ਰੋਵਿੰਸ਼ੀਅਲ ਟੈਕਸਸ, ਕਾਰਬਨ ਟੈਕਸ ਨੇ, ਟਰਾਂਸਲੇਟ ਟੈਕਸ, ਇਹ ਪੰਪ ਪ੍ਰਾਈਸ ਦਾ ਤੀਜਾ ਹਿੱਸਾ ਇਹ ਹੈ। ਤੇ ਜੇ ਸਪਲਾਈ ਘਟ ਗਈ ਤਾਂ ਇਹ ਹੋਰ ਪ੍ਰੋਬਲਮ ਵੱਧ ਜੂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ $1.70 ਅੱਜ ਰੇਟ ਹੈ। ਸਿਆਟਲ ਦੇ ਵਿੱਚ $1.20 ਆ, 50 ਸੈਂਟ ਦਾ ਫਰਕ ਹੈ। ਤੇ ਮਤਲਬ ਇਹ ਹੈ ਕਿ $35 ਤੋਂ $40 ਇੱਕ ਟੈਂਕ ਦੇ। ਤੇ ਜਿਨ੍ਹਾਂ ਕੋਲ 2 ਵਹੀਕਲ ਨੇ, ਜੇ ਕੋਈ ਲੋਅਰ ਮੇਨਲੈਂਡ ਤੋਂ ਬਾਹਰ ਰਹਿੰਦਾ ਤਾਂ ਉਹਨੂੰ ਉਹ $2,000 ਤੋਂ $2,500 ਜਿਹੜਾ ਇਹ ਸਾਲ ਦਾ ਬਚਾ ਸਕਦਾ। ਤੇ ਕਾਰਬਨ ਟੈਕਸ ਕੀ ਕਰਦਾ? ਕਾਰਬਨ ਟੈਕਸ ਇਹ ਕਰਦਾ ਵੀ ਅਨਅਫੋਰਡੇਬਿਲਟੀ ਫਿਊਲ ਦੀ ਹੋ ਰਹੀ ਹੈ, ਤੇ ਉਹਦੇ ਕਰਕੇ ਕੋਸ਼ਿਸ਼ ਇਹਦੇ ਵਿੱਚ ਇਹ ਹੈ ਕਿ ਲੋਕ ਤੇ ਘੱਟ ਕਾਰਾਂ ਦਾ ਵਰਤੋਂ ਕਰਨ। ਜੇ BC ਦਾ ਕਾਰਬਨ ਟੈਕਸ ਤੇ ਟਰਾਂਸਲੇਟ ਟੈਕਸ ਥੋੜਾ ਜਿਹਾ ਘਟਾ ਦਿੱਤਾ ਜਾਵੇ ਤਾਂ 15 ਸੈਂਟ ਲੀਟਰ ਦੇ ਬਚ ਸਕਦੇ। NDP ਨੇ ਕੈਂਪੇਨ BC ਦੇ ਕਾਰਬਨ ਟੈਕਸ ਲਈ 2008 'ਚ ਅਗੇਂਸਟ ਕੀਤੀ, ਏਕਸ ਦਾ ਟੈਕਸ। ਤੇ ਹੁਣ ਜਦ ਕੈਰਲ ਜੇਮਸ ਨੇ ਕਿਹਾ, ਤੇ ਹੁਣ NDP ਦੀ ਸਰਕਾਰ ਹੈ, ਇਹ ਇਸ ਤੇ ਕੰਮ ਕਰ ਸਕਦੀ ਹੈ। NDP ਤੇ ਗ੍ਰੀਨ ਗਵਰਨਮੈਂਟ ਜਿਹੜੀ ਹੈ ਉਹ ਅਲਬਰਟਾ ਦੀ ਇਸ ਪਾਈਪਲਾਈਨ ਨੂੰ ਰੋਕ ਰਹੀ ਹੈ। ਜੇ ਆਪਾਂ ਇਹਨੂੰ ਫੈਡਰਲੀ ਵੀ ਲੈ ਕੇ ਜਾਈਏ, ਜਸਟਿਨ ਟਰੂਡੋ ਜੇ ਹੈਲਪ ਕਰਨਾ ਚਾਹਵੇ ਮਿਡਲ ਕਲਾਸ ਦਾ, ਜਿਹੜਾ ਸਭ ਤੋਂ ਵੱਡਾ ਉਹਦਾ ਨਾਅਰਾ ਹੈ, ਉਹ GST ਇਹਦੇ ਤੇ ਕੈਂਸਲ ਕਰ ਦੇਵੇ। 9 ਸੈਂਟ ਇਹਦੇ 'ਚ ਵਰਤ ਜਿਹੜੇ ਉਹ ਬਚ ਸਕਦੇ। ਫੈਡਰਲ ਐਕਸਾਈਜ਼ ਟੈਕਸ 10 ਸੈਂਟ ਹੈ, ਤਾਂ ਇਹ ਆਲਮੋਸਟ ਟੋਟਲ 35-34 ਸੈਂਟ ਘੱਟ ਸਕਦੇ, ਤਾਂ $1.30-35 ਨੂੰ ਹੋ ਸਕਦਾ। ਹੁਣ ਇਹਦੇ ਵਿੱਚ ਟੋਟਲ ਕੀ ਹੈ? ਅੱਜ ਜਿਹੜੀ 1 ਲੀਟਰ ਗੈਸ ਦੀ ਕੀਮਤ ਦੇ ਵਿੱਚ ਕੀ ਹੈ? ਪ੍ਰੋਵਿੰਸ਼ੀਅਲ ਮੋਟਰ ਫਿਊਲ ਟੈਕਸ ਮੈਟਰੋ ਵੈਨਕੂਵਰ ਦੇ ਵਿੱਚ $0.25 ਸੈਂਟ, ਪ੍ਰੋਵਿੰਸ਼ੀਅਲ ਮੋਟਰ ਫਿਊਲ ਟੈਕਸ ਹੋਰ BC 'ਚ ਜਿਹੜਾ ਉਹ $0.8 ਸੈਂਟ ਹੈ। BC ਦਾ ਕਾਰਬਨ ਟੈਕਸ 8.89 ਸੈਂਟ ਹੈ। BC ਦਾ ਟਰਾਂਸਪੋਰਟੇਸ਼ਨ ਫਾਈਨੈਂਸ ਅਥਾਰਟੀ ਟੈਕਸ $0.7 ਸੈਂਟ ਹੈ। ਟਰਾਂਸਲਿੰਕ ਟੈਕਸ ਜਾਂ ਮੈਟਰੋ ਵੈਨਕੂਵਰ 'ਚ ਰਹਿੰਦੇ ਤਾਂ 17 ਸੈਂਟ ਹੈ, ਤੇ ਜਿਹੜਾ 18.5 ਸੈਂਟ 1 ਜੁਲਾਈ ਨੂੰ ਹੋ ਜਾਣਾ। ਟ੍ਰਾਂਜਿਟ ਟੈਕਸ
ਜੇ ਤੁਸੀਂ ਵਿਕਟੋਰੀਆ 'ਚ ਤਾਂ 5.5 ਸੈਂਟ ਆ। ਫੈਡਰਲ ਐਕਸਾਈਜ਼ ਟੈਕਸ 10 ਸੈਂਟ ਹੈ। ਸੋ ਇਹ ਅਬਾਊਟ 60 ਸੈਂਟ ਦੇ ਕਰੀਬ ਟੈਕਸ ਬਣਦੇ ਨੇ ਜੇ ਤੁਸੀਂ BC ਲੋਅਰ ਮੇਨਲੈਂਡ ਦੇ ਇਸ ਏਰੀਏ 'ਚ ਰਹਿੰਦੇ ਹੋ। ਹੋਰ ਇਹਦੇ 'ਚ ਮੈਂ ਐਡ ਕਰਦਾ ਇੱਕ ਕਾਲਰ ਲੈ ਲਵਾਂ ਨਾਲ। ਅਵਤਾਰ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਡਾਕਟਰ ਸਾਹਿਬ ਗਿੱਲ ਸਾਹਿਬ, ਇਹ ਮੇਰੇ ਖਿਆਲ ਮੋਰ ਔਰ ਲੈਸ ਮਨੀ ਗ੍ਰੈਬ ਆ ਗੌਰਮੈਂਟ ਦੇ ਆਪਣੇ ਟੈਕਸ ਜਾਂ ਆਪਣੀ ਜਿਹੜੀ ਇਹਨਾਂ ਦੀ ਹੈਗੀ ਆਪਣੇ ਉਹਦੇ ਵਿੱਚ ਸੈਂਟਰਲ ਟੈਕਸ ਵਿੱਚ ਪੈਸੇ ਲਿਆਉਣ ਲਈ। ਅਦਰਵਾਈਜ਼ ਹੁਣ ਆਪਾਂ ਜਿਹੜੀ ਨੈਚੁਰਲ ਗੈਸ ਘਰ ਦੇ ਵਿੱਚ ਯੂਜ਼ ਕਰਦੇ ਹਾਂ, ਟੈਕਨੀਕਲੀ ਆਪਾਂ ਉਹਨੂੰ ਲੀਸਟ ਜੇ ਕਾਰਬਨ ਫੁੱਟਪ੍ਰਿੰਟ ਆ ਐਨਵਾਇਰਨਮੈਂਟ ਦੀ ਤਾਂ ਉਹਦਾ ਆ। ਮੈਂ ਅੱਜ ਬਿੱਲ ਦੇਖਦਾ ਉਹਦੇ ਵਿੱਚ ਜਿਹੜੀ ਕਿਲੋ ਜੂਲ ਜਿਹਨੂੰ ਤੁਹਾਨੂੰ ਘਰ ਦੇ ਵਿੱਚ ਸਪਲਾਈ ਹੁੰਦੀ ਆ ਉਹਦੀ ਕਾਸਟ ਹੈਗੀ ਆ $1 ਤਾਂ 68 ਸੈਂਟ। ਉਹਦੇ ਉੱਤੇ ਜਿਹੜੇ ਸਰਕਾਰ ਦੇ ਟੈਕਸ ਆ ਕਾਰਬਨ ਟੈਕਸ ਆ ਉਹ $1 78 ਸੈਂਟ ਬਣਦੇ ਉਹਦੇ ਉੱਤੇ ਕਿਲੋ ਜੂਲ ਦੇ ਵਿੱਚ। ਜਿੰਨੀ ਆਪਾਂ ਯੂਜ਼ ਕਰਦੇ ਹਾਂ, ਜੇ ਤੁਸੀਂ ਕਹਿੰਦੇ ਆ ਵੀ ਇਹਦਾ ਲੀਸਟ ਫੁੱਟਪ੍ਰਿੰਟ ਆ ਨੈਚੁਰਲ ਗੈਸ ਆ, ਫਿਰ ਉਹਦੇ ਉੱਤੇ ਇੰਨਾ ਟੈਕਸ ਲਾਉਣ ਦਾ ਕੀ ਫਾਇਦਾ ਕਾਰਬਨ ਟੈਕਸ? ਉਹਦਾ ਸਮਾਂ ਕਿ ਉਹਨੂੰ ਕਾਰਬਨ ਟੈਕਸ ਫ੍ਰੀ ਕਰੋ ਤਾਂ ਕਿ ਲੋਕ ਉਹਨੂੰ ਜ਼ਿਆਦਾ ਯੂਜ਼ ਕਰਨ। ਇਹ ਕਾਰਬਨ ਟੈਕਸ ਦਾ ਕੋਈ ਇਹਦਾ ਰੌਲਾ ਨਹੀਂ, ਇਹ ਸਿਰਫ ਇਹਨਾਂ ਨੇ ਪੈਸੇ ਇਕੱਠੇ ਕਰਨ ਦਾ ਰੌਲਾ ਹੈ। ਇਹਦਾ ਕਿਸੇ ਦਾ ਐਨਵਾਇਰਨਮੈਂਟ ਦਾ ਕੋਈ ਲੀਸਟ ਕੰਸਰਨ ਹੈ ਮੇਰੇ ਖਿਆਲ, ਮੇਜਰ ਕੰਸਰਨ। ਅਦਰਵਾਈਜ਼ ਆਪਾਂ ਇਹਨੂੰ ਸਮਾਂ ਲੀਸਟ ਐਕਸਪੈਂਸਿਵ ਕਰੋ ਤਾਂ ਕਿ ਲੋਕ ਜ਼ਿਆਦਾ ਉੱਧਰ ਨੂੰ ਮੂਵ ਹੋਣ। ਵੀ ਨੈਚੁਰਲ ਗੈਸ ਆਪਾਂ ਉਹਨੂੰ ਕਹਿੰਦੇ ਇਹ ਕਹਿੰਦੇ ਮਤਲਬ ਉਹਦਾ ਐਨਵਾਇਰਨਮੈਂਟਲੀ ਲੀਸਟ ਫੁੱਟਪ੍ਰਿੰਟ ਹੈ ਉਹਦਾ ਐਨਵਾਇਰਨਮੈਂਟ ਦੇ ਉੱਤੇ। ਉਹਦੇ ਉੱਤੇ ਮੋਰ ਦੈਨ ਈਵਨ ਗੈਸ ਤੋਂ ਵੀ ਜ਼ਿਆਦਾ ਉਹਦੇ ਉੱਤੇ ਟੈਕਸ ਹੈ। ਥੈਂਕ ਯੂ ਜੀ। ਥੈਂਕ ਯੂ। ਹੁਣ ਜੇ ਤੁਸੀਂ ਲੋਅਰ ਮੇਨਲੈਂਡ ਤੋਂ ਬਾਹਰ ਹੋ ਤਾਂ ਹੀ ਵੈਨਕੂਵਰ ਆਪਣੇ ਐਬਸਪੋਰਟ 'ਚ ਸਸਤਾ ਦਾ ਟਰਾਂਸਲਿੰਕ ਟੈਕਸ 17 ਸੈਂਟ ਆ ਜਿਹੜਾ 18.5 ਸੈਂਟ ਹੋਣਾ। ਹੁਣ ਇਹ 60 ਸੈਂਟ ਦੇ ਕਰੀਬ ਟੈਕਸ ਨੇ। ਅੱਛਾ, ਹੁਣ ਕਾਰਨ ਹੋਰ ਕੀ ਹੈ ਕਿ ਸਪਲਾਈ ਬਹੁਤ ਘੱਟ ਹੈ। ਇੱਕ ਪ੍ਰਿੰਸ ਜਾਰਜ ਦੇ ਵਿੱਚ ਰਿਫਾਈਨਰੀ ਹੈ ਜਿਹੜੀ 12,000 ਦੇ ਕਰੀਬ ਬੈਰਲ ਇੱਕ ਦਿਹਾੜੀ ਦੀਆਂ ਦਿੰਦੀ ਹੈ। ਬਰਨਵੀ ਵਾਲੀ ਜਿਹੜੀ ਹੈ ਰਿਫਾਈਨਰੀ ਉਹ 55,000 ਬੈਰਲ ਇੱਕ ਦਿਹਾੜੀ ਦੀਆਂ ਦਿੰਦੀ ਹੈ। ਤੇ ਬਰਨਵੀ ਦੀ ਜਿਹੜੀ ਰਿਫਾਈਨਰੀ ਆ ਉਹ ਮੈਟਰੋ ਵੈਨਕੂਵਰ ਤੇ ਵੈਨਕੂਵਰ ਆਈਲੈਂਡ ਨੂੰ ਸਪਲਾਈ ਕਰਦੀ ਹੈ। ਤੇ ਪੈਟਰੋਲੀਅਮ ਜਿਹੜਾ ਅਲਬਰਟਾ ਤੋਂ ਟਰਾਂਸ ਮਾਊਂਟੇਨ ਪਾਈਪਲਾਈਨ ਲਈ ਜੇ ਆਉਂਦਾ ਹੋਰ ਆਉਂਦਾ, ਮਤਲਬ ਪਹਿਲਾਂ ਵੀ ਆਉਂਦਾ, ਜੇ ਹੋਰ ਆਉਂਦਾ ਤਾਂ ਇਹ ਸਪਲਾਈ ਜਿਹੜੀ ਆ ਵੱਧ ਜਾਏਗੀ ਤੇ ਕੀਮਤ ਘੱਟ ਸਕਦੀ ਹੈ। ਜਿਹੜੀ ਚੈਰੀ ਪੁਆਇੰਟ ਰਿਫਾਈਨਰੀ ਵਾਸ਼ਿੰਗਟਨ ਸਟੇਟ 'ਚ ਹੈ ਉਹ ਵੀ ਮੇਜਰ ਸੋਰਸ ਆ ਗੈਸ ਦਾ, ਉੱਥੋਂ ਆਉਂਦੀ ਹੈ। ਅੱਛਾ, ਹੁਣ ਸੈਲਰਸ ਮਾਰਕੀਟ ਆ, ਇਹ ਸਪਲਾਈ ਤੇ ਡਿਮਾਂਡ ਦੀ ਗੱਲ ਹੈ। ਤੇ ਜੇ ਕਦੇ ਵੀ ਰਿਫਾਈਨਰੀ ਬੰਦ ਹੁੰਦੀ ਹੈ ਜਾਂ ਆਪਣੀ ਪ੍ਰੋਡਕਸ਼ਨ ਘਟਾਉਂਦੀ ਹੈ ਜਾਂ ਮਕੈਨੀਕਲ ਪ੍ਰੋਬਲਮ ਦੀ ਗੱਲ ਹੁੰਦੀ ਹੈ, ਉਸੇ ਸਮੇਂ ਇਹਦੀ ਕੀਮਤ ਵੱਧ ਜਾਣੀ ਹੈ। ਤੇ ਇਸ ਦੇ ਲਈ ਹੁਣ ਹਾਈ ਫਿਊਲ ਸਟੈਂਡਰਡ ਨੇ ਸਾਡੇ BC ਦੇ ਵਿੱਚ। ਤੇ BC ਦਾ ਜਿਹੜਾ ਐਮਿਸ਼ਨ ਸਟੈਂਡਰਡ ਹੈ ਹਾਈਐਸਟ ਸਟੈਂਡਰਡ ਆ ਜਿਹੜਾ ਕਿਤੇ ਵੀ ਨਹੀਂ ਹੈ। ਤੇ ਜਿਹੜਾ ਗੈਸ ਤੇ ਡੀਜ਼ਲ BC 'ਚ ਸੈੱਲ ਹੁੰਦਾ ਇਹਦੇ ਵਿੱਚ ਰੀਨਿਊਏਬਲ ਮਟੀਰੀਅਲ ਜਿਹੜਾ ਹੋਣਾ ਚਾਹੀਦਾ, ਜਿਹੜਾ ਪ੍ਰੋਵਿੰਸ ਦੇ ਕਾਰਬਨ ਟਾਰਗੇਟ ਨੂੰ ਜਿਹੜਾ ਮੈਚ ਕਰਦਾ ਹੋਵੇ। ਪਰ ਇਹ ਹੁਣ ਸਾਰਾ ਕੁਝ ਹੁੰਦਾ ਹੋਏ ਜਦ ਬੇਸਿਕ ਕੀਮਤ ਦੇ ਵਿੱਚ 60 ਸੈਂਟ ਦੇ ਕਰੀਬ ਤੁਸੀਂ ਇਸ ਨੂੰ ਪਾ ਰਹੇ ਹੋ ਤਾਂ ਫਿਰ ਹੁਣ ਕਿਤੋਂ ਤਾਂ ਕੋਈ ਬੰਦਿਸ਼ ਕਰੇ, ਕੋਈ ਕਾਰਬਨ ਟੈਕਸ ਘਟਾ ਦਿਓ, ਐਕਸਾਈਜ਼ ਟੈਕਸ ਘਟਾ ਦਿਓ, GST। ਹੁਣ ਜਿਹੜੀਆਂ ਡਾਕਟਰ ਸਾਹਿਬ ਕਹੇ ਜੰਡੀ ਹੋਣੀ ਕਹਿ ਕੇ ਗਏ ਨੇ ਘਰ ਵਾਲੀ ਗੈਸ ਦੀ, ਉਹਦਾ ਕਦੇ ਬਿੱਲ ਵੇਖਿਓ ਕਿਲੋ ਜੂਲ ਇਹ ਜੀ ਸਪਲਾਈ ਇੰਨੇ ਦੀ, ਇਹ ਪਾਈਪਾਂ ਥਈ ਤੁਹਾਡੇ ਤੱਕ ਪਹੁੰਚੀ ਇੰਨੇ ਦੀ, ਸਾਰਿਆਂ ਟੈਕਸਾਂ ਤੇ ਫਿਰ ਟੈਕਸ ਆ ਉੱਪਰ। ਕਿਉਂਕਿ ਪੜ੍ਹਦੇ ਨਹੀਂ, ਪੇਪਰ ਆਇਆ, ਫਾਈਨ ਲਾਈਨ ਹੋਈ, 2 ਤਰੀਕ ਨੂੰ ਡਿਊ ਆ, 2 ਤਰੀਕ ਨੂੰ ਪੇ ਕਰਕੇ ਪਰਾਂ ਹੋਏ, ਕਰਨਾ ਕੀ ਹੈ। ਸੋ ਇਹ ਟੈਕਸਿਸ ਨੇ। ਹੁਣ ਅੱਜ ਸਿਆਟਲ ਦੇ ਵਿੱਚ ਕੀਮਤ $3.37 ਆ ਗੈਲਨ ਦੀ। 30% ਪਾ ਲਓ ਉੱਪਰ, $4.25, $4.40, $4.45 ਦਾ $4.25 ਲੀਟਰ ਹੈ। ਤਾਂ ਤੁਸੀਂ ਹਲੇ ਵੀ $1.20-25 ਤੇ ਬੈਠੇ ਹੋ। ਹੁਣ ਬਾਰਡਰ ਟੱਪ ਕੇ ਗੈਸ ਭਰਾ ਕੇ ਜਾਂਦੇ ਹੋ ਤੁਸੀਂ, ਜਿਹੜੇ ਸੁਪੀਰੀਅਰ ਪੈਂਦੇ ਨੇ ਉਹ ਤਾਂ ਗੱਲ ਹੀ ਛੱਡ ਦਿਓ। ਦੂਜੀ ਵੀ ਗੈਸ ਫਰਨਡੇਲ ਦੇ ਵਿੱਚ ਬਲੇਨ ਦੇ ਉੱਪਰ ਲੋਕ ਅਗਲਾ ਕਹਿੰਦਾ ਘੰਟਾ ਰੁਕ ਲਓ, 2 ਜੈਰੀਕਨਾਂ ਵਿੱਚ ਰੱਖੋ, ਅਸੀਂ $50-60 ਬਚਾਏ ਉਹਨੇ, $10 ਸਾਡੀ ਮਹੀਨੇ ਦੀ ਘੰਟੇ ਦੀ ਤਨਖਾਹ ਸਾਡੀ। ਜਿਹਨਾਂ ਕੋਲ ਨੈਕਸਸ ਆ ਉਹਦਾ ਜਾਂਦੇ ਹੀ ਮੁੜੇ ਆਉਂਦੇ ਨੇ 5-4 ਗੈਲਨਾਂ ਦੁੱਧ ਦੀਆਂ,
ਘੁੱਟ ਲਾਉਣ ਵਾਲੇ ਆਪਣੀਆਂ 6 ਵਿੱਚ ਰੱਖ ਲਿਆਉਂਦੇ ਨੇ 20 ਤੇ ਗੱਡੀ ਭਰ ਕੇ। ਜਿਹੜੀ ਸੁਪੀਰੀਅਰ ਗੈਸ ਹੈ, ਸੁਪੀਰੀਅਰ ਗੈਸ ਅੱਜ $2 ਦੀ ਹੈ ਇੱਥੇ, ਉੱਥੇ $1.5 ਦੀ 70 ਲੀਟਰ ਪਾਏ ਕਿਸੇ ਦੇ। ਜਿਹੜੇ ਮਿਨੀਮਮ ਵੱਡੇ ਟਰੱਕਾਂ ਦੇ ਵਿੱਚ ਜਾਂ ਮਹਿੰਗੀਆਂ ਗੱਡੀਆਂ ਸੁਪੀਰੀਅਰ ਗੈਸ ਪੈਂਦੀਆਂ $40 ਇੱਕ ਟੈਂਕ ਦੇ ਬਚਦੇ ਆ, ਤੇ 4 ਟੈਂਕ ਭਰੇ 4 ਹਫ਼ਤਿਆਂ ਦੇ $150। ਤੇ ਇੱਕ ਜੇ ਰੈਗੂਲਰ ਗੈਸ ਵਾਲੀ ਵੀ ਗੱਡੀ ਹੋਵੇ ਉਹਦੇ 30 ਸੈਂਟ 35-30 ਸੈਂਟ ਬਚਦੇ ਆ, ਤੇ ਘੱਟੋ ਘੱਟ $70-80 ਉਹਦੇ, ਤਾਂ $250-250 ਹੋ ਗਿਆ। ਪਲੱਸ ਦੁੱਧ ਜਿਹੜਾ, ਚਲ ਦੁੱਧ ਨੂੰ ਮੈਂ ਛੱਡ ਦਿੰਦਾ, ਦੁੱਧ ਮੈਂ ਗੱਲ ਨਹੀਂ ਕਰਨੀ ਚਾਹੁੰਦਾ। ਦੁੱਧ ਦਾ $3 ਤੇ $4.5 ਦਾ, ਚਲੋ 50 ਸੈਂਟ ਦਾ ਫਰਕ ਆ। ਦੁੱਧ ਦਾ ਮੈਂ ਬਾਹਲਾ ਨਹੀਂ, ਪਰ ਗੈਸ ਦਾ 250 ਮਲਟੀਪਲਾਈ ਬਾਈ 12 $3000 ਆ ਮਹੀਨੇ ਦਾ, ਸਾਲ ਦਾ। ਕਿਵੇਂ ਸਰਵਾਈਵ ਕਰੂਗਾ ਬੰਦਾ? ਅਵਤਾਰ ਸਿੰਘ ਜੀ ਕੀ ਕਹਿਣਾ ਚਾਹੁੰਦੇ? ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਮਿਸਟਰ ਗਿੱਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਸਰ ਨਾ, ਇੱਕ ਪੰਜਾਬੀ ਦੀ ਕਹਾਵਤ ਹੈ ਵੀ ਜਿਸ ਕੀ ਲਾਠੀ ਉਸ ਪੰਜਾਬੀ ਦੀ ਲਾਠੀ ਉਹਦੀ ਭੈਂਸ। ਵੀ ਮਤਲਬ ਇਹਦਾ ਕਹਿਣਾ ਹੈ ਕਿ ਜਿਹੜੀਆਂ ਨਾ ਇੱਕ ਦੇਖੋ ਇਹਨੂੰ 3 ਤਰੀਕੇ ਨੇ। ਇੱਕ ਤਾਂ ਪੋਲੀਟਿਕਸ ਬਹੁਤ ਇਹਦੇ ਵਿੱਚ ਡਰਟੀ ਪੋਲੀਟਿਕਸ ਇਨਵੋਲਵ। ਇੱਕ ਮੋਨੋਪੋਲੀਜ਼ ਹੈ ਕੰਪਨੀ ਦੀ। ਬੜੇ ਇੰਟਰਸਟਿੰਗ ਆ ਕਿ ਦਿਨੇ ਪ੍ਰਾਈਸਿਸ ਹੋਰ ਹੁੰਦੀਆਂ ਆ ਗੈਸ ਦੀਆਂ, ਰਾਤ ਨੂੰ ਹੁੰਦੀਆਂ, ਕਿਉਂਕਿ ਸਾਡੀ ਰੈਗੂਲੇਸ਼ਨ ਹੈ ਨਹੀਂ BC ਦੇ ਵਿੱਚ ਕੋਈ ਪ੍ਰਾਈਸ ਕੰਟਰੋਲ ਦੇ ਲਈ। ਪ੍ਰਾਈਸ ਕੰਟਰੋਲ ਦੇ ਵਿੱਚ BC ਦੇ ਵਿੱਚ ਕੋਈ ਰੈਗੂਲੇਸ਼ਨ ਨਹੀਂ ਹੈਗੀਆਂ। ਜਿਹੜੀਆਂ ਕੰਪਨੀਜ਼ ਆ ਉਹੀ ਪ੍ਰਾਈਸ ਸੈੱਟ ਕਰਦੀਆਂ। ਅਸੀਂ ਸਿਰਫ ਟੈਕਸਿਸ ਇਨਕਲੂਡ ਕਰ ਦਿੰਦੇ ਹਾਂ। ਹੁਣ ਜਿਹੜੇ 52 ਤੋਂ 60 ਸੈਂਟ ਤੱਕ ਜਿਹੜੇ ਟੈਕਸਸ ਹੀ ਅਸੀਂ ਪੇ ਕਰੀ ਜਾਂਦੇ ਹਾਂ, ਉਹਦੇ ਵਿੱਚ ਟੈਂਪਰੇਰੀ ਰਿਲੀਫ ਤਾਂ ਗਵਰਨਮੈਂਟ ਪ੍ਰੋਵਾਈਡ ਕਰ ਸਕਦੀ ਆ, ਬਟ ਉਹਦਾ ਇੱਕ ਹੋਰ ਆਊਟਕਮ ਇਹ ਨਿਕਲਣਾ ਆ ਕਿ ਕੰਪਨੀਜ਼ ਨੂੰ ਤਾਂ ਨਹੀਂ ਉਹਦਾ ਕੋਈ ਫਰਕ ਪੈਣਾ। ਡਿਮਾਂਡ ਸਪਲਾਈ ਦਾ ਕਿ ਨਹੀਂ ਲੱਗਣਾ, ਉਹਦੇ ਨਾਲ ਸਰਕਾਰ ਦੀ ਆਮਦਨ ਘਟੂਗੀ, ਤੇ ਡੈਫੀਨੇਟਲੀ ਜੇ ਆਮਦਨ ਘਟੂਗੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਸਰਵਿਸ ਦੇ ਵਿੱਚ ਕੰਪਰੋਮਾਈਜ਼। ਟੈਂਪਰੇਰੀ ਰਿਲੀਫ ਦੇ ਤੌਰ ਤੇ ਦੇ ਸਕਦੇ ਆ, ਬਟ ਇੱਕ ਇਹ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਇਸ ਰਿਲੀਫ ਦਿੱਤੇ ਨੂੰ ਕੰਪਨੀਆਂ ਆਪਣੇ ਪਰਸਨਲ ਬੈਨੀਫਿਟ ਲਈ ਵੀ ਯੂਜ਼ ਕਰ ਸਕਦੀਆਂ। ਉਹਨਾਂ ਨੂੰ ਪਤਾ ਲੱਗ ਜਾਣਾ ਵੀ ਹਾਂ ਵੀ ਗਵਰਨਮੈਂਟ ਆਪਣੇ ਵੱਲੋਂ ਟੈਕਸਿਸ ਘੱਟ ਕਰੇ, ਅਸੀਂ ਤਾਂ ਆਪਣੇ ਜਿੰਨੇ ਦੀ ਵੇਚਣੀ ਆ ਉਹਨੇ ਦੀ ਵੇਚਣੀ ਆ, ਕਿਉਂਕਿ ਸਾਡੇ ਕੋਲ ਰੈਗੂਲੇਸ਼ਨ ਹੈ ਨਹੀਂ। ਦੂਜੀ ਗੱਲ ਸਰ ਇੱਕ ਹੋਰ ਬੜੀ ਇੰਟਰਸਟਿੰਗ ਆ ਕਿ ਜਿੰਨੀਆਂ ਅਸੀਂ ਪਾਈਪਲਾਈਨਸ ਤੇ ਜ਼ੋਰ ਦੇ ਰਹੇ ਨਾ, ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਫੈਕਟਰ ਆ, ਉਹ ਹੈਗਾ ਕਾਰ ਕੰਪਨੀਜ਼ ਦਾ। ਅਸੀਂ ਸ਼ਾਇਦ ਲੋਕੀ ਇਸ ਚੀਜ਼ ਨੂੰ ਨਹੀਂ ਜਾਣਦੇ ਕਿ 2016 ਦੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਕਿ ਵਰਲਡ ਵਾਈਡ ਤਕਰੀਬਨ 2 ਬਿਲੀਅਨ ਕਾਰਸ ਨੇ, ਤੇ ਉਹਨਾਂ ਦੀ ਜਿਸ ਹਿਸਾਬ ਨਾਲ ਕੰਪਨੀ ਦੀ ਸਟ੍ਰੈਟਜੀ ਮਾਰਕੀਟਿੰਗ ਸਟ੍ਰੈਟਜੀ ਆ, ਉਹ ਚਾਹੁੰਦੇ ਆ ਵੀ 2022-24 ਤੱਕ ਅਸੀਂ 4 ਬਿਲੀਅਨ ਦੀ ਪ੍ਰੋਜੈਕਸ਼ਨ ਕਰਨੀ ਹੈ। ਡੈਫੀਨੇਟਲੀ ਡਿਮਾਂਡ ਤਾਂ ਵਧਣੀ ਆ। ਹੁਣ ਜਿਹੜੀਆਂ ਤਾਂ ਦੇਖੋ ਮੈਂ ਕਿਸੇ ਪਰਟੀਕੁਲਰ ਪਾਰਟੀ ਸੇ ਨਹੀਂ ਜਾਂ ਮੈਂ ਡਿਫੈਂਡ ਨਹੀਂ ਕਰਦਾ। ਹੁਣ ਮੇਰੇ ਹਿਸਾਬ ਨਾਲ ਜੇ ਪੋਲੀਟੀਕਲ ਪਾਰਟੀ ਦੀ ਨੀਤ ਵਧੀਆ ਹੋਵੇ, ਇਹਨਾਂ ਨੂੰ ਅਲਟਰਨੇਟਿਵ ਮੋਡ ਆਫ ਟਰਾਂਸਪੋਰਟ ਲਿਆਉਣ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ। ਬਿਕੋਜ਼ ਜਿਸ ਤਰ੍ਹਾਂ ਡਿਮਾਂਡ ਵਧਣੀ ਆ, ਕੰਪੀਟੀਸ਼ਨ ਹੋਣਾ ਆ, ਉਸ ਤਰ੍ਹਾਂ ਤਰੀਕੇ ਨਾਲ ਕੰਪਨੀਜ਼ ਦੀ ਮੋਨੋਪੋਲੀ ਉਹਨਾਂ ਨੇ ਪੈਸੇ ਵਧਾਉਣ। ਹੁਣ ਸਾਡੇ ਪ੍ਰੋਬਲਮ ਇਹ ਆ ਕਿ ਇੱਥੇ ਅਲਟਰਨੇਟਿਵ ਟਰਾਂਸਪੋਰਟ ਸਿਸਟਮ ਹੈ ਨਹੀਂ ਸਰ। ਤੁਸੀਂ ਰਿਚਮੰਡ ਨੂੰ ਜਾਣਾ ਸਰੀ ਤੋਂ, ਪੈਥੈਟਿਕ ਟਰਾਂਸਪੋਰਟ, ਸਾਡੇ ਕੋਲ ਆਪਸ਼ਨ ਹੀ ਨਹੀਂ ਹੈਗਾ। ਦੂਸਰੀ ਆ ਕਾਰ ਪੂਲਿੰਗ। ਮੈਂ ਕਹਿੰਦਾ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਚੇਂਜ ਲਿਆਉਣ, ਬੰਦੇ ਕਾਰ ਪੂਲਿੰਗ ਵਾਲਿਆਂ ਨੂੰ ਬੈਨੀਫਿਟ ਦੇਣ। ਇੰਸ਼ੋਰੈਂਸ ਪਾਲਿਸੀ ਦੇ ਵਿੱਚ ਕਹਿਣ ਵੀ ਜਿਹੜੇ ਬੰਦੇ ਕਾਰ ਪੂਲਿੰਗ ਕਰਨਗੇ ਅਸੀਂ ਉਹਨਾਂ ਨੂੰ 10% ਐਕਸਟਰਾ ਦੇਵਾਂਗੇ, ਕਿਉਂਕਿ ਜਦੋਂ ਅਸੀਂ ਟ੍ਰੈਫਿਕ ਦੀ ਗੱਲ ਕਰਦੇ ਹਾਂ, ਨੰਬਰ ਆਫ ਕਾਰਸ ਨਹੀਂ ਹੁੰਦਾ ਰੋਡ ਕਰ ਰਹੇ ਹਾਂ, ਹਰ ਬੰਦਾ ਕੱਲਾ ਬੰਦਾ ਇੱਕ ਕਾਰ ਲੈ ਕੇ ਜਾ ਰਿਹਾ। ਕਿਉਂ ਨਹੀਂ ਅਸੀਂ ਇਦਾਂ ਦੀਆਂ ਪਾਲਿਸੀਜ਼ ਲੈ ਕੇ ਜਾਂਦੇ ਜਿਨ੍ਹਾਂ ਦੇ ਨਾਲ ਅਸੀਂ ਇਸ ਦੇਖੋ 2 ਤਰੀਕੇ, ਇੱਕ ਤਾਂ ਸਪਲਾਈ ਵਧਾ ਦਿਓ ਤੁਹਾਡੀ ਡਿਮਾਂਡ ਮੀਟ ਕਰਨ ਲਈ, ਇੱਕ ਅਲਟਰਨੇਟਿਵ ਇਹ ਆ ਕਿ ਜਿੱਥੋਂ ਅਸੀਂ ਜੈਨੂਅਨ ਡਿਮਾਂਡ ਘਟਾ ਸਕਦੇ ਹਾਂ। ਜੇ ਡਿਮਾਂਡ ਅਸੀਂ ਉਸ ਤਰੀਕੇ ਤੋਂ ਘਟਾ ਸਕਦੇ ਹਾਂ, ਅਨਨੈਸੈਸਰੀ ਜਿਹੜੀ ਕੰਜ਼ੰਪਸ਼ਨ ਆਫ ਫਿਊਲ ਆ ਜੇ ਅਸੀਂ ਉੱਥੋਂ ਵੀ ਘਟਾ ਸਕਦੇ ਹਾਂ, ਉਸ ਤਰੀਕੇ ਨਾਲ ਵੀ ਅਸੀਂ ਪ੍ਰਾਈਸਿਸ ਨੂੰ ਕੰਟਰੋਲ ਕਰ ਸਕਦੇ ਹਾਂ। ਤੀਜੀ ਜਿਹੜੀ ਸਭ ਤੋਂ ਬਹੁਤ ਇੰਪੋਰਟੈਂਟ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਪਾਈਪਲਾਈਨ ਦੇ ਵਿੱਚ ਉਹ ਫੈਡਰਲ ਗਵਰਨਮੈਂਟ ਨੇ ਖਰੀਦ ਲਈ ਆ। ਇਹ ਕੋਈ ਨਹੀਂ, ਜੇ ਖਰੀਦ ਲਈ ਆ ਦੈਟ ਮੀਨਸ ਦੇ ਆਰ ਪੁਟਿੰਗ ਆਲ देयर ਐਫਰਟ ਟੂ ਬਿਲਡ ਇਟ। ਉਹਨਾਂ ਨੇ ਪੋਲਿਟਿਕਸ ਵੀ ਕਰਨੀ ਆ, ਉਹਨਾਂ ਨੇ ਐਲਬਰਟਾ ਦੇ ਨਾਲ ਬਿਹਾਈਂਡ ਦਾ ਡੋਰ ਵੀ ਸਾਰੀਆਂ ਗੱਲਾਂ ਕਰਨੀਆਂ, ਅਮਰੀਕਾ ਦੀਆਂ ਕੰਪਨੀਆਂ ਦੇ ਨਾਲ ਵੀ ਗੱਲਾਂ ਹੋਣੀਆਂ ਵੀ ਤੁਸੀਂ ਕਿਸ ਤਰ੍ਹਾਂ ਅਸੀਂ BC ਦੇ ਪ੍ਰੈਸ਼ਰ ਬਿਲਡਅਪ ਕਰ ਸਕਦੇ ਹਾਂ। ਸਰ 309 ਟੋਟਲ ਜਿਹੜੀਆਂ ਨਾ ਪਾਈਪਲਾਈਨਸ ਜਿਹੜੀਆਂ ਬਣਨੀਆਂ ਵਰਲਡ ਦੇ ਵਿੱਚ, ਜਿਹੜੀਆਂ ਪ੍ਰੋਜੈਕਟ ਆ ਜਿਹੜੀਆਂ ਇਨ ਦਾ ਡਿਊ ਪ੍ਰੋਸੈਸ ਆ, ਉਹਦੇ ਵਿੱਚੋਂ 51% ਸਿਰਫ ਤੇ ਸਿਰਫ ਨਾਰਥ ਅਮਰੀਕਾ ਦੇ ਵਿੱਚ ਹੀ ਆ, ਇਨਕਲੂਡਿੰਗ ਕੈਨੇਡਾ ਤੇ ਅਮਰੀਕਾ। ਹਾਈਐਸਟ ਲੈਵਲ ਕਾਰਬਨ ਐਮਿਸ਼ਨ ਹੋ ਚੁੱਕਿਆ 23% ਸਿੰਸ 2006 ਤੋਂ ਲੈ ਕੇ ਹੁਣ ਤੱਕ 23%। ਗਲੋਬਲ ਕਲਾਈਮੇਟ ਇੱਕ ਵੈਦਰ ਨਹੀਂ ਚੇਂਜ ਹੋ ਰਿਹਾ, ਕਲਾਈਮੇਟ ਚੇਂਜ ਹੁੰਦਾ, ਗਲੋਬਲੀ ਚੇਂਜ ਹੁੰਦਾ। ਸੋ ਇੱਕ ਤਾਂ ਪਾਸੇ ਸਾਨੂੰ ਲੋਕਾਂ ਨੂੰ ਸਮਝਦਾਰ ਬਣਾਉਣਾ ਚਾਹੀਦਾ, ਗਵਰਨਮੈਂਟ ਨੂੰ ਵੀ ਟੇਕ ਦੀ ਰਿਸਪੌਂਸਿਬਿਲਿਟੀ ਕਿ ਸਾਨੂੰ ਅਲਟਰਨੇਟਿਵ ਟਰਾਂਸਪੋਰਟ ਪ੍ਰੋਵਾਈਡ ਕਰੋ, ਤਾਂ ਜੋ ਅਸੀਂ ਆਪਣੀਆਂ ਕਾਰਾਂ ਤੋਂ ਬਾਹਰ ਨਿਕਲੀਏ। ਇੱਕ ਗੱਡੀ 'ਚ ਇੱਕ ਬੰਦਾ ਜਾਣ ਦੀ 4 ਬੰਦੇ ਜਾ ਸਕਦੇ, ਟ੍ਰੈਫਿਕ ਦੀ ਪ੍ਰੋਬਲਮ ਘੱਟ ਹੋ ਸਕਦੀ ਹੈ, ਬਹੁਤ ਤਰੀਕੇ ਨਾਲ ਕੰਮ ਹੋ ਸਕਦੇ ਆ। ਬਟ ਕਿਉਂਕਿ ਮੋਨੋਪੋਲੀ ਆ, ਉਹਨਾਂ ਕੋਲ ਪੈਸਾ ਹੀ ਬਹੁਤ ਆ, ਕੰਪਨੀਆਂ ਦੀ ਅਮਰੀਕਾ ਦਾ ਦਬਦਬਾ ਚੱਲਦਾ ਆ, ਸਰਕਾਰਾਂ ਕੋਲ ਇੱਥੇ ਪਾਵਰ ਹੈ ਨਹੀਂ, ਪ੍ਰੋਵਿੰਸ਼ੀਅਲ ਪਾਵਰ ਆਪਸ ਵਿੱਚ ਲੜੀ ਜਾਂਦੀਆਂ। ਇਫੈਕਟ ਕੌਣ ਹੋ ਰਿਹਾ? ਕੰਜ਼ਿਊਮਰ। ਬਹੁਤ ਸਾਰੀ ਡਰਟੀ ਪੋਲਿਟਿਕਸ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦੀ, ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ ਦੁਨੀਆ, ਰੱਬ ਹੀ ਰੱਖਾ। ਥੈਂਕ ਯੂ ਸਰ, ਥੈਂਕ ਯੂ। ਧੰਨਵਾਦ। ਤੁਹਾਡੇ ਕੋਲ ਬੜੇ ਅੰਕੜੇ ਹੁੰਦੇ ਨੇ ਜੀ ਅਵਤਾਰ ਸਿੰਘ ਜੀ, ਪਲੀਜ਼ ਫੋਨ ਕਰਿਆ ਕਰੋ। ਥੈਂਕ ਯੂ।
ਇਸ ਤਰ੍ਹਾਂ ਹੀ ਚਾਹੀਦਾ, ਪਕੜ ਪੂਰੀ ਹੋਵੇ ਫੇਰ ਗੱਲ। ਹੁਣ ਉਹਨਾਂ ਨੇ ਬੜਾ ਕੁਛ ਕੱਢ ਕੇ ਦਿੱਤਾ ਹੈ। ਅੱਛਾ, ਹੁਣ ਰਹਿ ਗਈ EV ਇਲੈਕਟ੍ਰਿਕ ਵਹੀਕਲ। ਹੁਣ ਜਿਹੜੇ ਲਗਜ਼ਰੀ ਵਹੀਕਲ ਨੇ ਇਲੈਕਟ੍ਰਿਕ ਟੈਸਲਾ ਵਗੈਰਾ, ਉਹ 50,000 ਤੋਂ ਉੱਪਰ ਜਾਂਦੇ ਨੇ, $1 ਸਵਾ ਲੱਖ ਦਾ ਉਹਨਾਂ ਦਾ SUV ਹੈ। ਉਹ ਅਫੋਰਡੇਬਲ ਨਹੀਂ ਹੈ, ਡਿਪੈਂਡ ਕਰਦਾ ਤੁਸੀਂ ਗੱਡੀ ਚਲਾਉਣੇ ਕਿਵੇਂ ਹੋ। ਵੈਸੇ ਹੋਰ ਵੀ ਆ ਰਹੇ ਨੇ, ਅਗਲੇ ਸਾਲ ਮਾਰਕੀਟ 'ਚ ਇਲੈਕਟ੍ਰਿਕ ਵਹੀਕਲ ਬਹੁਤ ਆ ਜਾਣੇ। ਫਿਰ ਇਹੀ ਹੋਊਗਾ ਅਗਲਾ ਮੁੜ ਕੇ ਵੀ ਬਸ ਇੱਕ ਵਾਰ ਦੰਦ 'ਚ ਜੀਭ ਦੰਦਾਂ ਥੱਲੇ ਲੈ ਕੇ ਲੈ ਲਓ ਔਖੇ ਸੌਖੇ, ਤੇ ਮੁੜ ਕੇ ਜੇ ਤੁਸੀਂ ਐਡ ਅਪ ਕਰਦੇ ਹੋ ਮੇਨਟੇਨੈਂਸ, ਆਇਲ ਚੇਂਜ ਤੇ ਗੈਸ ਦੀ ਕੀਮਤ, ਜੇ ਤੁਸੀਂ ਮਹਿੰਗੀ ਕਾਰ ਆ ਤੁਹਾਡੇ ਕੋਲ ਤਾਂ 500-400 $200-300 ਤੋਂ ਉੱਪਰ ਪਲੱਸ ਮੇਨਟੇਨੈਂਸ $500-600 $600-700 ਤੁਸੀਂ ਆਪਣੇ ਚੇਂਜ ਆਪਣੇ ਸੇਵ ਕਰ ਰਹੇ ਹੋ ਇਲੈਕਟ੍ਰਿਕ ਵਹੀਕਲ ਤੇ। ਜੇ ਤੁਸੀਂ $1,00,000 ਦੀ ਰੇਂਜ ਦੀ ਕੋਈ ਗੱਡੀ ਲੈਣੀ ਹੈ, ਉਹਦਾ ਆਇਲ ਚੇਂਜ $500 ਦਾ ਹੁੰਦਾ 2 ਮਹੀਨੇ ਬਾਅਦ। ਤੇ ਸੁਪੀਰੀਅਰ ਗੈਸ ਜੇ ਘੱਟੋ ਘੱਟ ਮਤਲਬ 4 ਟੈਂਕ ਤੁਸੀਂ ਲਾਉਨੇ ਹੋ ਤੇ ਮੰਨ ਲਓ 250 ਲੀਟਰ ਲਾਉਨੇ ਹੋ ਤਾਂ $500 ਦਾ ਗੈਸ ਆ $2 ਨੂੰ। ਕਿਹੜਾ ਜਿਹਦੇ ਕੋਲ ਇੰਨੇ ਪੈਸੇ ਨੇ ਉਹ ਬਾਰਡਰ ਨੂੰ ਥੋੜਾ ਟੱਪਦਾ। ਸੋ $700-800 ਇੱਕ ਮਹੀਨੇ 'ਚ ਤੁਸੀਂ ਵਰਤਦੇ ਹੋ। ਅਗਲਾ ਕਹਿੰਦਾ ਜੇ $1,200-1,500 ਮਹੀਨੇ ਤੇ ਹੀ ਕਿਸ਼ਤ ਤੇ ਲੈ ਲਿਆ, ਸਾਨੂੰ ਤਾਂ ਗੱਡੀ ਪੈ ਰਹੀ ਆ $500 'ਚ, ਜਿਹੜੀ ਕਿ ਵਧੀਆ ਰੇਂਜ ਦੀਆਂ ਗੱਡੀਆਂ ਨੇ। ਨਾ ਕੋਈ ਉਹ 'ਚ ਮੀਟ ਆਪਣੇ ਇੰਜਨ ਆ, ਨਾ ਕੋਈ ਆਇਲ ਚੇਂਜ ਹੋਣਾ, ਨਾ ਕੋਈ ਸਪਾਰਕ ਪਲੱਗ ਆ, ਨਾ ਕੋਈ ਗਰਮ ਨਾ ਕੋਈ ਠੰਡਾ। ਮੋਟਰਾਂ ਚਾਰੇ ਵੀਲਸ ਨੂੰ ਲਾਈਆਂ ਹੋਈਆਂ। ਜਿਹੜਾ ਟੈਸਲਾ ਦੇ ਟਰੱਕ ਨੇ, SUV ਨੇ, ਉਹ ਇੰਨੀ ਜ਼ਿਆਦਾ ਉਹਨਾਂ ਦੇ ਵਿੱਚ ਪਾਵਰ ਹੈ, ਮੈਂ ਤਾਂ ਹੈਰਾਨ ਹੋ ਗਿਆ। ਮਤਲਬ ਉਹ 'ਚ ਇੱਕ ਵਾਰ ਬੈਠ ਕੇ ਵੇਖਿਆ ਹੁਣ ਜਦ ਜਾ ਕੇ ਆਇਆ ਸੋਇਸ ਹਿੱਲੀ ਏਰੀਏ ਦੇ ਵਿੱਚ, ਉਹਦੇ 'ਚ ਇੰਨੀ ਪਾਵਰ ਹੈ ਟਰੱਕ 'ਚ। ਯੈਸ, ਉਹਨੂੰ ਚਾਰਜ ਕਰਨਾ ਪੈਣਾ 400 ਕਿਲੋਮੀਟਰ ਲਈ, ਉਹ ਚਲੇ ਜਾਂਦਾ। ਹੁਣ ਕੀ ਕਰਨਾ, ਉਹਨਾਂ ਕੋਲ ਸਿਸਟਮ ਹੈ ਸਾਰਾ ਲੱਗਿਆ ਹੋਇਆ। ਨਵੇਂ ਪ੍ਰੋਡਕਟ ਆਉਣੇ ਨੇ, ਟੈਸਲਾ ਕੋਲ ਆਲਰੇਡੀ ਬੈਟਰੀਆਂ ਸੈੱਟ ਕਰੀ ਬੈਠੇ। ਉਹਨਾਂ ਨੇ 400 ਤੋਂ ਉਹਦੀ 700 ਰੇਂਜ ਕਰ ਦੇਣੀ ਹੈ। ਚੱਲ, ਨਵਿਆਂ ਨੇ 400 ਕਰਨੀ, ਉਹਨੇ 300 ਪਹਿਲਾਂ ਹੀ ਵਧਾ ਦੇਣੀ ਹੈ। ਸੋ ਇਹ ਜਿਹੜਾ ਬੜਾ ਇੱਕ ਵੱਡਾ ਇਸ਼ੂ ਹੈ। ਵਪਾਰਕ ਸੰਦੇਸ਼ ਲੈ ਲਵਾਂ, ਵਾਪਸ ਹੋਇਆ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। 24 ਆਵਰਸ ਇਹ ਨਾ ਜੀ ਲੁੱਕਸ ਲਾਈਕ ਇਦਾਂ ਲੱਗਦਾ ਵੀ ਅੰਡਰ ਗ੍ਰੀਨ ਇਨਿਸ਼ੀਏਟਿਵ ਦੇ ਅੰਡਰ ਇਹ ਉਦਾਂ ਹੀ ਲੋਕਾਂ ਨੂੰ ਜੀ ਕਲੀਨ એનર્ਜੀ, ਫਲਾਨਾ એનર્ਜੀ ਕਰ ਕੇ ਤਾਂ ਓਵਰਆਲ ਸਾਰੀਆਂ ਜਿਹੜੀਆਂ ਗਵਰਨਮੈਂਟ ਲੈਵਲ ਜਿਹੜੇ ਲੁੱਟੀ ਜਾਂਦੇ ਆ। ਦੇਖੋ ਜਿਹੜੀ ਹੁਣ ਆਪਾਂ ਗੱਲ ਕਰਨੇ ਆ ਡਿਮਾਂਡ ਐਂਡ ਸਪਲਾਈ ਦੀ ਗੱਲ, ਤੁਸੀਂ ਹੁਣੇ ਬਰਨਬੀ ਦੀ ਗੱਲ ਕਰਕੇ ਸਾਡੇ ਜੀ 50,000 ਜਾਂ ਕਿੰਨੀ ਉਹ ਬੈਰਲ ਜਿਹੜੇ ਉਹ ਪ੍ਰੋਡਿਊਸ ਕਰਦੇ ਆ ਰਹੇ। ਹੁਣ ਉਹਨਾਂ ਦੀ ਜਿਹੜੀ ਉਹਨਾਂ ਨੂੰ ਜਿਹੜੀ ਉਹ ਰਿਫਾਈਨਰੀ ਆ, ਜੇ ਆਪਣੀ ਡਿਮਾਂਡ ਆਪਣੀ ਪੂਰੀ ਕਰਨ ਲਈ ਉਹਨਾਂ ਨੂੰ ਥੋੜ੍ਹੀ ਜਿਹੀ ਪਿੱਛੋਂ ਕਰੂਡ ਆਇਲ ਆਊਗਾ ਤਾਂ ਉਹ ਉਹਨਾਂ ਦੀ ਪ੍ਰੋਡਕਸ਼ਨ ਵਧੂਗਾ ਨਾ ਜੀ। ਉਹ ਇਹ ਕਹਿੰਦੇ ਆ ਵੀ ਆਪਣੇ ਪਾਈਪਲਾਈਨ ਦੇ ਅਗੇਂਸਟ ਵਾ, ਕਹਿੰਦੇ ਜੀ ਅਸੀਂ ਇੱਥੇ ਪਾਈਪਲਾਈਨ ਆਉਣ ਨਹੀਂ ਦੇਣੀ, ਤਾਂ ਉਹ ਕਰੂਡ ਆਇਲ ਫਿਰ ਆਊਗਾ ਕਿੱਥੋਂ, ਤਾਂ ਇੱਥੇ ਦੀ ਲੋਕਾਂ ਦੀ ਡਿਮਾਂਡ ਪੂਰੀ ਕਿੱਥੋਂ ਹੋਊਗੀ। ਇਨ ਆਰਡਰ ਟੂ ਇਹਦੀ ਡਿਮਾਂਡ ਪੂਰੀ ਕਰਨ ਲਈ ਆਪਾਂ ਨੂੰ ਰਿਫਾਈਨਰੀਆਂ ਇੱਥੇ ਹੋਰ ਚਾਹੀਦੀਆਂ ਉਹਨਾਂ ਲਈ ਕਰੂਡ ਆਇਲ ਚਾਹੀਦਾ। ਤੇ ਨੰਬਰ 2 ਜਿਹੜੇ ਤੁਸੀਂ ਆਹ ਗੱਲ ਕਰਦੇ ਆ ਬਈ ਜੇਸਨ ਕੈਨੀ ਸਾਹਿਬ ਰੋਕ ਦੇਣ, ਦੇਖੋ ਆਪਾਂ ਸਾਰੇ ਪ੍ਰੋਵਿੰਸ ਨੂੰ ਟੂਗੈਦਰ ਵਰਕ ਕਰਨਾ ਪੈਣਾ ਚਾਹੀਦਾ ਜੀ। ਆਪਾਂ ਇੱਦਾਂ ਨਹੀਂ ਕਰ ਸਕਦੇ ਕਿਸੇ ਨੂੰ ਕਿਸੇ ਦਾ ਪ੍ਰੋਡਕਟ ਜਿਹੜਾ ਆ ਉਹਨੂੰ ਉਹ ਲਿਆ ਨਾ ਸਕੇ, ਵੇਚ ਨਾ ਸਕੇ, ਆਪਾਂ ਉਹਨੂੰ ਸਟਾਪ ਕਰ ਦਈਏ ਵੀ ਨਹੀਂ ਤੂੰ ਇੱਦਾਂ ਨਹੀਂ ਆ ਨਹੀਂ ਕਰ ਸਕਦਾ। ਤੇ ਹੁਣ ਜਿੱਦਾਂ ਹੁਣ ਇਹਨਾਂ ਦੀ ਜਿਹੜੀਆਂ ਪਾਵਰ ਲਾਈਨ ਥਰੂ ਅਲਬਰਟਾ ਆ ਜਿਹੜੀ BC ਦੀਆਂ ਇਹ ਸਟੇਟਸ ਦੇ ਵਿੱਚ ਸਪਲਾਈ ਕਰਦੇ, ਅਗਲਾ ਕਹੂਗਾ ਵੀ ਸਾਨੂੰ ਇਹਦੇ ਵਿੱਚ ਕੀ ਫਾਇਦਾ ਵੀ ਤੁਸੀਂ ਬਿਜਲੀ ਤਾਂ ਤੁਸੀਂ ਆਪਣੀ ਵੇਚ ਰਹੇ ਹੋ, ਪੈਸੇ ਤੁਸੀਂ ਕਮਾ ਰਹੇ ਹੋ। ਸੋ ਇਸ ਕਰਕੇ ਆਪਾਂ ਨੂੰ ਇਹ ਸਾਰੇ ਪ੍ਰੋਵਿੰਸਾਂ ਨੂੰ ਨਾ ਇੱਕ ਦੂਜੇ ਦੇ ਵਿੱਚ ਅੜਿੱਕਾ ਨਹੀਂ ਕਰਨਾ ਚਾਹੀਦਾ। ਠੀਕ ਆ ਜੀ, ਉਹਨਾਂ ਦਾ ਕੋਈ ਬੈਨੀਫਿਟ ਕੋਈ ਇਹਨਾਂ ਨੂੰ ਵੀ ਹੋਵੇ ਉਹਨਾਂ ਨੂੰ ਵੀ ਹੋਵੇ, ਉਹਦੇ ਲਈ ਕੋਈ ਇਹਨਾਂ ਨੂੰ ਡੀਲ ਵਗੈਰਾ ਨਹੀਂ ਚਾਹੀਦੀ ਆ। ਤੇ ਥਰਡ ਜੀ ਆ ਇਹਨਾਂ ਨੇ ਹੁਣ ਆਪਣਾ ਟਰੂਡੋ ਸਾਹਿਬ ਨੇ ਆਪਣੇ ਇਹ ਪਾਈਪਲਾਈਨ ਖਰੀਦ ਲਈ ਸੀਗੀ, ਉਹ ਵੀ ਉਹ ਕੰਪਨੀ ਇਹਨਾਂ ਨੂੰ ਯੂਜ਼ ਹੀ ਕੀਤਾ ਜੀ। ਉਹਨਾਂ ਨੇ ਪ੍ਰੈਸ਼ਰ ਬਿਲਡ ਅਪ ਕਰਕੇ ਉਹ ਸਿਰਫ ਉਹਨਾਂ ਨੇ ਇਹਨਾਂ ਨੂੰ ਵੇਚਣੀ ਸੀਗੀ, ਤਾਂ ਜਿੰਨੇ ਪੈਸੇ ਉਹਨਾਂ ਨੇ ਚਾਹੀਦੇ ਸੀ ਉਹਨਾਂ ਨੇ ਪੈਸੇ ਲੈ ਕੇ ਅਗਲੇ ਲਾਂਭੇ ਹੋਏ। ਉਹ ਹੁਣ ਇਹ ਆਪ ਗੱਲਾਂ ਕਰ ਰਹੇ ਵੀ ਇਹਨਾਂ ਨੇ ਓਵਰ ਪ੍ਰਾਈਸ ਦੇ ਉੱਪਰ ਉਹ ਜਿਹੜੀ ਉਹ ਪਾਈਪਲਾਈਨ ਉਹਨਾਂ ਕੋਲ ਖਰੀਦ ਲਈ ਆ। ਹੁਣ ਦੇਖੋ ਜਦੋਂ ਇਹਨਾਂ ਨੇ ਵੇਚਣੀ ਆ ਕਿਸੇ ਪ੍ਰਾਈਵੇਟ ਇਹ ਹੁਣ ਕੰਪਨੀ ਲੱਭ ਰਹੇ, ਜਦੋਂ ਇਹਨਾਂ ਨੇ ਵੇਚਣੀ ਆ ਤੁਹਾਨੂੰ ਬਿਲੀਅਨਸ ਆਫ ਡਾਲਰ ਟੈਕਸ ਪੇਅਰ ਨੂੰ ਇਸ ਗੱਲ ਦਾ ਘਾਟਾ ਪਊਗਾ। ਉਹਦਾ ਕੰਪੈਰੀਜ਼ਨ ਤੁਹਾਨੂੰ ਮੈਂ ਇਹ ਦਿੰਦਾ ਵੀ ਜਦੋਂ ਆਪਾਂ ਤੁਹਾਨੂੰ ਚੇਤਾ ਹੋਣਾ ਵੀ BC ਸ਼ਹਿਰੀਆਂ ਜਿਹੜੀਆਂ ਫਾਸਟ ਫੈਰੀ NDP ਨਹੀਂ ਉਦੋਂ ਲਿਆਂਦੀਆਂ ਸੀਗੀਆਂ ਬਣਾਈਆਂ, $1 ਬਿਲੀਅਨ ਇੱਕ ਫੈਰੀ ਸੀ, ਤੇ ਇਹਨਾਂ ਨੇ ਸੈਟਲ ਦੀ ਕਿਸੇ ਕੰਪਨੀ ਨੂੰ $300 ਮਿਲੀਅਨ ਦੇ ਵਿੱਚ ਵੇਚੀ ਸੀ ਜੀ ਉਹ ਸਿੱਟ। ਸੋ ਇਸ ਕਰਕੇ ਹੁਣ ਤੁਹਾਡੀ ਫੋਰਥ ਜਿਹੜੀ ਚੀਜ਼ ਆ ਗਏ ਤੁਸੀਂ ਕਹਿੰਦੇ ਜੀ ਜਿਹੜੇ ਇਲੈਕਟ੍ਰਿਕ ਕਾਰਾਂ ਹੋਣ ਜਾਂ ਆਪਣੇ ਟੈਸਲਾ ਵਗੈਰਾ,
ਇਹਨਾਂ ਨੇ ਪ੍ਰਾਈਸ ਹੀ $30,000 ਮੋਰ ਰੱਖੀ। ਉਹ ਜਦ ਜੇ ਤੁਸੀਂ ਉਹਨੂੰ ਲੈਂਦੇ ਵੀ ਹੈਗੇ ਆ ਤਾਂ ਤੁਹਾਡੀ ਉਹ ਕਾਸਟ ਨਹੀਂ ਰਿਕਵਰ ਹੁੰਦੀ ਜੀ। ਤੁਸੀਂ ਉਹ 50-70 ਸਾਲਾਂ ਦੇ ਵਿੱਚ ਉਹ ਤੁਹਾਡੇ ਹੁੰਦਾ, ਉਹ ਤੁਹਾਡੀ ਕਾਸਟ ਨਹੀਂ ਰਿਕਵਰ ਹੋਣੀ ਹੈਗੀ। ਮਹਿੰਗਾ ਬਹੁਤ ਹੈ ਜੀ ਵਹੀਕਲ ਹੈਗੇ ਆ। ਹਾਂਜੀ, 1,15,000 ਤੋਂ ਉੱਪਰ ਪੂਰਾ ਤੁਸੀਂ ਯਕੀਨ ਕਰੋ ਇਸ ਵੇਲੇ 25% ਇਹਨਾਂ ਤੇ ਟੈਕਸ ਵਾ ਜੀ ਗਿੱਲ ਸਾਹਿਬ। ਤੁਸੀਂ ਲੱਖ ਦੀ ਕੋਈ ਚੀਜ਼ ਲੈਣੇ 1,25,000 ਨੂੰ ਪੈਂਦੀ ਹੈ। ਜੇ 1,20-25 ਦੀ ਤੁਸੀਂ ਚੀਜ਼ ਲੈਣੇ ਆ ਤੁਹਾਨੂੰ ਉਹ 1,35-1,40 ਦੀ ਪੈਣੀ ਆ। ਉਹ ਟੈਕਸ ਸਾਰੇ ਪਾਸੇ ਬਹੁਤ ਲਾਈਆਂ, ਲੋਕਾਂ ਨੂੰ ਲੁੱਟੀ ਜਾਂਦੇ ਆ। ਤੇ ਉਹ ਇਸ ਕਰਕੇ ਜੋ ਤੁਸੀਂ ਕੁਛ ਜੇ ਇਲੈਕਟ੍ਰਿਕ ਵਹੀਕਲ ਬਣਾਉਣੇ ਹੈਗੇ ਆ ਉਹਨਾਂ ਨੂੰ ਕੰਪੈਰੇਟਿਵ ਟੂ ਗੈਸ ਨਾਲ ਕਿਸਮ ਦੀ ਪ੍ਰਾਈਸ ਉਹਨਾਂ ਦਾ ਕੰਪੈਰੇਟਿਵ ਹੋਣੀ ਚਾਹੀਦੀ ਆ ਤਾਂ ਕਿ ਲੋਕੀ ਉਹਨੂੰ ਬਾਏ ਕਰਨ। ਉਹ ਲੋਕੀ ਬਾਏ ਨਹੀਂ ਕਰਦੀ ਕਿਉਂਕਿ ਉਹਦੀ ਸਕੀਮ ਵੀ ਜ਼ਿਆਦਾ ਹੈ ਜੀ। ਇਸ ਕਰਕੇ ਰਲ ਮਿਲਾ ਕੇ ਲੁੱਟੀ ਜਾਂਦੇ ਆ ਜੀ ਇਹ। ਜਿੱਦਾਂ ਹੁਣ ਕਰੂਡ ਆਇਲ ਜੀ ਜੇ ਜਦੋਂ $25 ਨੂੰ ਬੈਰਲ ਸੀਗਾ ਤਾਂ ਉਦੋਂ ਵੀ ਪ੍ਰਾਈਸ $1.5। ਜਦੋਂ ਹੁਣ ਕਰੂਡ ਆਇਲ ਥੋੜ੍ਹੀ ਜਿਹਾ ਵੱਧ ਪਏ ਉਦੋਂ ਵੀ 170 ਨੂੰ। ਇਹ ਓਵਰਆਲ ਥਰੂ ਆਊਟ ਕੈਨੇਡਾ ਗਵਰਨਮੈਂਟ ਨੂੰ, ਫੈਡਰਲ ਗਵਰਨਮੈਂਟ ਨੂੰ ਇਹ ਪਾਲਿਸੀ ਬਣਾਉਣੀ ਚਾਹੀਦੀ ਆ ਤੇ ਇਹਨਾਂ ਦੀ ਪ੍ਰਾਈਸ ਕੰਟਰੋਲ ਕਰਨ ਲਈ ਵੀ ਤੁਸੀਂ ਸੋ ਮਚ ਜਿਹੜਾ ਪ੍ਰੋਫਿਟ ਲੈ ਸਕਦੇ ਹੋ ਜਿਹਦੀ ਹਰੇਕ ਗੈਲਨ ਦੇ ਪਿੱਛੇ। ਤਾਂ ਉਹ ਜਦ ਤੱਕ ਉਹ ਨਹੀਂ ਇਹ ਕਰ ਰਹੇ ਤਾਂ ਹਰੇਕ ਨੇ ਆਪਣੀ ਮਨਮਰਜ਼ੀ ਕਰਨੀ ਆ। ਰਿਫਾਈਨਰੀ ਬੰਦ ਕਰਕੇ ਜੀ ਕੁਛ ਕਰਕੇ ਐਵੇਂ ਉਹ ਲੋਕਾਂ ਨੂੰ ਰੌਲਾ ਪਾ ਕੇ ਬਸ ਉਹ ਪ੍ਰਾਈਸ ਲੋਕਾਂ ਨੂੰ ਲਈ ਜਾਂਦੇ ਆ ਤੇ ਲੁੱਟੀ ਜਾਂਦੇ ਜੀ। ਥੈਂਕ ਯੂ ਜੀ ਦਰਵੀਰ ਸਿੰਘ ਜੀ। ਥੈਂਕ ਯੂ ਸਰ। ਸੰਦੀਪ ਸਿੰਘ ਜੀ ਲਾਈਨ ਨੰਬਰ 3। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਇਹ ਜਿਹੜਾ ਇਹ ਬਹਾਨਾ ਬਣਾਉਂਦੇ ਆ ਨਾ ਜੀ ਉਹ ਰਿਫਾਈਨਰੀਆਂ ਦਾ ਕਿ ਉੱਥੇ ਪ੍ਰੋਡਕਸ਼ਨ ਘਟ ਗਈ ਹੈ, ਇਹ ਸਾਰੇ ਐਕਸਕਿਊਜ਼ ਨੇ ਬੇਸਿਕਲੀ ਅਮਰੀਕਨ ਕੰਪਨੀਜ਼ ਦੇ। ਇਹ ਜਿਹੜੀਆਂ ਪਾਈਪਾਂ ਵਿਛਾ ਕੇ ਉਧਰ ਨੂੰ ਤੇਲ ਜਿਹੜਾ ਕਹਿੰਦੇ ਆ ਕਿ ਅਸੀਂ ਵੇਚਣਾ ਜਾਂ ਇੱਧਰ ਚਾਈਨਾ ਨੂੰ ਕੱਢਣਾ, ਇਹ ਤਾਂ ਹੋਇਆ ਕਿ ਤੁਸੀਂ ਕਰੂਡ ਪ੍ਰੋਡਕਟ ਆਪਣਾ ਵੇਚਣ ਦੀ ਗੱਲ ਕਰ ਰਹੇ ਹੋ ਨਾ, ਵੀ ਤੁਸੀਂ ਆਪਣਾ ਇੱਕ ਰॉ ਮਟੀਰੀਅਲ ਜਿਹੜਾ ਤੁਸੀਂ ਕਿਸੇ ਦੂਸਰੀ ਕੰਟਰੀ ਨੂੰ ਵੇਚਦਾ। ਲੇਕਿਨ ਜਿਸਲੇ ਤੁਸੀਂ ਉਹ ਹੁਣ ਦੇਖੋ ਵੀ ਰॉ ਮਟੀਰੀਅਲ ਪਹਿਲੇ ਉਹਨੂੰ ਸਪਲਾਈ ਕਰਨ ਦੀ ਟਰਾਂਸਪੋਰਟੇਸ਼ਨ ਕਾਸਟ, ਫਿਰ ਉਸ ਤੋਂ ਬਾਅਦ ਰਿਫਾਈਨਡ ਪ੍ਰੋਡਕਟ ਉਹਨਾਂ ਰਿਫਾਈਨਰੀਆਂ ਤਿਆਰ ਕੀਤਾ, ਉਹਨਾਂ ਨੂੰ ਬੈਕ ਆਪਣੀ ਕੰਟਰੀ ਦੇ ਵਿੱਚ ਲਿਆਉਣ ਦੀ ਕਾਸਟ, ਉਹ ਟਰਾਂਸਪੋਰਟੇਸ਼ਨ ਕਾਸਟ ਤੁਹਾਡੇ ਸਿਰ ਹੀ ਪੈਣੀ। ਜਿਹੜੇ ਤੁਸੀਂ ਐਂਡ ਪ੍ਰੋਡਕਟ ਲੈਣਾ ਕੰਜ਼ਿਊਮਰ ਨੂੰ ਪੈਣਾ, ਉਹਦੇ ਨਾਲ ਜਿਹੜੀ ਉਹ ਐਂਡ ਪ੍ਰੋਡਕਟ ਦੀ ਜਿਹੜੀ ਕੀਮਤ ਵਧਣੀ, ਪਲੱਸ ਗੌਰਮੈਂਟ ਟੈਕਸਿਸ। ਹੁਣ ਤੁਸੀਂ ਜਿੱਦਾਂ ਆ ਵੀ ਦੱਸ ਰਹੇ ਵੀ 60-62% ਦੀ ਜਿਹੜੀ ਆ ਉਹ ਮਟੀਰੀਅਲ ਕਾਸਟ ਜਿਹੜੀ ਉਹ ਤਿਆਰ ਹੋ ਕੇ ਪੈਂਦੀ ਆ। ਰੈਸਟ ਆਫ ਦਾ ਜਿਹੜੀ ਕਾਸਟ ਆ ਉਹ ਸਾਰੇ ਦੇ ਸਾਰੇ ਫੈਡਰਲ, ਕੁਛ ਪ੍ਰੋਵਿੰਸ਼ੀਅਲ, ਕੁਛ GST, ਕੁਛ ਹੋਰ ਜਿਹੜੇ ਤੁਹਾਡੇ ਲੋਕਲ ਮਿਊਨਿਸਪੈਲਿਟੀ ਦੇ ਟੈਕਸਿਸ ਮਿਲਾ ਮਲੂ ਕੇ ਜਿਹੜੀ ਹੈ ਇੱਥੇ ਚਲੇ ਜਾਂਦੀ ਹੈ। ਹੁਣ ਹਾਇਰ ਦਾ ਪ੍ਰਾਈਸ ਹਾਇਰ ਉਸੇ ਹਿਸਾਬ ਦੇ ਪ੍ਰਪੋਰਸ਼ਨਲੀ ਉਹਦੀ ਪਰਸੈਂਟੇਜ ਹੈਗੀ ਕਿਉਂਕਿ ਟੈਕਸਿਸ ਦੀ ਉਹ ਵੀ ਵੱਧਦੇ ਹੋਣੇ ਆ। ਗੌਰਮੈਂਟ ਵੀ ਮਤਲਬ ਪੂਰੇ ਪੈਸੇ ਵੱਟ ਰਹੀ ਆ ਜਿਹੜੇ ਹਾਇਰ ਪ੍ਰਾਈਸਿਸ ਤੋਂ। ਕੰਪਨੀਆਂ ਤਾਂ ਖੈਰ ਉਹ ਤਾਂ ਵੱਟਦੀਆਂ ਪਈਆਂ। ਹੁਣ ਇਹ ਕਹਿੰਦੇ ਆ ਜੀ ਰਿਫਾਈਨਰੀ ਲਗਾਉਣ ਦੇ ਸਾਨੂੰ ਜਿਹੜੀ ਆ ਉਹਦੀ ਤੁਹਾਡੇ ਕੋਲ ਰॉ ਮਟੀਰੀਅਲ ਪਿਆ ਕਿੱਥੇ ਅਲਬਰਟਾ ਦੇ ਵਿੱਚ, ਤੁਸੀਂ ਉੱਥੇ ਹੀ ਉਹਨਾਂ ਨੂੰ ਜਿਹੜਾ ਤੁਸੀਂ ਕਰੂਡ ਫੋਰਨ ਕੰਟਰੀਜ਼ ਦੇ ਵਿੱਚ ਵੇਚਣਾ ਉਹਦਾ ਤੁਸੀਂ ਚਲੋ ਆਪਸ 'ਚ ਪ੍ਰੋਵਿੰਸਿਸ ਬਹਿ ਕੇ ਤੁਸੀਂ ਆਪਸ ਸੈਟਅਪ ਕਰ ਲਓ ਵੀ ਪਾਈਪਾਂ ਇੱਦਾਂ ਜਾਣਗੀਆਂ, ਤੁਹਾਨੂੰ ਵੀ ਇੱਧਰੋਂ ਰੈਵਨਿਊ ਮਿਲੇਗਾ ਜਾਂ ਰਾਇਲਟੀ ਮਿਲੇਗੀ, ਉਹ ਇਹ ਫਿਗਰ ਆਊਟ ਕਰ ਸਕਦੇ ਆ। ਜਿਹੜਾ ਤੁਸੀਂ ਮਾਲ ਆਪਣੇ ਮੁਲਕ 'ਚ ਹੀ ਵੇਚਣਾ ਉਹਦੇ ਲਈ ਤੁਸੀਂ ਆਪਣੀ ਰਿਫਾਈਨਰੀਆਂ ਕਿਉਂ ਨਹੀਂ ਲਗਾਉਂਦੇ? ਕਿਉਂਕਿ ਸਿਰਫ ਇਹ ਤਾਂ ਹੈ ਨਹੀਂ ਕਿ ਸਿਰਫ ਤੁਹਾਨੂੰ ਟਰਾਂਸਪੋਰਟੇਸ਼ਨ ਵਾਸਤੇ ਚਾਹੀਦਾ, ਤੁਸੀਂ ਆਪਣੀਆਂ ਫੈਰੀਆਂ ਵੀ ਚਲਾਉਣੀਆਂ, ਤੁਸੀਂ ਡਿਫੈਂਸ ਦੇ ਵਿੱਚ ਵੀ ਇਹ ਪ੍ਰੋਡਕਟ ਯੂਜ਼ ਕਰਨਾ। ਫਿਰ ਜਿਹੜਾ ਰਿਫਾਈਨਰੀ 'ਚੋਂ ਇਹਦਾ ਬਾਈ ਪ੍ਰੋਡਕਟਸ ਨਿਕਲਦੇ ਆ ਉਹ ਪੈਟਰੋਕੈਮੀਕਲ ਇੰਡਸਟਰੀ 'ਚ ਬੜੇ ਯੂਜ਼ ਹੁੰਦੇ ਆ, ਰਾਈਟ, ਕਾਸਮੈਟਿਕ ਇੰਡਸਟਰੀ 'ਚ ਬੜੇ ਯੂਜ਼ ਹੁੰਦੇ ਆ। ਇਹ ਜਿਹੜੇ ਇੰਜਨ ਆਇਲ ਵਗੈਰਾ ਹੋਰ ਗਰੀਸ ਵਗੈਰਾ ਬਣਦੀ ਹੈ ਸਾਰੇ ਦੇ ਸਾਰੇ ਰਿਫਾਈਨਰੀ ਦੇ ਵਿੱਚੋਂ ਇਹ ਜਿਹੜਾ ਐਂਡ ਪ੍ਰੋਡਕਟ ਜਿਹੜਾ ਬਾਈ ਪ੍ਰੋਡਕਟਸ ਆਉਂਦੇ ਆ ਜੀ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਜੈਟ ਫਿਊਲ ਹੈ ਕਿੰਨਾ ਮਹਿੰਗਾ, ਕਿਆ ਤੁਹਾਡੇ ਕੋਲ ਏਅਰਪੋਰਟ ਨਹੀਂ, ਪਲੇਨਸ ਨਹੀਂ, ਤੁਸੀਂ ਉਹ ਨਹੀਂ ਉਡਾਉਣੇ, ਹੈ ਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਦੀ ਇਸ ਕੈਨੇਡਾ ਦੀ ਗੌਰਮੈਂਟ ਨੇ ਜਾਂ ਇਹਨਾਂ ਦੇ ਜਿਹੜੇ ਹੈਗੇ ਆ ਨਾ ਪਾਲਿਸੀ ਮੇਕਰ ਕਦੀ ਇਹਨਾਂ ਨੇ ਸੋਚਿਆ ਹੀ ਨਹੀਂ ਕਿ ਜੌਬਸ ਕ੍ਰੀਏਟ ਹੋਣਗੀਆਂ। ਸੋ ਇਹ ਬਸ ਉਹੀ ਝੰਡਾ ਚੱਕ ਕੇ ਕਿ ਬਸ ਕਿ ਦੱਸੋ ਹੁਣ US ਨੇ ਰਿਫਾਈਨਰੀਆਂ ਲਗਾਈਆਂ ਹੋਈਆਂ ਤੇ ਕਿਆ US ਦੇ ਵਿੱਚ ਜਿਹੜਾ ਆ ਉਹਨਾਂ ਨੂੰ ਫਿਕਰ ਨਹੀਂ ਹੈਗੀ ਵੀ। ਨਾਲੇ ਦੂਸਰੀ ਗੱਲ ਆ ਗਿਆ ਕਿ ਰॉ ਮਟੀਰੀਅਲ ਦੁਨੀਆ ਦੇ ਵਿੱਚ ਇਸ ਲਈ ਵੀ 65, 67, 68, $70 ਦੇ ਆਸ-ਪਾਸ ਜਿਹੜਾ ਬੈਰਲ ਜਿਹੜਾ ਆਇਲ ਚੱਲ ਰਿਹਾ ਜੀ। ਤੇਲ ਦੀ ਕੀਮਤਾਂ ਤਾਂ ਕੋਈ ਇੰਨੀਆਂ ਵਧੀਆ ਨਹੀਂ ਹੋਈਆਂ। ਜਦੋਂ $100 ਤੱਕ ਚਲੇ ਗਿਆ ਸੀ ਆਇਲ ਉਦੋਂ ਵੀ ਇੰਨੀ ਕੀਮਤ ਨਹੀਂ ਸੀਗੀ, $1.70 ਜਾਂ 72 ਜਾਂ 67 ਜੋ ਵੀ ਹੈ ਅੱਜ ਆਇਲ ਦੀ ਹੈਗੀ ਆ। ਤੇ ਹੁਣ ਕਿੱਦਾਂ ਜਿਹੜਾ ਆ ਵੀ ਇੰਟਰਨੈਸ਼ਨਲ ਮਾਰਕੀਟ ਤੋਂ ਆਇਲ ਦੀ ਕੋਈ ਇੰਨੀ ਕੀਮਤ ਵਧੀ ਨਹੀਂ ਹੋਈ ਤੇ ਤੁਹਾਡਾ ਇੱਥੇ ਸਿਰਫ ਇੱਕ ਉਹ ਅਮਰੀਕਾ ਦੇ ਵਿੱਚ। ਹੁਣ ਅਮਰੀਕਾ ਦੇ ਵਿੱਚ ਜਦੋਂ ਵੀ ਕੰਪਨੀਆਂ ਚਾਹਣਗੀਆਂ ਆਪਣਾ ਮੋਨੋਪੋਲੀ ਹੈਗੀ ਉਹਨਾਂ ਦੀ ਉਹ ਕਰ ਲੈਣਗੀਆਂ। ਤੁਸੀਂ ਇੰਨੇ $1 ਬਿਲੀਅਨ ਦੇ ਪੈਕੇਜ ਤੁਸੀਂ ਕਦੇ ਕਿਸੇ ਉਹਨਾਂ ਨੂੰ ਦੇ ਦਿੰਦੇ ਹੋ ਜਿਹੜੀਆਂ ਕਾਰ ਮੈਨੂਫੈਕਚਰਿੰਗ ਕੰਪਨੀਆਂ, ਕਦੀ ਕਿਸੇ ਨੂੰ ਫੜਾ ਦਿੰਦੇ ਕਦੀ ਕਿਸੇ ਨੂੰ ਫੜਾ ਦਿੰਦੇ। ਇੱਕ ਤੁਸੀਂ ਰਿਫਾਈਨਰੀਆਂ ਨਹੀਂ 2-4 ਕੈਨੇਡਾ ਦੇ ਵਿੱਚ ਉੱਥੇ ਅਲਬਰਟਾ 'ਚ ਲਗਾ ਸਕਦੇ ਨਾ, ਤਾਂ ਉਹਨਾਂ ਦੀ ਉੱਥੇ ਮਾਲ ਤਿਆਰ ਕਰੋ
ਉੱਥੇ ਐਲਬਰਟਾ 'ਚ ਜੌਬਸ ਵੀ ਕ੍ਰੀਏਟ ਹੋਣਗੀਆਂ, ਨਾਲੇ ਉਹੀ ਜਿਹੜਾ ਉਨਾ ਕੁ ਤਿਆਰ ਕਰ ਲਓ ਜਿੰਨਾ ਕੁ ਤੁਹਾਡੇ ਮੁਲਕ ਦੇ ਵਿੱਚ ਕੰਜ਼ੰਪਸ਼ਨ ਹੈਗੀ। ਲਗਾ ਲਓ ਐਸਟੀਮੇਟ ਕਿੰਨਾ ਕੁ ਲੱਗਦਾ ਹੈਗਾ ਐਟ, ਔਰ ਅੱਗੇ 20 ਕੁ ਸਾਲਾਂ ਨੂੰ ਕਿੰਨਾ ਕੁ ਲੱਗਣਾ ਹੈਗਾ, ਉਸੇ ਹਿਸਾਬ ਦੀਆਂ 2-4 ਰਿਫਾਈਨਰੀਆਂ ਉੱਤੇ ਲਗਾ ਲਓ, ਆਪਣੇ ਆਪ ਸਾਰਾ ਕੁਝ ਨੋਰਮਲਾਈਜ਼ ਹੋ ਜਾਂਦਾ। ਇਹ ਤਦ ਤੱਕ ਨਹੀਂ ਹੋਣਾ ਜਦ ਤੱਕ ਲੋਕੀ ਸੜਕਾਂ ਤੇ ਨਹੀਂ ਆਏ, ਠੀਕ ਹੈ। ਹੁਣ ਇਹ ਕੋਈ ਕੰਪੇਨ ਚਲਾ ਲਓ ਲੋਅਰ ਗੈਸ ਪ੍ਰਾਈਸਿਸ ਦੀ, ਉਹਦੇ ਨਾਲ ਥੱਲੇ ਇੱਕ ਜਣਾ ਝੰਡੇ ਚੱਕ ਕੇ ਲੱਗੇ ਆ ਜਾਓ ਸੜਕਾਂ ਦੇ ਉੱਤੇ, ਤਾਂ ਤੱਕ ਇਹਨਾਂ ਦੇ ਪੋਲੀਟੀਸ਼ੀਅਨਾਂ ਦੇ ਜੂ ਨਹੀਂ ਰਹਿਣਗੇ, ਚਾਹੇ ਫੈਡਰਲ ਦੇ ਹੈਗੇ ਆ ਚਾਹੇ ਪ੍ਰੋਵਿੰਸ਼ੀਅਲ ਹੈਗੇ ਆ। ਬਾਕੀ ਇੱਦਾਂ ਰੇਡੀਓ ਤੇ ਗੱਲਾਂ ਕਰਨ ਨਾਲ ਕੁਛ ਨਹੀਂ ਹੋਣਾ ਜੀ, ਇਹਨਾਂ ਤੇ ਕੋਈ ਜੂ ਨਹੀਂ ਰਹਿੰਦੀ। ਇਹ ਵੀ ਉਹੀ ਹੈਗਾ, ਜਦ ਤੱਕ ਮੁਜ਼ਾਹਰੇ ਨਹੀਂ ਹੋਏ, ਧਰਨੇ ਨਹੀਂ ਲੱਗੇ, ਤਦ ਤੱਕ ਇਹਨਾਂ ਤੇ ਵੀ ਬਾਲ ਨਹੀਂ ਬਾਂਕਾ ਨਹੀਂ, ਕੁਛ ਨਹੀਂ ਹੋਣਾ। ਇੱਥੇ ਇਹਨਾਂ ਨੇ ਵੇਚੀ ਜਾਣਾ ਜਦ ਤੱਕ ਚੱਲੀ ਜਾਂਦਾ। ਥੈਂਕ ਯੂ ਜੀ। ਵਪਾਰ ਕਈ ਗੁਣਾ ਬਾਹਰ ਕਰਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ। ਸ਼ੈਵਰਨ ਕੈਨੇਡਾ ਇੱਕ ਬੈਰਲ ਦੇ ਵਿੱਚ 2016 ਦੇ ਅੰਕੜੇ ਨੇ, ਜਿਹੜਾ ਆਇਲ ਕੰਪਨੀਆਂ ਕੈਨੇਡੀਅਨ ਗਵਰਨਮੈਂਟ ਨੂੰ ਪੇ ਕਰਦੀਆਂ, ਅਬਾਊਟ $5 ਸ਼ੈਵਰਨ ਕੈਨੇਡਾ ਕਰਦੀ ਹੈ ਬੈਰਲ ਦੇ। ਨਾਈਜੀਰੀਆ ਦੇ ਵਿੱਚ ਉਹ ਅਬਾਊਟ $13 ਕਰਦੀ ਹੈ। ਇੰਡੋਨੇਸ਼ੀਆ 'ਚ $30 ਕਰਦੀ ਹੈ। ਸਨਕੋਰ ਐਨਰਜੀ ਹੈ ਜਿਹੜੀ, ਉਹ ਕੈਨੇਡਾ ਦੇ ਵਿੱਚ ਅਪਰੋਕਸੀਮੇਟ $4 ਕਰਦੀ ਹੈ ਤੇ UK 'ਚ $15 ਕਰਦੀ ਹੈ। CNRL ਕੈਨੇਡੀਅਨ ਨੈਚੁਰਲ ਰਿਸੋਰਸਿਸ ਲਿਮਟਿਡ ਕੈਨੇਡਾ ਦੇ ਵਿੱਚ ਅਪਰੋਕਸੀਮੇਟ $4, ਆਈਵਰੀ ਕੋਸਟ ਦੇ ਵਿੱਚ ਉਹ $12 ਪੇ ਕਰਦੀ ਹੈ। ਤੇ ਇਹ ਕਾਰਨ ਕੀ ਕਿ ਇਹਨਾਂ ਕੰਪਨੀਆਂ ਦੇ ਬਹੁਤ ਪ੍ਰੋਫਿਟ ਵੱਧ ਰਹੇ ਨੇ। ਜਿਹੜਾ ਇਹ ਗਾਰਡੀਅਨ ਨੇ ਖਬਰ ਲਾਈ ਸੀ 2017 ਦੇ ਵਿੱਚ, ਜਦ ਤਾਂ ਕੈਨੇਡਾ ਦੇ ਵਿੱਚ ਬਿਲੀਅਨਸ ਆਫ ਡਾਲਰ ਜਿਹੜੇ ਪੋਟੈਂਸ਼ੀਅਲ ਰੈਵਨਿਊ ਆ ਉਹ ਕੈਨੇਡੀਅਨ ਸਰਕਾਰ ਲੂਜ਼ ਕਰ ਰਹੀ ਹੈ। ਤੇ ਇਹ ਟੈਕਸ ਹੇਵਨ ਹੀ ਹੈ ਉਹ ਜਿਹੜੀਆਂ ਕੰਪਨੀਆਂ ਨੇ ਇੱਥੇ ਦੀਆਂ ਉਹਨਾਂ ਲਈ। ਤੇ ਇਹ ਨਾਈਜੀਰੀਆ 'ਚ, ਇੰਡੋਨੇਸ਼ੀਆ 'ਚ, ਆਈਵਰੀ ਕੋਸਟ ਤੇ UK ਦੇ ਵਿੱਚ ਡਰਿਲ ਕਰਦੇ ਨੇ। ਕੀਥ ਸਟੀਵਰਟ ਨੇ ਜਿਹੜੇ ਐਨਰਜੀ ਐਨਾਲਿਸਟ ਨੇ ਗ੍ਰੀਨ ਪੀਸ ਦੇ ਨਾਲ ਕੰਮ ਕਰਦੇ, ਉਹ ਕਹਿੰਦੇ ਇਹ ਤਾਂ ਮੌਜਾਂ ਨੇ ਇਹਨਾਂ ਕੰਪਨੀਆਂ ਨੂੰ, ਤਾਂ ਇਹ ਤਾਂ ਬਹੁਤ ਜ਼ਿਆਦਾ ਇਹਨਾਂ ਦਾ ਪ੍ਰੋਫਿਟ ਹੈ, ਇੱਥੇ ਇਹ ਪੇ ਨਹੀਂ ਕਰਦੀਆਂ ਕੁਛ ਵੀ। ਡਾਟਾ ਜਿਹੜਾ ਲੱਭਿਆ, ਸਨਕੋਰ ਆਲਮੋਸਟ 6 ਟਾਈਮਸ ਜ਼ਿਆਦਾ ਟੈਕਸ ਆਪਣੇ UK 'ਚ ਪੇ ਕਰਦੀ ਹੈ। ਕੈਨੇਡਾ ਨੈਸ਼ਨਲ ਰਿਸੋਰਸਿਸ ਲਿਮਟਿਡ 4 ਟਾਈਮਸ ਜ਼ਿਆਦਾ ਆਈਵਰੀ ਕੋਸਟ ਤੇ ਪੇ ਕਰਦੀ। ਤੇ ਇੰਨੇ ਟੈਕਸ ਬ੍ਰੇਕਸ ਤੋਂ ਬਾਅਦ ਵੀ ਕੈਨੇਡੀਅਨ ਲੋਕ ਜ਼ਿਆਦਾ ਆਪਣੀ ਗੈਸ ਲਈ ਪੇ ਕਰ ਰਹੇ ਨੇ। ਸੋ ਇਹਨਾਂ ਦੀ ਲੌਬੀ ਜਿਹੜੀ ਹੈ, ਕੈਨੇਡੀਅਨ ਐਸੋਸੀਏਸ਼ਨ ਆਫ ਪੈਟਰੋਲੀਅਮ ਪ੍ਰੋਡਿਊਸਰ ਦੀ ਲੌਬੀ ਹੈ ਜਿਹੜੀ, ਉਹ ਸਰਕਾਰ ਦੇ ਸਦਾ ਹੀ ਪਿੱਛੇ ਪਈ ਰਹਿੰਦੀ ਹੈ। ਟੈਕਸ ਬ੍ਰੇਕ ਕਰੋ, ਟੈਕਸ ਬ੍ਰੇਕ ਕਰੋ, ਟੈਕਸ। ਬਿਲੀਅਨਸ ਆਫ ਡਾਲਰ ਦਾ ਪ੍ਰੋਫਿਟ ਹੈ। ਇਹ ਇਹਨਾਂ ਦਾ ਜਿਹੜਾ UBC ਦੇ ਜਿਓਗ੍ਰਾਫੀ ਦੇ ਪ੍ਰੋਫੈਸਰ ਨੇ ਫਿਲਿਪ, ਉਹ ਕਹਿ ਰਹੇ ਨੇ, ਕਹਿੰਦੇ ਕੰਪਨੀਆਂ ਜਿਹੜੀਆਂ ਕੈਨੇਡਾ ਦੇ ਵਿੱਚ, ਗੱਲ ਉਹਨਾਂ ਦੀ ਜੌਬਸ ਦੀ ਹੋਣੀ ਚਾਹੀਦੀ ਹੈ, ਨਾ ਕਿ ਇਹ ਐਕਨੋਲਜ ਕਰਨਾ ਚਾਹੀਦਾ ਕਿ ਉਹ ਜ਼ਿਆਦਾ ਸ਼ੇਅਰ ਕਰ ਰਹੇ ਨੇ ਆਪਣਾ ਪ੍ਰੋਫਿਟ, ਜਿਹੜਾ ਕਿ ਮੋਸਟਲੀ ਸ਼ੇਅਰ ਹੋਲਡਰ ਨੂੰ ਜਾਂਦਾ, ਇਹ ਕੰਟਰੀ ਨੂੰ ਥੋੜ੍ਹਾ ਆਉਂਦਾ। ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਬਹੁਤ ਚਿਰ ਰੂਲ ਕਰਦੇ ਰਹੇ, ਹੁਣ ਦੁਬਾਰਾ ਫੇਰ ਆ ਗਏ। ਉਹ ਇਵੈਂਚੁਅਲੀ ਕਹਿੰਦੇ ਕਿ ਨਾਰਵੇ ਦਾ ਜਿਹੜਾ ਮਾਡਲ ਹੈ ਉਹ ਹੋਣਾ ਚਾਹੀਦਾ ਜਿਹਦੇ 'ਚ ਸਰਕਾਰਾਂ ਨੂੰ ਜ਼ਿਆਦਾ ਰੈਵਨਿਊ ਆਵੇ। ਰਾਇਲਟੀ ਰੇਟ ਜਿਹੜੇ ਨਿਊਫਾਊਂਡਲੈਂਡ ਦੇ ਵਿੱਚ ਹਾਈਐਸਟ ਨੇ ਕੈਨੇਡਾ ਦੇ, ਤੇ 40% ਅਲਬਰਟਾ ਦੇ ਵਿੱਚ ਸੀ, ਜਿਹੜਾ 40 ਤੋਂ 1970 ਦੇ ਵਿੱਚ, ਜਿਹੜਾ ਹੁਣ 4% ਤੇ ਰਾਇਲਟੀ ਹੈ। ਸੋ ਇਹ ਜਿਹੜੀ ਕਮਾਈ ਜਿਹੜੀ ਹੋ ਰਹੀ ਹੈ, ਬਿਲੀਅਨਸ ਆਫ ਡਾਲਰ ਦੇ ਪ੍ਰੋਫਿਟ ਨੇ, ਤੇ ਇਹਨਾਂ ਨੂੰ ਹੁਣ ਕਰਬ ਕਰਕੇ ਤੇ ਲੌਬੀ ਕਰਕੇ ਤੁਸੀਂ ਦੇਖੋ ਵੀ ਜੇ ਤੁਸੀਂ ਇੱਥੇ ਬੈਰਲ ਤੇ $5 ਦੇ ਰਹੇ ਹੋ, ਸੇਮ ਕੰਪਨੀ ਨਾਈਜੀਰੀਆ 'ਚ $12 ਦੇ ਰਹੀ ਹੈ, ਸੇਮ ਕੰਪਨੀ ਇੰਡੋਨੇਸ਼ੀਆ $30 ਦੇ ਰਹੀ ਹੈ, ਉਹਦੇ ਬਾਅਦ ਵੀ ਸਰਵਾਈਵ ਕਰ ਰਹੇ ਨੇ। ਔਰ ਕੈਨੇਡੀਅਨਸ $1 70 ਸੈਂਟ ਮੈਟਰੋ ਵੈਨਕੂਵਰ 'ਚ ਗੈਸ ਦੀ ਪ੍ਰਾਈਸ ਦੇ ਰਹੇ ਨੇ। 2 ਹੋਰ ਕਾਲਰ ਨੇ ਜੀ, ਉਸ ਤੋਂ ਬਾਅਦ ਅਗਲੀ ਗੱਲ ਤੋਰਾਂਗੇ। ਭੁਲਿੰਦਰ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 2। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਇਹ ਕਹਿਣਾ ਸੀਗਾ ਜੀ ਵੀ ਕਈ ਵਾਰੀ ਬੰਦੇ ਸੋਚਦੇ ਆ ਵੀ ਸ਼ਾਇਦ ਰੇਡੀਓ ਤੇ ਗੱਲਾਂ ਚੱਲੀ ਜਾਂਦੀਆਂ ਨੇ ਜਾਂ ਲੋਕ ਐਵੇਂ ਰੌਲਾ ਪਾਈ ਜਾਂਦੇ ਵੀ ਅਸਰ ਨਹੀਂ ਇੰਨਾ ਦਿਖ ਰਿਹਾ ਲੋਕਾਂ ਤੇ ਵਧੀ ਪ੍ਰਾਈਸ ਦਾ, ਸ਼ਾਇਦ ਲੋਕ ਏਦਾਂ ਸੋਚਦੇ ਹੋਣ। ਪਰ ਮੈਂ ਜੀ ਕੰਮ ਇੱਦਾਂ ਦਾ ਕਰਦਾ, ਡਿਲੀਵਰੀ ਦਾ ਕੰਮ ਕਰਦਾ 2 ਸਾਲ ਤੋਂ ਇੱਕੋ ਏਰੀਏ ਦੇ ਵਿੱਚ। ਜਿਵੇਂ ਮੈਂ ਕੰਮ ਕਰਦਾ
ਰੋਜ਼ ਉਹੀ ਸਟਰੀਟਾਂ, ਉਹੀ ਲਗਭਗ ਘਰ ਅਪਰੋਕਸੀਮੇਟਲੀ। ਸਾਨੂੰ ਸਾਰੇ ਏਰੀਏ ਦਾ ਪਤਾ ਹੀ ਹੁੰਦਾ ਵੀ ਕੀ ਹੋਈ ਜਾਂਦਾ ਏਰੀਏ ਵਿੱਚ। ਤੇ ਮੈਂ ਕਦੇ ਨਹੀਂ ਜੀ ਅੱਜ ਦੇਖਿਆ ਕੁਦਰਤੀ ਕੋਇਨਸੀਡੈਂਸ। ਦੇਖੋ ਤੁਹਾਡਾ ਟੌਪਿਕ ਵੀ ਉਹੀ ਚੱਲ ਰਿਹਾ, ਤੇ ਟੌਪਿਕ ਚੱਲਣ ਤੋਂ ਪਹਿਲਾਂ ਮੈਂ 2 ਬੰਦੇ ਆਪਦੇ ਘਰ ਦੇ ਡਰਾਈਵੇ ਵਿੱਚ ਖੜੇ 2 ਬੰਦੇ ਦੇਖਿਆ ਜਿਹੜੇ ਵੱਡੀਆਂ ਵੱਡੀਆਂ ਕੇਨੀਆਂ ਨਾਲ ਆਪਦੀਆਂ ਗੱਡੀਆਂ ਭਰਨ ਲੱਗੇ ਹੋਇਆ। ਦੈਟ ਮੀਨ ਜਾਂ ਤਾਂ ਉਹ ਗੈਸ USA ਤੋਂ ਆਈ ਆ ਜਾਂ ਐਬਸਫੋਰਡ ਤੋਂ ਆਈ ਆ। ਸਰੀ ਦੀ ਗੱਲ ਕਰ ਰਿਹਾ ਮੈਂ ਅੱਜ ਤੱਕ ਨਹੀਂ ਇਹ ਦੇਖਿਆ। ਮਤਲਬ ਕਹਿਣ ਦਾ ਹੈ ਵੀ ਲੋਕਾਂ ਉੱਤੇ, ਮੈਂ ਤਾਂ ਇਹੀ ਮਹਿਸੂਸ ਕੀਤਾ ਵੀ ਲੋਕਾਂ ਉੱਤੇ ਅਸਰ ਪੈ ਰਿਹਾ ਤੇ ਪੈ ਵੀ ਚੁੱਕਿਆ। ਬਟ ਉਹ ਹੱਲ ਰੌਲਾ ਉਹੀ ਆ ਵੀ ਉਹ ਆਪਦੀ ਆਵਾਜ਼ ਚੱਕਣ ਦਾ ਚੱਕਣ ਕਿੱਥੇ। ਇਸ ਗੱਲੋਂ ਇੰਡੀਆ ਫਿਰ ਵੀ ਅੱਗੇ ਆ। ਜੇ ਕਿਤੇ ਕੁਝ ਹੁੰਦਾ, ਚਾਹੇ ਕੋਈ ਬਲਾਕ ਸੰਮਤੀ ਲੈਵਲ ਦਾ ਮੈਂਬਰ ਕਹਿ ਲਓ, ਇੱਕ ਪੰਚ ਸਰਪੰਚ ਕਹਿ ਲਓ, ਜਾਂ ਕੋਈ ਵੀ ਬੰਦਾ ਮੇਰੇ ਵਰਗਾ ਜਿਹੜਾ ਕਹੇ ਵੀ ਚੱਲ ਆਪਾਂ ਧਰਨਾ ਲਾ ਦਿੰਦੇ ਆ ਵੀ ਚੱਲ ਹੋਰ ਇਹਦਾ ਅਖਬਾਰਾਂ 'ਚ ਖਬਰ ਹੀ ਆਜੂ, ਉਹ ਵੀ ਕਈ ਵਾਰੀ ਛੋਟੀ ਜਿਹੀ ਚੰਗਿਆੜੀ ਵੀ ਲੈ ਭਾਂਬੜ ਬਣ ਜਾਂਦੀ, ਅੱਗ ਬਣ ਜਾਂਦੀ ਆ। ਜੋ ਵੀ ਏਦਾਂ ਇੱਥੋਂ ਦਾ ਸਿਸਟਮ ਥੋੜਾ ਜਿਹਾ ਹੋਰ ਆ। ਬੰਦੇ ਕਹਿੰਦੇ ਚਲੋ ਚੱਲੀ ਜਾਂਦਾ, ਸਾਨੂੰ ਕੀ, ਇੱਥੇ ਤਾਂ ਆਂਢ ਗੁਆਂਢ ਨਹੀਂ ਕਿਸੇ ਨੂੰ ਇੱਕ ਦੂਜੇ ਨੂੰ ਬੁਲਾਉਂਦਾ। ਸੋ ਮੇਰੇ ਹਿਸਾਬ ਨਾਲ ਉਹ ਜੇ ਉਹ ਚੀਜ਼ ਇੱਥੇ ਥੋੜੀ ਬਹੁਤ ਹੋ ਜਾਵੇ, ਥੋੜਾ ਜਿਹਾ ਧਰਨਾ ਟਾਈਪ ਲੈਵਲ ਜਾਂ ਪ੍ਰੋਟੈਸਟ ਇੱਕ ਮਤਲਬ ਮਾਣ ਮਰਿਆਦਾ 'ਚ ਰਹਿੰਦੇ ਹੋਏ ਕੀਤਾ ਜਾਵੇ, ਸ਼ਾਇਦ ਇਹ ਬਣ ਸਕਦੀ ਹੈ ਗੱਲ। ਪਰ ਲੋਕਾਂ ਉੱਤੇ ਇਸ ਚੀਜ਼ ਦਾ ਅਸਰ ਪੈ ਰਿਹਾ ਜੀ। ਮੈਂ ਖੁਦ ਆਪਣੀਆਂ ਅੱਖਾਂ ਨਾਲ ਇਹ ਅੱਜ ਚੀਜ਼ ਦੇਖੀ ਹੈ ਜੀ। ਥੈਂਕ ਯੂ ਵੀਰ ਜੀ। ਆਖਰੀ ਕਾਲਰ ਲਾਈਨ ਨੰਬਰ 3। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲੀ ਵਾਰ ਫੋਨ ਕੀਤਾ ਜੀ ਤੁਹਾਨੂੰ, ਤੇ ਮੈਂ ਪਰਸਨਲ ਆਪਣੀ ਸਟੋਰੀ ਦੱਸਦਾ ਜੀ ਤੁਹਾਨੂੰ ਛੋਟੀ ਜੀ। ਮੈਂ ਕਾਰ ਲਈ ਹੈ ਜੀ ਸ਼ੈਵੀ ਵੋਲਟ। ਇੱਕ ਵੋਲਟ ਹੈ ਜੀ, ਇੱਕ ਬੋਲਟ ਹੈ ਨਾ ਜੀ। ਜਿਹੜੀ ਵੋਲਟ ਹੈਗੀ ਆ ਉਹ ਹਾਈਬ੍ਰਿਡ ਹੈਗੀ ਹੈ, ਹਾਈਬ੍ਰਿਡ ਪਲੱਗ ਇਨ ਹੈਗੀ ਹੈ ਨਾ ਜੀ। ਤੇ ਮੇਰਾ ਗੈਸ 3 ਕਾਰਾਂ ਦਾ ਪਹਿਲਾਂ $1100 ਮਹੀਨੇ ਦਾ ਸੀਗਾ ਜੀ। ਮੇਰੀ ਆਪਣੀ ਛੋਟੀ ਜਿਹੀ ਟਰੱਕਿੰਗ ਕੰਪਨੀ ਆ। ਹੁਣ ਮੇਰਾ ਜਿਹੜਾ ਗੈਸ ਬਿੱਲ ਹੈ ਜੀ ਲਾਸਟ ਮੰਥ ਦਾ 170 ਹੈ ਜੀ, 3 ਕਾਰਾਂ ਦਾ। ਠੀਕ ਹੈ ਜੀ। ਵਾਹ। ਤੇ ਹਾਂਜੀ, ਉਹ ਜਿਹੜੀ ਵੋਲਟ ਹੈਗੀ ਆ ਅੱਜ ਮਈ ਫਸਟ ਹੈ ਜੀ। ਅੱਜ ਵੋਲਟ ਤੇ ਬੋਲਟ ਤੇ $16,000 ਰਿਬੇਟ ਦੇ ਰਹੇ ਜੀ ਤੁਹਾਨੂੰ। ਉਹਦੀ ਸਟਿੱਕਰ ਪ੍ਰਾਈਸ ਹੈਗੀ 38,000 ਤੇ ਤੁਹਾਨੂੰ 22-23,000 ਮਿਲ ਰਹੀ ਹੈ ਜੀ। ਅੱਜ ਮਿਲ ਰਹੀ ਹੈ ਜੀ। ਫੈਡਰਲ 5,000, ਪ੍ਰੋਵਿੰਸ਼ਨਲ 5,000। ਇਫ ਯੂ ਹੈਵ $200 ਦੀ ਵੀ ਕਾਰ ਹੈਗੀ ਤੁਹਾਡੀ, ਜੇ ਤੁਹਾਡੇ ਕੋਲ 6 ਮੰਥ ਦੀ ਇੰਸ਼ੋਰੈਂਸ ਉੱਤੇ ਹੈਗੀ 6,000 ਉਹਦਾ ਦੇ ਰਹੇ ਜੀ ਤੁਹਾਨੂੰ। ਸੋ ਪੌਲ ਜੀ, ਇਹ ਪਲੱਗ ਇਨ ਨੇ ਜਾਂ ਪੂਰੀ ਇਲੈਕਟ੍ਰਿਕ ਵਹੀਕਲ ਨੇ? ਨਹੀਂ ਜੀ ਵੀਰ ਜੀ, ਜਿਹੜੀ ਮੇਰੇ ਕੋਲ ਹੈਗੀ ਆ ਸ਼ੈਵੀ ਵੋਲਟ ਹੈਗੀ ਹੈ ਜੀ, ਉਹ ਪਲੱਗ ਇਨ। ਉਹਦੇ ਵਿੱਚ ਗੈਸ ਇੰਜਨ ਵੀ ਹੈ ਤੇ ਉਹਦੇ ਵਿੱਚ ਆਪਣਾ ਇਲੈਕਟ੍ਰਿਕ ਇੰਜਨ ਵੀ ਹੈਗਾ ਜੀ। 240 ਵੋਲਟ ਦੇ ਨਾਲ 3 ਘੰਟੇ ਚਾਰਜ ਹੋ ਜਾਂਦੀ ਹੈ ਜੀ। ਤੇ ਮੈਨੂੰ ਘੱਟੋ ਘੱਟ 3 ਸਾਲ ਹੋ ਗਏ ਜੀ ਚਲਾਉਂਦੇ ਨੂੰ। ਇੱਕ ਪੈਸਾ ਨਹੀਂ ਮੈਂ ਲਾਇਆ ਜੀ ਉੱਤੇ, ਤੇ ਆਲਮੋਸਟ ਮੈਂ 1,000 ਲੱਖ ਕਿਲੋਮੀਟਰ ਚਲਾ ਚੁੱਕਾ ਜੀ। ਔਰ ਉਹਦੀ ਤੁਸੀਂ ਜਿਹੜਾ ਟੈਸਲਾ ਦੀ ਗੱਲ ਕਰਦੇ ਹੋ, ਟੈਸਲਾ ਤਾਂ ਚਲੋ ਵੱਡੇ ਲੋਕਾਂ ਲਈ ਹੈ ਨਾ ਜੀ, ਇਹ ਆਪਣੇ ਆਮ ਲੋਕਾਂ ਲਈ ਹੈਗੀ ਹੈ ਜੀ। ਲੋਕਾਂ ਨੂੰ ਨੌਲੇਜ ਨਹੀਂ ਹੈਗੀ, ਔਰ ਗੱਡੀ ਕਾਫੀ ਰੋਡ ਤੇ ਆ ਗਈ ਹੈ ਜੀ। ਔਰ ਉਹ 6 ਤੋਂ 7 ਮਹੀਨੇ ਤੁਹਾਨੂੰ ਗੈਸ ਭਰਾਉਣ ਦੀ ਲੋੜ ਨਹੀਂ ਪੈਂਦੀ ਜੀ। ਅੱਛਾ, ਤੇ ਜਿਹੜੀ ਇੱਕ ਵੀ ਨਾਲ ਹੈ ਉਹ ਪਹਿਲਾਂ ਆਈ ਸੀ ਸ਼ੁਰੂ ਦੀਆਂ ਇਲੈਕਟ੍ਰਿਕ ਵਹੀਕਲ ਜਿਹੜੀਆਂ ਕਹਿੰਦੇ ਸੀ ਉਹ ਵੀ ਨਾਲ ਸੀ। ਫਿਰ ਜਿਹੜੀ ਬੀ ਨਾਲ ਹੈ ਉਹਦੇ ਚ ਕੀ ਫਰਕ ਹੈ ਜੀ? ਜਿਹੜੀ ਵੋਲਟ ਹੈ ਜੀ ਉਹ ਟੋਟਲ ਇਲੈਕਟ੍ਰਿਕ ਹੈ ਜੀ। ਉਹ ਜਾਂਦੀ ਹੈ ਜੀ ਘੱਟੋ ਘੱਟ 383 ਕਿਲੋਮੀਟਰ ਇੱਕ ਚਾਰਜ ਤੇ ਜਾਂਦੀ ਹੈ ਜੀ। ਆਈ ਥਿੰਕ ਉਹਦੀ 50,000 ਪ੍ਰਾਈਸ ਹੈ ਜੀ। ਤੇ ਜਿਹੜੀ ਮੈਂ ਲਈ ਹੋਈ ਹੈ ਜੀ $38,000 ਪ੍ਰਾਈਸ ਹੈ ਜੀ। ਤੇ ਮੈਂ 3 ਸਾਲ ਪਹਿਲਾਂ ਲਈ ਸੀ, ਉਦੋਂ ਸਾਨੂੰ $11,000 ਰਿਬੇਟ ਮਿਲਿਆ ਸੀਗਾ ਜੀ ਉਸ ਤੇ। ਹੁਣ 16,000 ਅੱਜ। ਹਾਂਜੀ, ਫੈਡਰਲ ਗਵਰਨਮੈਂਟ ਨੇ ਅੱਜ 5,000 ਰਿਬੇਟ ਹੋਰ ਵਧਾਤਾ ਜੀ ਉੱਤੇ। $16,000 ਰਿਬੇਟ ਹੈ ਜੀ। ਜਿਹਦੇ ਤੱਕ $500 ਦੀ ਵੀ ਕਾਰ ਆ ਤੁਹਾਨੂੰ $16,000 ਮਿਲੂਗਾ ਜੀ ਉਹਦਾ। ਵੈਰੀ ਗੁੱਡ ਵੀਰ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਸਰ। ਕਾਲ ਕਰਦੇ ਰਿਹਾ ਕਰੋ। ਥੈਂਕ ਯੂ। ਸੋ ਇਹ ਸਾਰਾ ਕੰਕਲੂਜਨ ਹੈ। ਹੁਣ ਤੁਹਾਡੀ ਮਰਜ਼ੀ ਹੈ। ਅਸਲ ਇਹ ਵਾਕਈ ਬਹੁਤ ਅਵੱਬ ਤੁਹਾਡੀ ਸਾਡੀ ਸ਼ਕਤੀ ਤੋਂ, ਖਰੀਦ ਦੀ ਸ਼ਕਤੀ ਤੋਂ ਬਾਹਰ ਹੋ ਗਿਆ। $2.25 ਔਰ ਇਹ ਹਰੇਕ ਸੈਂਟ ਹੋਰ ਵਧਣਾ ਜੁਲਾਈ 1 ਨੂੰ। ਤੇ ਜੇ ਕਿਤੇ ਜੇਸਨ ਕੈਨੀ ਨੇ ਆਪਣੇ ਤੌਰ ਤੇ ਜਿਵੇਂ ਉਹ ਕਹਿ ਰਿਹਾ ਕਿ ਮੈਂ ਦੱਸਣਾ ਕਿ ਮੈਂ ਕਿਵੇਂ ਐਕਸਪੋਰਟ ਕਰਨਾ ਹੈ, ਜੇ ਕੋਈ ਉਹਨੇ ਗੜਬੜ ਕਰਤੀ, ਜਾਂ ਸਾਡੀਆਂ ਜਿਹੜੀਆਂ ਹੁਣ ਚੈਰੀ ਪੁਆਇੰਟ ਵਾਲੀ ਰਿਫਾਈਨਰੀ ਬੰਦ ਰਹੀ ਆ ਪਿਛਲੇ ਸਮੇਂ 'ਚ, ਆ ਦੇਖ ਲਓ। ਤੇ ਇਹੀ ਪ੍ਰੋਵਿੰਸ ਆ, ਇਹੀ ਜਗ੍ਹਾ 2001 ਦੇ ਵਿੱਚ 30 ਸੈਂਟ 32 ਸੈਂਟ ਨੂੰ ਗੈਸ ਜਾਂ ਟੈਕਸੀ ਅਸੀਂ ਚਲਾਉਂਦੇ ਸੀ। 30-32 ਸੈਂਟ ਨੂੰ 2000 ਦੇ ਵਿੱਚ 2001 ਚ ਗੈਸ ਭਰਦੇ ਰਹੇ 30 ਸੈਂਟ ਲੀਟਰ। ਤੇ ਅੱਜ $2.25 ਲੀਟਰ ਹੈ। ਟੈਕਸ ਹੇਵਨ ਹੈ ਦੇਸ਼। ਤੇ ਫੈਡਰਲ ਸਰਕਾਰ ਬਿਲੀਅਨਸ ਆਫ ਡਾਲਰ ਸਰਕਾਰ ਆਪਣੇ ਇਹਨਾਂ ਨੂੰ ਦੇ ਰਹੀ ਹੈ, ਵੱਡੀਆਂ ਕੰਪਨੀਆਂ ਨੂੰ। ਇਹੀ ਕੰਪਨੀਆਂ ਬਾਹਰਲੇ ਦੇਸ਼ਾਂ ਦੇ ਵਿੱਚ 10-10, $12 ਪੇ ਕਰਦੀਆਂ ਬੈਰਲ ਦਾ, ਤੇ ਇਹੀ ਕੰਪਨੀਆਂ ਕੈਨੇਡਾ ਦੇ ਵਿੱਚ $4 ਕਰਦੀਆਂ ਪੇ।
ਇਹ ਬਸ ਜਿਵੇਂ ਉਹ ਦੱਸ ਕੇ ਗਏ ਨੇ ਪਹਿਲਾਂ ਸਾਰੇ ਕਾਲਰਾਂ ਨੇ ਅੱਜ ਬਹੁਤ ਜਾਣਕਾਰੀ ਦਿੱਤੀ। ਅਵਤਾਰ ਸਿੰਘ ਹੋਣੀ ਬਹੁਤ ਡੀਟੇਲ 'ਚ ਦੱਸ ਕੇ ਵੀ ਗੱਲ ਘੁੰਮ ਕਿਵੇਂ ਰਹੀ। ਦਲਵੀਰ ਸਿੰਘ ਹੋਣੀ ਬਹੁਤ ਦੱਸ ਕੇ ਗਏ ਨੇ। ਵਪਾਰਕ ਸੰਦੇਸ਼ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਕਾਲ ਇਨ ਕੀਤਾ। ਵਪਾਰਕ ਸੰਦੇਸ਼ ਮੁੜ ਕੇ ਆ ਕੇ ਗੀਤ ਸੁਣਾਉਣਾ ਤੇ ਫਿਰ ਕਹਾਣੀ ਅੱਜ ਤੁਹਾਡੇ ਲਈ ਰਾਮ ਸਰੂਪ ਅਣਖੀ ਜੀ ਦੀ। ਆਪਣੇ ਕਾਰੋਬਾਰ ਨੂੰ ਸਹੀ ਲੋਕਾਂ ਤੱਕ ਸਹੀ ਢੰਗ ਨਾਲ ਸਹੀ ਸਮੇਂ ਤੇ ਪਹੁੰਚਾਓ। ਲੌਂਗ ਦੇ ਲਿਸ਼ਕਾਰੇ ਦਾ ਇੱਕ ਮੇਰੇ ਸੀਨ ਯਾਦ ਆ ਗਿਆ ਜਿੱਥੇ ਤਾਰੋ ਕੱਪੜੇ ਧੋਂਦੀ ਹੁੰਦੀ ਆ ਤੇ ਖੂਹੀ ਤੇ ਖੂਹੀ ਦੇ ਪਰਲੇ ਪਾਸੇ ਦੀ ਨਾਲ ਦੀ ਕੰਧ ਜਿੱਧਰ ਖੇਲ ਹੁੰਦੀ ਆ ਉਹਦੇ ਬਾਹਰ ਦੀ ਦਾਤ ਕੱਢ ਕੇ ਮੇਰ ਮਿੱਤਲ ਕਹਿੰਦਾ ਗੱਲ ਤਾਂ ਮੌਕੇ ਦੀ ਚੱਲਦੀ ਹੈ। ਕਹਿੰਦਾ ਸੈਂਤ ਤਾਰੋ ਬੈਠੀ ਹੈ। ਤਾਰੋ ਉੱਧਰ ਕਹਿਣ ਲੱਗੀ ਹੋਈ ਹੈ ਕਹਿੰਦੀ ਅਸੀਂ ਤਾਂ ਭਾਈ ਬਹੁਤ ਔਖੇ ਆ। ਤਾਰੋ ਦੇ ਨਾਲ ਇੱਕ ਹੋਰ ਬੈਠਿਆ ਕਹਿੰਦੀ ਮੈਂ ਤਾਂ ਜਵਾਕਾਂ ਨੇ ਤੰਗ ਕੀਤੀ ਪਈਆਂ ਪੋਤੜੇ ਤੇ ਪੋਤੜਾ ਧੋ ਕੇ ਮੇਰੀ ਤਾਂ ਬੱਸ ਹੋਈ ਰਹਿੰਦੀ ਹੈ ਇੰਨੀ ਔਖੀ। ਮੇਰੀ ਐਡਵਰਟਾਈਜ਼ਮੈਂਟ ਨੇ ਬੱਸ ਕਰਾਈ ਹੈ। ਜਾਨੂੰ ਗੱਲ ਤੋੜਦਾ ਜਾਨੂੰ ਦੂਜਾ ਬਲੌਕ ਆ ਜਾਂਦਾ। ਹੁਣ ਐਡਵਰਟਾਈਜ਼ਮੈਂਟ ਇੱਕ ਹੋਰ ਸੁਣ ਲਓ ਤੇ ਫਿਰ ਆ ਕੇ ਸੁਣਾਉਣਾ ਤੁਹਾਨੂੰ ਕਹਾਣੀ। ਬਘੇਲੋ ਸਾਧਣੀ ਗਲ ਤੇੜ ਕੁੜਤੀ ਸਲਵਾਰ ਤੇ ਸਿਰ ਤੇ ਵਾਲਾਂ ਦਾ ਬੰਦਿਆਂ ਵਾਂਗੂ ਜੂੜਾ ਕਰਕੇ 2 ਗਜ 4 ਖਾਨੇ ਸਮੋਸੇ ਦਾ ਸਾਫਾ ਬੰਨਿਆ ਦਾ ਨੱਕ ਕੰਨ ਦੀ ਟੂਮ ਕੋਈ ਨਹੀਂ ਪੈਰੀ ਮੋਢੀ ਜੁੱਤੀ ਮੋਢੇ ਧਰੀ ਕੰਨ ਤੱਕ ਉੱਚੀ ਡਾਂਗੇ। ਬਘੇਲੋ ਸਾਧ ਨਹੀਂ ਸੀ। ਉਹਦੇ ਮੂੰਹ ਤੇ ਉਹਨੂੰ ਲੋਕ ਕੋਈ ਬਘੇਲ ਕੋ ਰੱਖਦੇ। ਅੱਗੇ ਜਾ ਰਹੀਆਂ 2 ਮੱਝਾਂ ਤੇ ਇੱਕ ਬੱਚੀ ਪਿੱਛੇ ਉਹਦਾ ਪੋਤਾ ਵੱਡੇ ਮੁੰਡੇ ਦਾ ਨੱਚਦਾ ਟੱਪਦਾ ਥਾਂ ਦੀ ਥਾਂ ਪਸ਼ੂ ਗਾਂਹ ਲੰਘ ਗਏ। ਬਘੇਲੋ ਸੱਥ 'ਚ ਖੜ ਗਈ। ਖੁੰਡਰ ਤੇ 2 ਛੜੇ ਬੈਠੇ। ਜਗਤਾ ਕਹਿੰਦਾ ਅੱਜ ਬਹੁਤ ਗੁਲਾਬ ਹੋਈ ਬੈਠੀ ਆ ਗੁਲਾਬ ਕੁਰੇ। ਉਹ ਕਹਿੰਦੀ ਮੇਰਾ ਨਾਮ ਬਘੇਲ ਕੁਰਾ। ਆਹੀ ਕਹਿਣਾ ਅੱਛਾ ਮੇਲਾ ਲੱਗਣ ਵਾਲਾ ਛਪਾਰ ਦਾ ਆਪਾਂ ਦੋਨੇ ਨਾਲ ਜਾ ਵੜੀਏ ਉੱਥੇ ਮੂੰਹ 'ਚ ਕੁੱਢਣ ਦੇ ਦੂੰ ਜੇ ਦੁਬਾਰਾ ਕਿਹਾ। ਨਾਲੇ ਜਿਹੜੀ ਸੱਪ ਵਾਂਗੂ ਜੀਭ ਜੀ ਘਮਾਉਣਾ ਨਾ ਜੀਭਾਂ ਤੇ ਬੁੱਲਾਂ ਤੇ ਸਿੱਧਾ ਕਰ ਦੂੰ। ਆ ਡਾਂਗ ਆ ਮੇਰੇ ਕੋਲ ਇਹਦਾ ਬੁੱਲ ਚੁੱਕੇ ਹੋਏ ਜੀ ਬੁੱਲਾ ਚੁੱਕਿਆ ਤੇ ਜੀ ਫੇਰਦਾ ਮੈਂ ਹੋਰ ਤੈਨੂੰ ਜਾਣਦੀ ਆ ਮੈਂ ਤੈਨੂੰ ਸਿੱਧਾ ਰਿਹਾ ਕਰਨ ਵਾਲੇ ਦੋਤਿਆਂ ਪੋਤਿਆਂ ਵਾਲਾ ਹੁਣ ਨਰਮ ਨਹੀਂ ਹੈ ਤੂੰ। ਮੈਂ ਵੀ ਦਾਦੀ ਬਣੀ ਹੋਈ ਐ ਸਿੱਧੀ ਗੱਲ ਕਰਿਆ ਕਰ। ਪਹਿਲੀ ਗੱਲ ਵਾਲੀ ਗੱਲ ਨਹੀਂ ਹੋਣੀ ਹੁਣ ਦੂਜੀ ਹੋਣੀ ਹੈ। ਪਹਿਲਾਂ ਕਿਹੜਾ ਕਦੇ ਪਹਿਲੀ ਹੋਈ ਹੈ ਦੂਜੀ ਹੋਈ ਹੈ। ਚੰਗਾ ਸ਼ਰਾਬੀ ਸਾਹਿਬ ਜਿਵੇਂ ਤੂੰ ਕਹੇ ਉਕਣੇ ਸਹੀ। ਜਗਤ ਨੇ ਗੱਲ ਕੀਤੀ। ਨੱਥੂ ਕਹਿੰਦਾ ਸਰਦਾਰਨੀਆਂ ਤੇਰੀਆਂ ਤਾਂ ਪੰਜੇ ਘਿਓ 'ਚ ਨੇ। ਉਹ ਕਹਿੰਦਾ ਸਿਰ ਵੀ ਇਹਦਾ ਘਿਓ 'ਚ। ਖੜੇ ਹੋਣ ਦਾ ਅੰਦਾਜ਼ ਉਹਦਾ ਡਾਂਗ ਦੀ ਇੱਕ ਹੁੱਜ ਖੁੰਡ ਦੀ ਓਠ ਨਾਲ ਜਿੱਥੇ ਛੜੇ ਬੈਠੇ ਸੀ ਦੂਜੀ ਹੁੱਜ ਠੋਡੀ ਹੇਠ। ਡਾਂਗ ਦਾ ਸਿਰਾ ਮੁੰਨੀ ਵਿੱਚ ਘੁੱਟ ਕੇ ਮੁੱਠੀ 'ਚ ਘੁੱਟ ਕੇ ਰੱਖਿਆ। ਦੂਜਾ ਹੱਥ ਵੱਕੀ ਤੇ ਠੰਬੇ ਨਾਲ ਗੱਲ ਕਰਦੀ। ਚੱਲ ਮੈਂ ਜਾਨੀ ਆ ਡੰਗਰ ਗਏ ਗਾਹਾਂ ਨੂੰ। ਬਘੇਲੋ ਤੁਰ ਗਈ। ਬਹੁਤ ਚਰਚਿਤ ਔਰਤ ਸੀ। ਲੋਕ ਗੱਲਾਂ ਕਰਦੇ ਪਰ ਬੋਲਦੇ ਨਾ ਡਰਦੇ ਸੀ। ਕੈੜੀ ਬਹੁਤ ਸੀ ਜਵਾ ਬਹੁਤ ਸੀ ਕੱਦ ਕਾਠ ਬਹੁਤ ਸੀ। ਮਾੜਾ ਬੰਦਾ ਤਾਂ ਇਉਂ ਲੱਗਦਾ ਵੀ ਗੋਦੀ ਚੱਕ ਨੂੰ 6 ਫੁੱਟ ਦੀ ਸੀ ਬਘੇਲੋ। ਪੇਕਿਆਂ ਦੇ ਪਿੰਡੋਂ ਸਾਧ ਦੇ ਡੇਰੇ ਪੜ੍ਹੀ। ਹੋਰ ਮੁੰਡੇ ਕੁੜੀ ਵੀ ਆ ਵੀ ਪੜ੍ਹਦੇ ਸੀ। ਸਭ ਚਿੱਟਾ ਬਾਣਾ ਪਾਉਂਦੇ ਕੁੜੀਆਂ ਮੁੰਡਿਆਂ ਵਾਂਗ ਸਾਰੇ ਇਕੱਠੇ ਰਹਿੰਦੇ। ਪਰ ਬਘੇਲੋ ਪਹਿਲੇ ਦਿਨ ਸਿਰ ਤੇ ਜੂੜਾ ਬੰਨ ਕੇ ਰੱਖਦੀ। ਸਾਰੀਆਂ ਕੁੜੀਆਂ ਨਾਲੋਂ ਵੱਧ ਹੁੰਦੜ ਹੇਲ ਹੱਡਾਂ ਪੈਰਾਂ ਦੀ ਖੁੱਲੀ ਉੱਚੇ ਕੱਦ ਦੀ ਪਰ ਜਵਾਨ ਜਿਵੇਂ ਸੋਹਣਾ ਮੁੰਡਾ ਹੋ। ਉਹ ਮੁੰਡਿਆਂ ਵਾਂਗੂ ਹੀ ਬੋਲਦੀ। ਮੈਂ ਨਹੀਂ ਜਾਂਦਾ ਅੱਜ ਪਿੰਡ 'ਚ ਦੁੱਧ ਗਜਾ ਕਰਨ ਨੂੰ। ਮੈਂ ਖਾਊਂਗਾ ਪਹਿਲਾਂ ਪ੍ਰਸ਼ਾਦਿਆਂ ਦੀ ਮੈਨੂੰ ਬਹੁਤ ਭੁੱਖ ਲੱਗੀ ਹੈ। ਡੇਰੇ ਦਾ ਮਹੰਤ ਦੀ ਉਹ ਕੁੰਜੀ ਮੁਖਤਿਆਰ ਬਣ ਗਈ। ਫਿਰ 5 ਕਰੇ 50 ਕਰੇ ਮਹੰਤ ਉਹਨੂੰ ਵਰਜਦਾ ਨਾ। ਅੱਖੋਂ ਕਾਣਾ ਸੀ ਖਾਸੀ ਉਮਰ ਦਾ ਧਾਗੇ ਤਵੀਤ ਬੈਰਗੀ ਕਰਦਾ। ਜ਼ਮੀਨ ਵੀ ਸੀ ਪਿੰਡ ਵਾਲੇ ਦੇ ਕੇ ਕਣਕ ਦੀਆਂ ਬੋਰੀਆਂ ਛੱਤਣੀ ਲੱਗੀਆਂ। ਮਹੰਤ ਨਰੈਣ ਦਾਸ ਦਾ ਛੋਟਾ ਭਾਈ ਕਾਕੂ ਸੀ ਜਿਹੜਾ ਦੂਰ ਰਹਿੰਦਾ ਖੇਤੀ ਪੱਤੀ ਦਾ ਕੰਮ ਕਰਦਾ। ਮਹੰਤ ਨੇ ਵਿਆਹ ਨਾ ਕੀਤਾ ਹੋਰ ਜ਼ਮੀਨ ਲੈਤੀ। ਕਾਕੂ ਇੱਕ ਸੀਰੀ ਰਲਾ ਕੇ ਸਿਰੇ ਦੀ ਬਾਹੀ ਕਰਦਾ। ਵਿਆਹ ਜਦ ਕੀਤਾ ਮਹੰਤ ਨੇ ਕਾਕੇ ਦੀ ਬਹੂ ਕੋਲ 2 ਕੁੜੀਆਂ 50 ਨੂੰ ਢੁੱਕਣ ਵਾਲਾ ਮੁੰਡਾ ਬਹੂ ਜੰਮ ਕੇ ਆਪ ਪੂਰੀ ਹੋ ਗਈ। 2 ਸਾਲ ਦਾ ਹੋ ਕੇ ਫਿਰ ਮੁੰਡਾ ਹੀ ਮਰ ਗਿਆ। ਕੁੜੀਆਂ ਅਡਾਰ ਸੀ ਬੁਰਾ ਹਾਲ ਹੋ ਗਿਆ। ਕਾਕਾ ਸੀ ਉਹਦੇ ਘਰ ਦਾ ਬਾਹੀ ਦਾ ਕੰਮ ਖੁਚਲ ਗਿਆ। ਉਹਦੀ ਬਹੂ ਉਹ ਤੋਂ 15 ਸਾਲ ਛੋਟੀ ਸੀ। ਸਾਕ ਉਦੋਂ ਵੀ ਮਸਾਂ ਹੋਇਆ ਸੀ। ਹੁਣ ਇਸ ਉਮਰ 'ਚ ਡੋਲਾ ਕਿੱਥੋਂ। ਨਰੈਣ ਦਾਸ ਤੋਂ ਭਾਈ ਦਾ ਦੁੱਖ ਨਾ ਝੱਲਿਆ ਜਾਂਦਾ। ਬਘੇਲੋ ਦੇ ਮਾਪਿਆਂ ਨੇ ਮਹੰਤ ਨਰੈਣ ਦਾਸ ਉੱਤੇ ਅਪਕਾਰ ਕੀਤਾ। ਗਰੀਬ ਜੱਟ ਸੀ ਜ਼ਮੀਨ ਥੋੜੀ ਸੀ ਖੇਤੀ ਦਾ ਕੰਮ ਮਸਾਂ ਤੁਰਦਾ। ਜਵਾਕਾਂ ਦੀ ਪੂਰੀ ਪਾਲ 5 ਕੁੜੀਆਂ ਪਿੱਛੋਂ 2 ਮੁੰਡੇ। ਬਘੇਲੋ ਬੜੀ ਸਭ ਤੋਂ
ਬਾਪੂ ਲਾਲਚ ਆ ਗਿਆ ਅੰਦਰ ਖਾਂਤੇ, ਮਹੰਤ ਨੇ ਪਤਾ ਨਹੀਂ ਕੀ ਦਿੱਤਾ, ਬਘੇਲੋ ਕਾਕੂ ਨੂੰ ਵਿਆਹ ਤੀ ਜਿਵੇਂ ਗਾਂ ਦਾ ਰੱਸਾ ਕਿੱਲਿਆਂ ਖੋਲ ਕੇ ਕਿਸੇ ਤੀਜੇ ਤੇ ਹਾਕ ਨੂੰ ਫੜਾਇਆ ਹੋਵੇ। ਮਸਾਂ 20 ਦੀ ਸੀ, ਗੁੰਮਸੁੰਮ ਹੋ ਗਈ। ਇੱਕ ਪਾਸੇ ਮਾਪਿਆਂ ਦੇ ਘਰ ਦੀ ਮੰਦਹਾਲੀ, ਦੂਜੇ ਆਪਣੇ ਗੁਰੂ ਮਹੰਤ ਨਾਰਾਇਣ ਦਾਸ ਦਾ ਨੇਕ ਹੁਕਮ। ਕਾਕੂ ਨੇ ਦੂਜਾ ਵਿਆਹ ਤਾਂ ਕਰਵਾ ਲਿਆ, ਚਾਹੇ ਰੋਟੀ ਪੱਕਦੀ ਹੋਗੀ। ਕੁੜੀਆਂ ਕਿੰਨੇ ਕੁ ਸਾਲ ਬਹਿੰਦੀਆਂ, ਕੁੜੀਆਂ ਵਿਆਹੀਆਂ ਗਈਆਂ, ਪਰ ਕਾਕੂ ਬੁੜਾ ਹੋ ਗਿਆ, ਥੋਤ ਸੀ, ਝੂਠਾ ਸੀ। ਤੇ ਬਘੇਲੋ ਕੁੜੀਆਂ ਵਿੱਚ ਕੁੜੀ ਬਣ ਕੇ ਰਹਿੰਦੀ, ਉਹ ਹਾਸਿਆ ਖੇਡ ਕੇ ਉਹਦਾ ਦਿਨ ਨਿਕਲਦਾ। ਕਾਕਾ ਸੂ ਦਾੜੀ ਰੰਗ ਕੇ ਰੱਖਦਾ, ਸਿਆਲਾਂ 'ਚ ਦਵਾਈਆਂ ਪਾ ਕੇ ਪੰਜੀਰੀ ਰੜਾਉਂਦਾ। ਮਹੰਤ ਨਾਰਾਇਣ ਦਾਸ ਉਹਦੇ ਲਈ ਤਾਕਤ ਦੀਆਂ ਗੋਲੀਆਂ ਭੇਜਦਾ, ਤਾਕਤ ਵਾਲੀਆਂ ਗੋਲੀਆਂ ਉਹ ਖਾਂਦਾ। ਕਾਕਾ ਸਿੰਘ ਚਾਹੁੰਦਾ ਮੁੜ ਕੇ 18 ਵਰਸ ਦਾ ਬਣੇ, ਪਰ ਕਿੱਥੇ। ਸੁੱਕੀ ਲੱਕੜ ਤੇ ਚਾਹੇ ਘਿਓ ਪੂਰਾ ਇੱਕ ਟੀਨ ਦੇਸੀ ਘਿਓ ਦਾ ਸਿੱੜਦੇ ਤਰ ਨਹੀਂ ਹੋ ਸਕਦੀ। ਪੁਰਾਣੇ ਹੱਡ ਤੇ ਨਵੇਂ ਹੱਡਾਂ ਦਾ ਫਰਕ ਹੈ। ਤੇ ਫਿਰ ਇੱਕ ਦਿਨ ਗੱਲ ਕੀ ਹੋਈ, ਵੱਡੀ ਬਾਂਹ ਵਾਲੇ ਜੈਮਲ ਦਾ ਉਹਨਾਂ ਦੇ ਘਰ ਆਉਣਾ ਜਾਣਾ ਹੋ ਗਿਆ। ਕਾਕਾ ਸਿੰਘ ਦੇ ਨੇੜੇ ਹੋ ਗਿਆ। ਕਾਕਾ ਸਿੰਘ ਨੂੰ ਜੈਮਲ ਬਗੈਰ ਸਾਹ ਨਾ ਆਉਂਦਾ, ਘਰੇ ਵੀ ਉਹਦੇ ਨਾਲ ਖੇਤੀ ਵੀ। ਕਾਕਾ ਸਿੰਘ ਕਿਤੇ ਵੀ ਜਾਂਦਾ ਜੈਮਲ ਉਹਦੇ ਨਾਲ। ਜੈਮਲ ਦੇ ਕੋਲ ਪਿਓ ਕੋਲ ਜ਼ਮੀਨ ਥੋੜੀ ਸੀ, ਦਿਨ ਕਟੀ ਜਿਹੀ ਕਰਦਾ। ਜੈਮਲ ਜਦੋਂ ਦਾ ਜਵਾਨ ਹੋਇਆ ਲੋਕਾਂ ਦੇ ਕੰਮ ਧੰਦੇ ਕਰਦਾ ਰਹਿੰਦਾ। ਇੱਕੋ ਪੁੱਤ ਸੀ ਮਾਂ ਦਾ। ਪਿਓ ਜਦੋਂ ਥਿਪ ਗਿਆ, ਜੈਮਲ ਇੱਧਰੋਂ ਉੱਧਰੋਂ ਦਾਣਾ ਫੱਕਾ ਇਕੱਠਾ ਕਰਦਾ, ਮਾਂ ਨੂੰ ਦਿੰਦਾ, ਘਰ ਦਾ ਗੁਜ਼ਾਰਾ ਚੱਲਦਾ। ਜੈਮਲ ਨੂੰ ਐਬ ਕੋਈ ਨਹੀਂ ਸੀ, ਸ਼ਰਾਬ ਨਹੀਂ ਸੀ ਪੀਂਦਾ, ਮੁੰਡੇ ਢਾਂਚ ਬਹਿ ਕੇ ਮੁੰਡਿਆਂ ਵਾਲੀਆਂ ਗੱਲਾਂ ਨਾ ਕਰਦਾ। ਲੋਕ ਉਹਨੂੰ ਮੋਨੀ ਸਾਧ ਕਹਿੰਦੇ। ਸੰਧੂ ਦੀ ਘਲਾੜੀ ਤੇ 2 ਰਾਤਾਂ ਦਾ ਅਣੀਂਦਾ ਸੀ। ਗੱਡਿਆਂ ਦੇ ਗੱਡੇ ਇੱਕ ਮੁੱਕਣ 'ਚ ਨਹੀਂ ਆਉਂਦਾ। ਤੀਜੀ ਰਾਤ ਨੂੰ ਘਲਾੜੀ 'ਚ ਗੰਨੇ ਲਾਉਂਦਾ ਸੀ, ਜਦ ਖੱਬਾ ਹੱਥ ਗੰਨਿਆਂ ਦੇ ਨਾਲ ਹੀ ਬੇਲਣੇ 'ਚ ਚੜ ਗਿਆ। ਜਾਨੂ ਰੌਲਾ ਪੈ ਗਿਆ, ਭੱਜ ਕੇ ਜਾਨੂ ਜੈਮਲ ਕੋਲ ਆਇਆ। ਉਹ ਕੀ ਹੋ ਗਿਆ, ਉਹ ਕੀ ਹੋ ਗਿਆ, ਉਹ ਕੱਢੋ ਕੱਢੋ। ਬੌਲ ਦੇ ਪਿੱਛੇ ਮੋੜੇ, ਪਾਣਾ ਵੀਰ ਗਿਆ, ਕੂਹਣੀ ਤੱਕ ਬਾਂਹ ਗੰਨੇ ਦੀ ਫੋਕ ਬਣ ਗਈ। 4 ਜਣੇ ਮੰਜੇ ਤੇ ਪਾ ਕੇ ਲੈ ਕੇ, ਬਾਂਹ ਤੇ ਸਮੋਸਾ ਬੰਨਤਾ। ਪਿੰਡ ਦੇ ਪ੍ਰਾਈਵੇਟ ਡਾਕਟਰ ਨੂੰ ਜਗਾਇਆ। ਅੱਧੀ ਰਾਤ ਹੋ ਗਈ, ਸੂਬਾ ਲਾਤਾ। ਦਿਨ ਚੜ੍ਹਦਾ ਘਰ ਦੀ ਕੱਢੀ ਦਾਰੂ ਪਿਲਾਉਂਦੇ ਰਹੇ। ਪਹਿਲੀ ਵਾਰ ਦਾਰੂ ਪੀਤੀ। ਮੁੰਡੇ ਦਾ ਲਹੂ ਜਿਵੇਂ ਤਿਪ ਕਰਕੇ ਸੁੱਕ ਗਿਆ। ਝੱਕਰੇ ਜਿਹੜਾ ਮੂੰਹ ਬਾਂਦਰ ਦੀ ਬੂਥੀ ਨਿਕਲਿਆ, ਪਰ ਦਿਨ ਪਾ ਕੇ ਉਹ ਫੇਰ ਭਰਨ ਲੱਗਾ। ਨਵਾਂ ਹੱਡ ਸੀ ਸਰੀਰ 'ਚ, ਵੱਜ ਪੈ ਗਈ, ਪਰ ਜਵਾਨ ਹੋ ਗਿਆ। ਸੱਜੀ ਬਾਂਹ ਜਿਵੇਂ ਲੋਹੇ ਦੀ ਬਣੀ ਹੋਵੇ, ਇੱਕ ਬਾਂਹ ਨਾਲ ਕੌਡੀ ਖੇਡਦਾ। ਖੱਬੀ ਬਾਂਹ ਦੇ ਟੁੰਡ ਥੱਲੇ ਅਗਲੇ ਦਾ ਮੁਰਚਾ ਨੱਪ ਲੈਂਦਾ। ਇਉਂ ਹੁੰਦਾ ਜਿਵੇਂ ਘਲਾੜੀ 'ਚ ਮੁਰਚਾ ਦੇਤਾ ਹੋਵੇ। ਬਘੇਲੋ ਦੇ ਘਰੇ ਆਉਣ ਜਾਣ ਹੋ ਗਿਆ। ਬਘੇਲੋ ਨੇ 2-2 ਸਾਲ ਦੀ ਬਿੱਥ ਦੇ ਉੱਪਰ ਥਲੀ 3 ਪੁੱਤ ਜੰਮੇ। 6 ਸਾਲਾਂ 'ਚ 3 ਤਿੰਨੇ ਪਾਲ ਪੋਸ ਕੇ ਜਵਾਨ ਕਰਤੇ। ਸੌਖਣ ਦੀਆਂ 2 ਧੀਆਂ ਦਾ ਸਾਰੀ ਬੰਤ ਬਣਾਤੀ। ਚੰਗੇ ਘਰ ਤੋਰਤੀਆਂ। ਪੁੱਤ ਵਿਆਹੁਣ ਲੱਗੀ, ਦਿਨ ਪੈਂਦੇ ਇੱਕ ਇੱਕ ਕਰਕੇ 3 ਨੂੰਹਾਂ ਆ ਗਈਆਂ। ਪੁੱਤਾਂ ਦਾ ਪਰਿਵਾਰ ਵਧਣ ਲੱਗਾ। ਮੁੰਡੇ ਇਕੱਠੇ ਮਾਂ ਦੀ ਆਗਿਆ ਜਮਾਂ ਦੇ ਸਿਰ ਤੋੜ ਕਮਾਈ ਕਰਦੇ। 4ਵੇਂ-5ਵੇਂ ਬਾਰੇ ਨਵੀਂ ਭੋਏ ਗਹਿਣੇ ਬੈ ਲੈ ਤੁਰ। ਕਾਕਾ ਸਿਓ ਮਰ ਗਿਆ। ਤੀਜੇ ਮੁੰਡੇ ਨੂੰ ਵਿਆਹ ਕੇ ਮਰਿਆ। ਮੁੰਡਿਆਂ ਨੇ ਉਹਦਾ ਹਾਕਮਾ ਕੀਤਾ, ਦਾਨ ਪੁੰਨ ਪੂਰਾ ਪੈਸਾ ਲਾਇਆ ਅਖਬਾਰ 'ਚ। ਕਾਕਾ ਸਿੰਘ ਦੀ ਬੱਲੇ ਬੱਲੇ ਗਈ। ਜੈਮਲ ਜਿਉਂਦਾ ਹਲੇ, ਬਘੇਲੋ ਦੇ ਘਰੇ ਰਹਿੰਦਾ ਹੁਣ। ਹੁਣ ਤਾਂ ਉਹ ਵੀ ਖਾਸਾ ਬੁੜਾ ਲੱਗਦਾ। ਬਘੇਲੋ ਦੇ ਮੁੰਡੇ ਤੇ ਨੂੰਹਾਂ ਉਹਦਾ ਪੂਰਾ ਆਦਰ ਮਾਣ ਕਰਦੇ। ਚਾਚਾ ਚਾਚਾ ਹੁੰਦੀ, ਮੰਜੇ ਤੇ ਬੈਠੇ ਨੂੰ ਰੋਟੀ ਟੁੱਕ ਮਿਲਦਾ। ਘਰ ਦੀ ਅੱਡ ਬੈਠਕ 'ਚ ਬਹਿੰਦਾ, ਬੈਠਕ ਦੀ ਲਵਾਰੀ ਨੂੰ ਜਿੰਦੀ ਲਾ ਕੇ ਰੱਖਦਾ। ਬਘੇਲੋ ਦੇ ਪੋਤੇ ਪੋਤੀਆਂ ਜੈਮਲ ਦੇ ਆਲੇ ਦੁਆਲੇ ਫਿਰਦੇ। ਬਘੇਲੋ ਦੁੱਧ ਪਾਣੀ ਲਿਜਾ ਕੇ ਕੋਲ ਮੰਜੇ ਤੇ ਬਹਿੰਦੀ। ਹੋਰ ਸੁਣਾ ਤੇਰਾ ਕੀ ਹਾਲ ਹੈ? ਬਸ ਚੜ੍ਹਦੀ ਕਲਾ ਸ਼ਿੰਗਾਰਦੀ। ਤੈਨੂੰ ਦੇਖ ਕੇ ਖੁਸ਼ ਹਾਂ, ਬਾਗੋ ਬਾਗ ਹੈ। ਬਾਹਲੀ ਕੱਟੀ ਗਈ, ਥੋੜੀ ਰਹਿ ਗਈ, ਤੁਰ ਜਾਣਾ ਹੁਣ ਆਪਾਂ ਇਸ ਦੁਨੀਆ ਤੋਂ। ਆ ਨਾ ਕਿਹਾ ਕਰਨ ਵਾਲੇ ਤੂੰ, ਮੈਂ ਤੈਨੂੰ ਇਹ ਕਹਿਣੀ ਆ ਨਾ ਕਿਹਾ ਕਰ। ਤੁਰਨਾ ਤਾਂ ਤੁਰਨਾ ਹੀ ਹੈ। ਐ ਕਹਿ ਕੇ ਵੱਧ ਤੇਜ਼ ਤੁਰ ਜਾਏਗਾ, ਨਾਲ ਹੀ ਜਾਵਾਂਗੇ ਅੱਗੇ ਪਿੱਛੋਂ। ਬਘੇਲੋ ਕਹਿੰਦੀ। ਬਘੇਲੋ ਜਾਣਦੀ ਸੀ ਰੜੇਪੇ ਜਿਹਾ ਸਵਾਗ ਉਹਨੇ ਕਿਵੇਂ ਹਟਾਇਆ। ਸ਼ੇਰਾਂ ਦੇ ਵਿੱਚ ਮੂੰਹ ਰਹਿ ਕੇ ਉਹਨੇ ਕਿਵੇਂ ਜਾਨ ਬਚਾਈ। ਪਿੰਡ ਦੇ ਲੋਕਾਂ 'ਚ ਜਦ ਕਾਕੇ ਕੋਲ ਆਈ, ਪਿੰਡ ਦੇ ਸਾਰੇ ਮੂੰਹ ਅੱਡੀ ਰਹਿੰਦੇ। ਪਹਿਲਾਂ ਤਾਂ ਦੁਰਚਰਚਾ ਹੁੰਦੀ ਕਿ ਨੰਗੇ ਮੂੰਹ ਰਹਿੰਦੀ ਆ, ਕਿਸੇ ਬੁੱਢੇ ਠੇਰੇ ਦੀ ਸੰਗ ਸ਼ਰਮ ਨਹੀਂ ਕਰਦੀ, ਪਸ਼ੂਆਂ ਨੂੰ ਬੰਦਿਆਂ ਨੂੰ ਗਾਲਾਂ ਕੱਢਦੀ ਹੈ। ਫਿਰ ਉਹਨੂੰ ਸੁਣਾ ਲੋਕ ਬੋਲੀਆਂ ਮਾਰਦੇ। ਓਏ ਕਾਣੇ ਨੇ ਆਪਦੀ ਜੂਠੀ ਭਗਾ ਕੇ ਮਾਰੀ। ਕਾਕੂ ਧੌਲ ਦਾੜੀਆ ਟੱਬਰ ਟੀਹੀ ਵਾਲਾ ਬਣਿਆ ਬੈਠਾ, ਨਿੰਗੇ ਜਾਂਦੇ ਕਹਿੰਦੇ। ਓਏ ਧੌਲ ਦਾੜੀਆ ਤਾਂ ਘਰ ਬਾਰੀ ਆ ਬਾਈ, ਉਹਦਾ ਸਾਰਾ ਹੀ ਹੈ। ਟੁੰਡਾ ਕਾਰੋ ਮੁਖਤਿਆਰ ਹੈ ਪਿੰਡ ਵਾਲਿਆਂ ਨੂੰ। ਜੇ ਨਿੰਗਦੀ ਜਾਂਦੀ ਕਹਿੰਦਾ ਵੀ ਤੈਂ ਦੱਸ ਫੇ ਕੀ ਲੈਣਾ। ਜਦੇ ਡਾਂਗ ਉਹ ਰੱਖ ਕੇ ਮੁੱਠੀ ਉੱਪਰ ਰੱਖ ਕੇ ਕਹਿੰਦੀ ਤੈਂ ਦੱਸ ਤੂੰ ਕੀ ਲੱਗਦਾ। ਉਹ ਆਵੇ ਨਾ ਆਵੇ ਤੈਨੂੰ ਦੱਸ ਕਿਉਂ ਸੂਰ ਹੁੰਦੀ ਹੈ। ਬਘੇਲੋ ਦੇ ਮੂਹਰੇ ਕੋਈ ਨਾ ਬੋਲਦਾ। ਖੰਡ ਦੀ ਬੋਰੀ ਹੈ, ਜਿਹੜਾ ਮਰਜੀ ਛਕ ਜੇ। ਕਿਹਦਾ ਉਹਨੂੰ ਕਹਿੰਦਾ, ਇੱਕ ਨੇ ਕਿਹਾ ਘਵਾ ਕੇ ਡਾਂਗ ਮੌਰਾਂ 'ਚ ਬਘੇਲੋ ਨੇ ਮਾਰੀ।
ਕਹਿੰਦੀ ਹੁਣ ਦੇਖ ਤਾਂ ਖੰਡ ਦੀ ਬੋਰੀ ਉਹੀ ਆ। ਉਹ ਕਹਿੰਦਾ ਬੇਬੇ ਗਾਹਾਂ ਨੂੰ ਨਹੀਂ ਕਹਿੰਦਾ। ਕਹਿੰਦਾ ਨਾ ਫੇਰ ਕਹਿ ਇੱਕ ਵਾਰ। ਮੁਸਕੜੀ ਹੱਸਦੇ ਬਘੇਲੋ ਕਹਿੰਦੀ ਕੁਛ ਨਾ। ਕਦੇ ਉਹ ਖੇਤ ਨੂੰ ਜਾ ਰਹੇ ਹੁੰਦੀ, ਕਾਕਾ ਸੁਣਦਾ ਕੋਈ ਹਾਣੀ ਬੰਦਾ ਪੈਰ ਪੱਟ ਕੇ ਉਹਨਾਂ ਨਾਲ ਜਾ ਰਲਦਾ, ਗੱਲੀ ਪਾ ਦਿੰਦਾ, ਇੱਧਰ ਉਰਦੀਆਂ ਮਾਰ ਕੇ ਆਪਣੀ ਜਾਨ। ਫਿਰ ਉਹ ਮਿੱਠੀ ਝੇੜਕਾ ਬਘੇਲ ਘੁਰੇ ਭਾਈ ਤਾਂ ਸਾਡਾ ਹੁਣ ਹਾਰ ਹੀ ਗਿਆ ਜਮਾਂ ਹੀ। ਐਵੇਂ ਲੱਗਦਾ ਤੈਨੂੰ ਉਹੋ ਜਿਹਾ ਪਿਆ, ਦਾਲ ਨਹੀਂ ਵਿਗੜਿਆ ਉਹਦਾ। ਅਗਲੀ ਵਾਰ ਉਹ ਕੌੜੀ ਅੱਖ ਨਾਲ ਝਾਕਦੀ ਵੀ ਇਹ ਗੱਲ ਕਹਿੰਦਾ ਕੀ ਹੈ, ਵੀ ਅਗਲੀ ਗੱਲ ਕਹੇ ਬਘੇਲ, ਉਹ ਬਘੇਲੋ ਤੋਂ ਪਾਸਾ ਵੜ ਜਾਂਦਾ। ਉਹ ਅੱਗੇ ਜਾਂਦੇ ਵੀ ਡੰਗਰ ਪਸ਼ੂਆਂ ਨਾਲ ਤਿੱਖੀਆਂ ਗਾਲਾਂ ਕੱਢਦੀ, ਮਾਵਾਂ ਭੈਣਾਂ ਦੀਆਂ ਉੱਚੀ ਗਾਲਾਂ ਕੱਢਦੀ, ਲੋਕ ਡਰਦੇ ਬਘੇਲੋ ਤੋਂ। ਇੱਕ ਦਿਨ ਅਖਬਾਰ ਦਾ ਕਰੜ ਬਰੜੀ ਦਾੜੀ ਵਾਲਾ ਇੱਕ ਬੰਦਾ ਉਹਨੂੰ ਕਹਿੰਦਾ ਸਾਡਾ ਦੱਸ ਕੀ ਭੁੰਨ ਕੇ ਬੀਜਿਆ ਹੈ, ਸਾਡੇ ਨਾਲ ਤੂੰ ਗੱਲ ਹੀ ਨਹੀਂ ਕਰਦੀ, ਟੁੰਡਾ ਤੀਜੇ ਗਵਾੜੋਂ ਹੈ, ਆਪਦੀ ਇੱਜ਼ਤ ਆਪਣੀ ਕੋਲ ਰੱਖ, ਮੈਂ ਕੋਠੇ ਵਾਲੀ ਨਹੀਂ ਹੈ। ਆ ਦਾੜੀ ਜੀ ਪੱਟ ਕੇ ਘੁਮਾ ਕੇ ਗਾਹਾਂ ਕਹਿੰਦੀ ਕਾਹਨੂੰ ਕਹਿੰਦੀ ਕਹਿਣਾ ਹੈ। ਉਹ ਪੈਰ ਗੱਡ ਕੇ ਖੜ ਕੇ ਬੋਲ ਕੇ ਇੱਕ ਦਿਨ ਉਹ ਖੇਤੋਂ ਆਵੇ, ਹੱਥ 'ਚ ਡਾਂਗ, ਸਿਰ ਉੱਤੇ ਚਾਰੇ ਦੀ ਭਰੀ, ਇੱਕ ਬੰਦਾ ਉਹਦੇ ਮਗਰ ਮਗਰ ਤੁਰਿਆ, ਮਗਰੋਂ ਪੈਰ ਚੱਲ ਸੁਣ ਕੇ ਬਘੇਲੋ ਨੇ ਗਰਦਨ ਘੁਮਾਈ। ਦੂਜੇ ਅਖਬਾਰ ਦਾ ਲੈਂਟਰ ਮੁੰਡਾ ਇਹ ਪਤਾ ਨਹੀਂ ਕਿੱਧਰੋਂ ਆ ਗਿਆ। ਪਹਿਲਾਂ ਵੀ ਉਹ 2-3 ਵਾਰ ਉਹਦੇ ਵੱਲ ਮੈਲਾ ਝਾਕਦਾ ਘਰ ਮੂਰਦੀ ਲੰਘਿਆ। ਜਦੋਂ ਦੀ ਕੱਸੀ ਦੇ ਵੱਡੇ ਖਾਲ ਕੋਲ ਆਈ ਉਹ ਆਪ ਪਹੇ 'ਚ ਡਿੱਗ ਪਈ। ਮੁੰਡਾ ਗੁੱਥਮ ਗੁੱਥਾ ਹੋ ਗਿਆ, ਉਹਨੇ ਡੌਲਿਓਂ ਫੜ ਕੇ ਖਾਲ ਵੱਲ ਖਿੱਚਦਾ। ਬਘੇਲੋ ਨੇ ਗਾਲਾਂ ਕੱਢੀਆਂ, ਚੀਕਾਂ ਮਾਰੀਆਂ, ਸੁਣਿਆ ਨਹੀਂ। ਮੁੰਡਾ ਤਕੜਾ ਸੀ, ਖਹਿੜਾ ਨਹੀਂ ਛੱਡਿਆ। ਤੋਂ ਲੜਦੇ ਲੁੜਦੇ ਹੱਥੋਂ ਡਿੱਗੀ ਡਾਂਗ, ਬਘੇਲੋ ਦੇ ਹੱਥ ਆ ਗਈ। ਜਦ ਘੁਮਾ ਕੇ ਡਾਂਗ ਸਿਰ 'ਚ ਮੁੰਡੇ ਦੇ ਮਾਰੀ, ਤਰਬੂਜ ਵਾਂਗੂ ਸਿਰ ਪਾੜ ਕੇ ਹੋ ਮਾਰਿਆ। ਧਰਤੀ ਤੇ ਪਏ ਦੇ 3-4 ਗਿੱਟਿਆਂ ਤੇ ਸਿੱਟੀਆਂ, 2 ਡਾਂਗਾਂ ਜਦ ਗਿੱਟਿਆਂ ਤੇ ਮਾਰ ਕੇ ਤੀਜੀ ਕਮਾਈ। ਕਹਿੰਦਾ ਬੇਬੇ ਹੁਣ ਨਾ ਮਾਰੀ, ਆਵੇਂਗਾ ਮੁੜ ਕੇ, ਜਦ ਤੁਰ ਜਾ ਆਪਣੇ ਨਾਲ ਜਿੱਧਰ ਨੂੰ ਜਾਣਾ। ਬਘੇਲੋ ਤੁਰੀ ਆਉਂਦੀ, ਰਾਹ ਦੇ ਵਿੱਚ ਕਿਤੇ ਵੀ ਕੋਈ ਬੰਦੇ ਬੈਠਦੇ ਗੱਲਾਂ ਬਾਤਾਂ ਕਰਦੇ ਬਘੇਲੋ ਨਾਲ। ਬਘੇਲੋ ਬੰਦਿਆਂ 'ਚ ਬਹਿ ਕੇ ਬੰਦਿਆਂ ਨੂੰ ਗੱਲਾਂ ਕਰ, ਜਾਂ ਡਾਂਗ ਫੇਰ ਕੇ ਅਖਬਾਰ ਦੇ ਮੁੰਡੇ ਤੁਰੀ ਆਉਂਦੀ ਤਾਂ ਮੂਹਰੇ ਰੌਲਾ ਤਾਂ ਸੁਣਿਆ ਸੀ। ਸੱਥ ਵਾਲੇ ਕਹਿੰਦੇ ਲੈ ਲਾ ਸਾਹ, ਲੈ ਲਾ ਬਿੰਦ, ਤੂੰ ਆ ਜਾ ਸਾਡੇ ਕੋਲੇ ਬਹਿ ਜਾ। ਉਹ ਕਹਿੰਦੀ ਚੌਰਿਓ ਤੁਸੀਂ ਇੱਥੇ ਬੈਠੇ ਤੀਵੀਂ ਮਾਨੀ ਨੂੰ ਬੰਦਾ ਕੋਈ ਦੂਜੇ ਅਖਬਾਰ ਦਾ ਹੱਥ ਪਾਉਂਦਾ, ਤੁਸੀਂ ਲੇਰਾ ਨਹੀਂ ਮੇਰੀਆਂ ਸੁਣੀਆਂ। ਜਗਤਾ ਕੋਲ ਬੈਠਾ ਕਹਿੰਦਾ ਲੇਰਾ ਤਾਂ ਸੁਣ ਗਿਆ ਸੀ ਸਾਨੂੰ। ਕਹਿੰਦੀ ਆਏ ਨਹੀਂ ਫਿਰ। ਉਹ ਕਹਿੰਦਾ ਅਸੀਂ ਕਿਹਾ ਆਪੇ ਹੀ ਤਾਂ ਸਾਰ ਲੈਣਾ, ਅਸੀਂ ਜਾ ਕੇ ਉੱਥੇ ਕੀ ਕਰਨਾ, ਸਾਡੇ ਤਾਂ ਦੋਹਾਂ ਆਰਗੀ, ਆ ਭਗਤਾ ਬੈਠਾ ਦੋਨਾਂ ਆਰਗੀ ਇੱਕ ਹੈ, ਸਾਡੇ ਗਏ ਤੇ ਕੀ ਹੋਣਾ, ਸਾਨੂੰ ਪਤਾ, ਤੂੰ ਆਪੇ ਸੂਤ ਕਰ ਲੈਣਾ। ਕੱਲ ਦਾ ਜਵਾਕ ਆ, ਜਦ ਨੂੰ ਉਹ ਵੀ ਪਿੱਛੋਂ ਲੰਗ ਮਾਰਦਾ ਆਵੇ, ਉਹਦੇ ਵੱਲ ਝਾਕ ਕੇ ਬਘੇਲੋ ਕਹਿੰਦੀ ਕਿ ਜਾਣਾ ਛਪਾਰ ਦੇ ਮੇਲੇ। ਹੱਥ ਜੋੜੀ ਖੜਾ ਭਗਤਾ ਕਹਿੰਦਾ ਜੇ ਆਪਾਂ ਜਾ ਚੱਲੀਏ, ਆਪਾਂ ਦੋਨੇ ਛਪਾਰ ਦੇ ਮੇਲੇ ਜਾ ਆਈਏ। ਜਾਂ ਪਿੱਛੇ ਨੂੰ ਹੋ ਕੇ ਡਾਂਗ ਨੂੰ ਹੱਥ ਪਾਇਆ, ਭਗਤਾ ਕਹਿੰਦਾ ਮਿਹਨਤੇ ਕਰਾ ਲਾ, ਬਘੇਲ ਕੁਰੇ ਗਾਹਾਂ ਨੂੰ ਨਹੀਂ ਮੈਂ ਕਹਿੰਦਾ। ਬਘੇਲੋ ਸਾਧਨੀ ਇਹੋ ਜਿਹੀ ਸੀ। ਵਪਾਰਕ ਸੰਦੇਸ਼। ਆਪਣੇ ਕਾਰੋਬਾਰ ਨੂੰ ਸਹੀ ਲੋਕਾਂ ਤੱਕ ਸਹੀ ਢੰਗ ਨਾਲ ਸਹੀ ਸਮੇਂ ਤੇ ਪਹੁੰਚਾਓ। KRPI ਰੇਡੀਓ 1550। ਜਦ ਕੋਈ ਆਖਰੀ ਸਮਾਂ ਮਿਲਦਾ ਕਹਾਣੀ ਤੋਂ ਬਾਅਦ ਤਾਂ ਖੁੱਲੀ ਵਿਚਾਰ ਚਰਚਾ ਤੁਸੀਂ ਕਰਦੇ ਸੀ ਕਿਸੇ ਵਿਸ਼ੇ ਤੇ। ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ, ਕੋਈ ਵੀ ਤੁਹਾਡੇ ਮਨ 'ਚ ਪਿਛਲੇ ਦਿਨਾਂ ਦਾ ਵਿਸ਼ਾ ਹੋਵੇ ਜਿਸ ਤੁਸੀਂ ਕਾਲ ਕਰਨੀ ਚਾਹੋ, ਕਾਲ ਗੱਲ ਹੋਈ ਨਾ ਹੋਵੇ ਤਾਂ ਹੁਣ ਗੱਲ ਕਰ ਸਕਦੇ ਹੋ। ਸੰਧੂ ਤੇ ਸਰਾਂ ਮੌਰਗੇਜ, ਬਿਕਰਮ ਸਰਾਂ 778 552 6669, ਇਸ਼ਵਿੰਦਰ ਸੰਧੂ 778 241 3342। ਐਬਸਪੋਰਟ 'ਚ ਦਫ਼ਤਰ ਹੈ ਤੇ ਕਿਸੇ ਕਿਸਮ ਦੀ ਤੁਸੀਂ ਮੌਰਗੇਜ ਲੈਣੀ ਹੈ ਤਾਂ ਬੈਂਕ ਵੱਲੋਂ ਜਦ ਨਾ ਹੋ ਜਾਂਦੀ ਹੈ ਫਿਰ ਹਾਂ ਹੁੰਦੀ ਹੈ ਸੰਧੂ ਤੇ ਸਰਾਂ ਵੱਲੋਂ। ਸੰਧੂ ਤੇ ਸਰਾਂ ਬੈਂਕ ਵੱਲੋਂ ਹੋਗੀ, ਜੇ ਨਾ ਕਾਲ ਕਰ ਲਿਓ ਸੰਧੂ ਅਤੇ ਸਰਾਂ। ਇਸੇ ਤਰ੍ਹਾਂ ਅਪੀਲ ਫਾਈਨੈਂਸ਼ੀਅਲ, ਤੁਸੀਂ ਕੋਈ ਟਰੱਕ, ਟ੍ਰੇਲਰ, ਡੰਪ ਟਰੱਕ, ਡੰਪ ਬਾਕਸ, ਕੋਈ ਮਸ਼ੀਨਰੀ ਲੈਣੀ ਹੈ, ਪੇਵਿੰਗ ਦੀ, ਕੰਸਟਰਕਸ਼ਨ ਦਾ ਕੋਈ ਕੰਮ ਸ਼ੁਰੂ ਕਰਨਾ ਹੈ ਤਾਂ 604 503 69 69 6045036969 ਅਪੀਲ ਫਾਈਨੈਂਸ਼ੀਅਲ। ਤੇ ਤੁਸੀਂ ਕੁਲਦੀਪ ਸਿੰਘ ਗਿੱਲ ਰੂਮੀ ਨਾਲ ਗੱਲ ਕਰ ਸਕਦੇ ਹੋ। ਗਗਨ ਸਿੰਘ ਪੰਜਾਬ ਫੋਰੈਕਸ 604 349 1313, ਡਾਲਰਾਂ ਦਾ ਵਧੀਆ ਰੇਟ ਤੇ ਰੁਪਈਆਂ ਦੇ ਵਧੀਆ ਡਾਲਰ 604 349 1313। ਗਗਨ ਸਿੰਘ ਨਾਲ ਗੱਲਬਾਤ ਕਰਿਓ। ਪੰਜਾਬ ਫੋਰੈਕਸ ਲਿਮਟਡ, ਗਗਨ ਸਿੰਘ। ਪੰਜਾਬੀ ਚੱਕੀ ਯੂਨਿਟ 108 130 76 ਐਵਨਿਊ 604 503 40 30। ਪੰਜਾਬੀ ਚੱਕੀ ਤੋਂ ਤੁਸੀਂ ਤਾਜ਼ਾ ਜਿਹੜਾ ਆਟਾ ਜਾਂ ਮਸਾਲੇ ਉਹਨਾਂ ਦੇ ਪੀਸੇ ਹੋਏ ਜਾਂ ਤੁਸੀਂ ਆਪਣੇ ਪਿਸਾ ਕੇ ਲਿਆ ਸਕਦੇ ਹੋ। ਪੰਜਾਬੀ ਚੱਕੀ ਕੈਨੇਡਾ 'ਚ ਪਹਿਲੀ ਵਾਰ ਪੰਜਾਬ ਦੀ ਚੱਕੀ ਲਿਆ ਕੇ ਲਿਆਂਦੀ ਹੈ। 604 503 40 30
ਬਿਜ਼ਨਸ ਮਾਡਲ ਵੇਖੋ ਔਰ ਇਹਦਾ ਤੁਸੀਂ ਫਾਇਦਾ ਲੈ ਸਕਦੇ ਹੋ। ਸ਼ੁੱਧਤਾ ਪ੍ਰੋਡਕਟਸ ਦੀ ਇਹਦੇ ਤੋਂ ਤੁਹਾਨੂੰ ਮਿਲ ਸਕਦੀ। ਜੈਰੀ ਬਰਾੜ ਮੌਰਗੇਜ ਬੈਸਟ ਡੀਲ ਔਨ ਬੈਸਟ ਰੇਟਸ। ਜੈਰੀ ਬਰਾੜ ਮੌਰਗੇਜ ਐਡਵਾਈਜ਼ਰ ਨੇ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਤੇ ਪ੍ਰਾਈਵੇਟ ਮੌਰਗੇਜ 6047628889 ਅਪਰੂਵਡ ਦਾ ਨਾਰਾ ਬੈਸਟ ਡੀਲ ਔਨ ਬੈਸਟ ਰੇਟ ਜੈਰੀ ਬਰਾੜ। ਸਰ ਰਘਵੀਰ ਸਿੰਘ ਸਿੱਧੂ ਜੀ ਤੁਸੀਂ ਇਹ ਤੇ ਹੋ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਇੱਕ ਤਾਂ ਬੇਨਤੀ ਹੈ ਵੀ ਤੁਸੀਂ ਵੀਕ ਚੋਂ ਜੇ ਹੋ ਸਕੇ ਜਾਂ ਮਹੀਨੇ ਚੋਂ ਇੱਕ ਦਿਨ ਏਦਾਂ ਦਾ ਰੱਖਿਆ ਕਰੋ ਜਿਹੜੇ ਵੀ ਕੋਈ ਜੌਬਸ ਕਰਦੇ ਆ ਨਾ ਕਿਸੇ ਵੀ ਫੀਲਡ 'ਚ ਜੌਬ ਕਰਦੇ ਉਹਨਾਂ ਦੇ ਕੀ ਤਜਰਬੇ ਤੇ ਕੀ ਉਹ ਸੁਜੈਸਟ ਕਰਨਾ ਚਾਹੁੰਦੇ ਆ। ਤੇ ਮੈਂ ਤੁਹਾਨੂੰ ਮੈਂ ਟੈਕਸੀ ਚਲਾਉਣਾ ਉਹਦੇ 'ਚੋਂ ਇੱਕ ਤੁਹਾਨੂੰ ਬੇਨਤੀ ਕਰਦਾ ਸਾਰੇ ਜਿਹੜੇ ਸੁਣ ਵੀ ਰਹੇ ਤੇ ਤੁਸੀਂ ਵੀ ਆਪਣੇ ਵੱਲੋਂ ਦੱਸ ਦਿਓ ਵੀ ਜਦੋਂ ਆਪਾਂ ਟੈਕਸੀ ਦੇ ਵਿੱਚ ਬਹਿ ਜਾਂਦੇ ਆ ਤਾਂ ਜਿਹੜਾ ਡਿਸਪੈਚ ਹੋਇਆ ਹੁੰਦਾ ਤੁਹਾਨੂੰ ਸਪੋਜ਼ ਗਿੱਲ ਸਾਹਿਬ ਨੇ ਡਿਸਪੈਚ ਕਰਾਈ ਹੈ ਤਾਂ ਉਹ ਇਨਫੋਰਮੇਸ਼ਨ ਸਾਰੀ ਹੁੰਦੀ ਹੈ ਵੀ ਗਿੱਲ ਸਾਹਿਬ ਬੈਠੇ ਸੀ ਜਾਂ ਕਿਹੜੀ ਟੈਕਸੀ 'ਚ ਬੈਠੇ ਸੀਗੇ। ਤਾਂ ਗਿੱਲ ਸਾਹਿਬ 95 ਕਿ 98% ਨੂੰ ਜਦੋਂ ਪੁੱਛੀਦਾ ਨਾ ਵੀ ਤੁਹਾਨੂੰ ਰਸੀਦ ਚਾਹੀਦੀ ਹੈ ਤਾਂ ਉਹ ਕਹਿੰਦੇ ਵੀ ਨਹੀਂ ਚਾਹੀਦੀ। ਤਾਂ ਮੈਂ ਉਹਨੂੰ ਦੱਸਦਾ ਹੁੰਦਾ ਵੀ ਇਹਦਾ ਫਾਇਦਾ ਕਿੱਡਾ ਵੱਡਾ। ਸਪੋਜ਼ ਤੁਸੀਂ ਆਪਣਾ ਕੀਮਤੀ ਸਮਾਨ ਕੋਈ ਫੋਨ ਜਾਂ ਕੁਛ ਭੁੱਲ ਗਏ ਕੈਬ ਦੇ ਵਿੱਚ, ਤੁਸੀਂ ਕਿਸੇ ਵੀ ਏਅਰਪੋਰਟ ਤੋਂ ਕੈਬ ਲੈ ਲਈ, ਉੱਥੋਂ ਪਤਾ ਨਹੀਂ ਕਿੰਨੀਆਂ ਕੰਪਨੀਆਂ ਚੱਲਦੀਆਂ। ਤਾਂ ਕਈ ਵਾਰੀ ਮੰਨ ਲਓ ਵੀ ਮੇਰੇ ਕੋਲ ਸਮਾਨ ਹੈ ਤੇ ਮੈਂ ਵਾਪਸ ਕਰਨਾ ਚਾਹੁੰਦਾ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕਿਹੜੀ ਕੈਬ ਸੀ। ਉਹ ਯੈਲੋ ਕਹਿ ਦਿੰਦੇ, ਯੈਲੋ ਤਾਂ ਹੁਣ ਕਈ ਹੈ ਜੀ, ਯੈਲੋ ਕਲਰ 'ਚ ਤਾਂ ਕਈ ਕੰਪਨੀਆਂ। ਤੇ ਇਸ ਕਰਕੇ ਜਿਹੜੀ ਰਸੀਦ ਹੈ ਉਹਦੇ ਉੱਤੇ ਕੈਬ ਨੰਬਰ ਲਿਖਿਆ ਹੁੰਦਾ ਤੇ ਕੰਪਨੀ ਦਾ ਨਾਂ ਲਿਖਿਆ ਹੁੰਦਾ। ਕਿਤੇ ਵੀ ਤੁਸੀਂ ਵਿਜ਼ਿਟ ਕਰਦੇ ਮਸਟ ਵੀ ਟੇਕ ਯੂਅਰ ਰਸੀਟ ਪਲੀਜ਼। ਵੈਰੀ ਗੁੱਡ, ਥੈਂਕ ਯੂ। ਇੱਥੇ ਦੱਸਦੇ ਹਾਂ ਕਿ ਟੈਕਸੀ ਅੱਜ ਏਅਰਪੋਰਟ ਦਾ ਟੈਕਸੀ ਹੋਲਡਿੰਗ ਏਰੀਆ ਜਿਹੜਾ ਜਿੱਥੇ ਅਸੀਂ ਵੇਟ ਕਰਦੇ ਸੀ ਟੈਕਸੀ ਦਾ ਸਾਡਾ ਨੰਬਰ ਆਉਂਦਾ ਏਅਰਪੋਰਟ ਦੇ ਕੋਲ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਕੋਲ, ਉੱਥੇ ਵਿਸਾਖੀ ਖਾਲਸੇ ਦੇ ਸਾਜਨਾ ਦਿਵਸ ਨਾਲ ਸੰਬੰਧਿਤ ਗੁਰੂ ਦਾ ਲੰਗਰ ਅਟੁੱਟ ਵਰਤ ਰਿਹਾ ਜਿਹੜਾ 11:30 ਸ਼ੁਰੂ ਹੈ ਤੇ 5:30 ਵਜੇ ਤੱਕ ਤੁਸੀਂ ਜਾ ਕੇ ਲੰਗਰ ਉੱਥੇ ਛਕ ਸਕਦੇ ਹੋ। ਏਅਰਪੋਰਟ ਦੇ ਏਰੀਏ ਦੇ ਵਿੱਚੋਂ ਟੈਕਸੀ ਵਾਲੇ ਜਾਂ ਕਿਤੇ ਤੁਸੀਂ ਵੀ ਗੁਰੂ ਆਪਣੇ ਏਅਰਪੋਰਟ ਤੇ ਜਾ ਰਹੇ ਹੋ ਕਿਸੇ ਨੂੰ ਲਿਆਉਣ ਤੇ ਛੱਡਣ, ਚਾਹ ਦੀ ਘੁੱਟ ਉੱਥੇ ਪੀ ਲਿਓ, ਕੌਫੀ ਨੂੰ ਅੱਜ ਰਹਿਣ ਦਿਓ, ਪ੍ਰਸ਼ਾਦਾ ਪਾਣੀ ਵੀ ਛਕਿਆ ਉਹ ਟਾਈਮ ਆ ਦੁਪਹਿਰ ਦਾ। ਬੇਨਤੀ ਹੈ ਸਾਰੇ ਏਅਰਪੋਰਟ ਦੀ ਜਿੰਨੇ ਵੀ ਟੈਕਸੀ ਚਲਾਉਂਦੇ ਉਹਨਾਂ ਵੀਰਾਂ ਵੱਲੋਂ। ਸਾਰ ਅਵਤਾਰ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਜੀ? ਗੁਰੂ ਕਿਰਪਾ ਜੀ, ਤੁਸੀਂ ਦੱਸੋ। ਕਿਰਪਾ ਜੀ, ਮੈਂ ਵਾਸ਼ਿੰਗਟਨ DC ਤੋਂ ਬੋਲ ਰਿਹਾ ਜੀ, ਇਸੇ ਤੋਂ। ਜੀ ਬਾਈ ਜੀ। ਤੁਹਾਡਾ ਇੱਕ ਅੱਜ ਸੁਨੇਹਾ ਸੀਗਾ ਕਿ ਤੁਸੀਂ ਕਿਸੇ ਵੀ ਟੌਪਿਕ ਤੇ ਗੱਲ ਥੋੜੀ ਜਿਹੀ ਕਰ ਸਕਦੇ ਹੋ। ਜੀ ਜੀ। ਤੁਸੀਂ ਇੱਕ ਕੱਲ ਪਰਸੋਂ ਗੱਲ ਕਰ ਰਹੇ ਸੀ ਥੋੜੀ ਜਿਹੀ ਪੁਰਾਤਨ ਸਾਡੀਆਂ ਇਮਾਰਤਾਂ ਤੇ ਸਾਡੀਆਂ ਯਾਦਦਾਸ਼ਤਾਂ ਦੇ, ਤੇ ਇੱਕ ਨਵੀਂ ਜਿਹੜੀ ਧੁੰਮੇ ਨੇ ਗੱਲ ਸ਼ੁਰੂ ਕੀਤੀ ਆ ਉਹ ਮਾਤਾ ਦੇ ਸੰਸਕਾਰ ਦੀ। ਥੋੜੀ ਜਿਹੀ ਗੱਲ ਖੋਲੋਗੇ ਉਹਦੇ ਬਾਰੇ ਜੀ ਗੱਲ ਹੋਵੇ ਕੋਈ ਤੇ? ਇਹਦੀ ਜੀ ਮੈਂ ਸੁਣਿਆ ਨਹੀਂ, ਕੀ ਕਹਿ ਰਹੇ ਹੋ? ਬਾਬੇ ਧੁੰਮੇ ਨੇ ਜਿਹੜੀ ਸੰਸਕਾਰ ਕੀਤਾ ਆਪਣੀ ਮਾਤਾ ਦਾ ਥੋੜਾ ਵੱਡਾ ਬਣਾ ਕੇ ਬੜੇ ਫੁੱਲਾਂ ਨਾਲ ਸਜਾ ਕੇ ਉਹਨੂੰ ਬੜੀ ਵੱਡੀ ਸੇਜ ਬਣਾਤੀ ਉਹਨੇ, ਜੇ ਦੇਖੀ ਹੋਵੇ ਤੁਸੀਂ, ਉਹਨੇ ਜੀ ਸੰਸਕਾਰ ਕੀਤਾ ਆਪਣੀ ਮਾਤਾ ਦਾ। ਅੱਛਾ ਜੀ। ਬਾਬੇ ਧੁੰਮੇ ਨੇ ਤੇ ਬਹੁਤ ਵੱਡਾ ਉਹਨੇ ਥੜਾ ਬਣਾਤਾ ਉੱਥੇ ਕੋਈ ਆਲਮੋਸਟ 7x7 8x8 ਦਾ, ਤੇ ਦੁੱਧ ਨਾਲ ਧੋ ਕੇ ਨਵੀਆਂ ਗਾਗਰਾਂ ਲਿਆ ਕੇ ਸਟੀਲ ਦੀਆਂ ਤੇ ਸਿਰ ਤੇ ਫੁੱਲ ਇੰਨੇ ਕੋ ਲਾਤੇ ਆ ਵੀ ਮੈਂ ਤੇ ਦੇਖੇ ਨੀ ਫੁੱਲ ਜ਼ਿੰਦਗੀ ਕਦੀ ਦੇਖੇ ਲੱਗੇ ਨੇ। ਚਾਰੇ ਬੰਨੇ ਉਹਨੇ ਗੁੱਟੇ ਦੇ ਫੁੱਲ ਸਜਾ ਕੀਤਾ। ਕਿੱਥੇ ਬਣਾਇਆ ਜੀ ਥੜਾ? ਜਿੱਥੇ ਉਹਦੀ ਮਾਤਾ ਪੂਰੀ ਹੋਈ ਜੀ ਉਸੇ ਜਗ੍ਹਾ ਦੇ ਉੱਤੇ, ਜਦੋਂ ਉਹਨਾਂ ਦੇ ਸੰਸਕਾਰ ਕੀਤਾ ਸੰਸਕਾਰ ਵਾਲੀ ਜਗ੍ਹਾ ਦੇ ਉੱਤੇ ਸਵਾ ਚੁੱਕ ਕੇ ਉੱਥੇ ਥੜਾ ਬਣਾਤਾ ਉਹਨੇ ਕਾਫੀ ਵੱਡਾ, 7x7 ਦਾ ਹੋਏਗਾ, 8x8 ਦਾ ਵੱਡਾ ਥੜਾ ਬਣਾ ਕੇ ਉਹਨੂੰ ਦੁੱਧ ਨਾਲ ਧੋ ਕੇ ਫੁੱਲ ਉੱਤੇ ਇੰਨਾ ਕੁ ਲਾਤਾ ਕਿ ਸਰਦਾਰ ਸਾਹਿਬ ਮਤਲਬ ਹਾਰਡ ਟੂ ਬਿਲੀਵ ਕਿ ਕਿੱਥੋਂ ਇੰਨਾ ਫੁੱਲ ਆ ਗਿਆ ਤੇ ਕੀ ਮਤਲਬ ਸੀ ਫੁੱਲ ਲਾਉਣ ਦਾ ਉਹਦੇ ਦੁਆਲੇ ਇੰਨਾ ਥੜਾ ਬਣਾ ਕੇ। ਕੀ ਉਹ ਕੱਲ ਨੂੰ ਕੋਈ ਮਾਤਾ ਦਾ ਡੇਰਾ ਬਣ ਜਾਏਗਾ? ਕੱਲ ਨੂੰ ਇਹੋ ਗੱਲ ਹੋਏਗੀ ਤੇ ਕੀ ਮੋਟੀ ਲੱਗਦੀ ਮੈਨੂੰ ਗੱਲ ਜਾ ਰਹੀ ਉਧਰ ਨੂੰ, ਪਰ ਮੈਂ ਉਹ ਗੱਲ ਸਿੱਧੀ ਦੇਖੀ ਨਹੀਂ ਕਿਤੇ ਵੀ ਕਿਸੇ ਵੀ ਸਾਡੇ ਵਿਦਵਾਨ ਨੇ ਜਾਂ ਕਿਸੇ ਟਾਕ ਸ਼ੋਅ ਜਾਂ ਕਿਤੇ ਗੱਲ ਹੋਈ ਨਹੀਂ। ਇਹਨੂੰ ਸਰਚ ਕਰਿਓ। ਪਰ ਕੁਦਰਤੀ ਮੈਂ ਵੇਖੀ ਨਹੀਂ ਜੀ। ਮੈਂ ਜ਼ਰੂਰ ਵੇਖਾਂਗਾ ਤਾਂ ਦੱਸੂਗਾ ਜੀ। ਬਿਲਕੁਲ ਲੱਗਦਾ ਮੈਨੂੰ ਨਹੀਂ ਵੇਖੀ ਤੁਸੀਂ ਉਹਨੇ। ਠੀਕ ਹੈ ਵੀਰ ਜੀ, ਦੇਖਿਓ ਉਹਨੂੰ ਖੋਲ ਕੇ ਕਦੇ ਕਿਸੇ ਟਾਈਮ ਖੋਲਿਓ ਉਹਨੂੰ। ਸ਼ੋਰ ਭਾਈ ਜੀ, ਸ਼ੋਰ। ਸਰ ਗੁਰਪ੍ਰੀਤ ਸਿੰਘ ਲਾਈਨ ਨੰਬਰ 5। ਬੜਾ ਹੈਲੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਗੁਰਪ੍ਰੀਤ ਸਿੰਘ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਤਾਂ ਤੁਹਾਡਾ ਧੰਨਵਾਦ ਕਰਨਾ ਸੀ ਆਨਲਾਈਨ ਆ ਕੇ ਇੱਥੇ। ਤੁਸੀਂ ਕਿਹਾ ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦੇ, ਮੈਂ ਇਹਦਾ ਹੀ ਚਿੱਤ ਕੀਤਾ। ਤੇ ਤੁਸੀਂ ਜਿਹੜਾ ਬੇਨਤੀ ਕੀਤੀ ਸੀ ਰਾਗੀ ਭਾਈ ਇੰਦਰਜੀਤ ਸਿੰਘ ਦੀ ਫੈਮਿਲੀ ਸਪੋਰਟ ਬਾਰੇ, ਤੇ ਜਦੋਂ ਤੁਸੀਂ ਬੇਨਤੀ ਕੀਤੀ ਉਸ ਤੋਂ ਬਾਅਦ
$2,021-2200 ਦਾ ਜਿਹਦਾ ਫੰਡ ਉਹਦੇ 'ਚ ਐਡ ਹੋਇਆ ਆ ਆਲਰੇਡੀ। ਜਿੱਦਾਂ $4,000 ਉਦੋਂ ਹੈਗਾ ਸੀ, ਹੁਣ ਨੀਅਰ ਅਬਾਊਟ $6381 ਦਾ ਫੰਡ ਹੈਗਾ ਆ। ਤੇ ਕੁਛ ਕਿਸਾਨਾਂ ਨੇ ਕੈਸ਼ ਵੀ ਇਕੱਠੇ ਕੀਤੇ ਆ ਤੇ ਉਹ ਆਪਾਂ ਉਹਨਾਂ ਨੂੰ ਭੇਜਣੇ ਆ। ਤੇ ਤੁਹਾਡਾ ਧੰਨਵਾਦ ਤੇ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੇਨਤੀ ਪ੍ਰਵਾਨ ਕਰਕੇ ਤੇ ਮਦਦ ਕੀਤੀ ਆ। ਸੋ ਮੈਂ ਇਹ ਆਸ ਰੱਖਦਾ ਆਉਣ ਵਾਲੇ ਸਮੇਂ ਵਿੱਚ ਵੀ ਕਿ ਤੁਸੀਂ ਏਦਾਂ ਹੀ ਮਦਦ ਕਰੋਗੇ ਸਾਰਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ। ਸਰ ਸ਼ਿਵਦੇਵ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਯਾਰ ਸਾਹਿਬ ਵਿਸ਼ਾ ਥੋੜਾ ਜਿਹਾ ਵੱਡਾ ਵਾ, ਭਾਰਾ ਵੀ ਹੈ, ਜਿਹੜਾ ਮੈਂ ਉਹ ਤੋਂ ਪੁੱਛਣਾ ਚਾਹੁੰਦਾ ਵਾ। ਕਈ ਵਾਰ ਮੈਂ ਸੋਚਦਾ ਹੁੰਦਾ ਵੀ ਸਾਡੇ ਗੁਰੂ 10ਵੇਂ ਪਾਤਸ਼ਾਹ ਨੇ ਕਿਹਾ ਵਾ ਵੀ ਗੁਰੂ ਮਾਨਿਓ ਗ੍ਰੰਥ ਜੋ ਸਾਨੂੰ ਇੱਕ ਉਹ ਲਫ਼ਜ਼ ਦੇ ਗਏ ਆ, ਤਾਂ ਆਪਣੀ ਕੌਮ ਆ ਜਿਹੜੀ ਉਹ 10ਵੇਂ ਗ੍ਰੰਥ ਨੂੰ ਵੀ ਗੁਰੂ ਦਾ ਕਹੀ ਜਾਂਦੀ ਆ। ਤੇ ਜਿਹੜਾ ਮੇਰੇ ਵਰਗਾ ਸਧਾਰਨ ਮਨੁੱਖ ਆ, ਮੈਂ ਤਾਂ ਹੁਣ ਜੇ ਮੈਂ ਆਪਦੀ ਸੋਚ ਦੱਸਦਾ, ਮੈਨੂੰ ਜਿਹੜਾ ਗੁਰੂ ਸਾਹਿਬ ਨੇ ਕਿਹਾ ਵਾ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ, ਮੈਂ ਤਾਂ ਹੋਰ ਕਿਸੇ ਨੂੰ ਮੰਨਦਾ ਹੀ ਨੀਗਾ। ਵੀ 10ਵਾਂ ਗ੍ਰੰਥ ਸਾਡੇ ਵਿੱਚ ਗੱਲ ਸਾਹਿਬ ਜੇ ਤੁਸੀਂ ਥੋੜੀ ਜਿਹੀ ਦੱਸ ਸਕਦੇ ਹੋ, ਤੁਹਾਨੂੰ ਸਾਡੇ ਨਾਲ ਵੱਧ ਗਿਆਨ ਆ, ਵੀ ਇਹ ਚੱਕਰ ਕੀ ਕੌਮ ਹੁਣ ਜਾਵੇ ਕਿੱਧਰ ਨੂੰ। ਜੇ 10ਵੇਂ ਗ੍ਰੰਥ ਮੰਨਦੇ ਆ ਤਾਂ ਅਸੀਂ ਗੁਰੂ ਤੋਂ ਮੁੱਖ ਮੋੜਦੇ ਹਾਂ, ਤੇ ਜੇ ਇਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤਾਂ ਲੋਕ ਅੱਧੇ ਮੰਨਣ ਵਾਲੇ ਕਹਿ ਦਿੰਦੇ ਆ ਜੀ ਇਹ ਤਾਂ ਪੰਥ ਦੋਖੀ ਆ। ਇਹਦੇ ਮਤਲਬ ਮੈਨੂੰ ਇਹ ਦੱਸੋ ਤੁਸੀਂ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਕੀ ਕਰੇ ਕੀ ਮੇਰੇ ਵਰਗਾ ਬੰਦਾ। ਮੈਂ ਤਾਂ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਜ਼ਿੰਦਗੀ 'ਚ ਨਾ ਕਿਸੇ ਨੂੰ ਟੇਕਿਆ ਤੇ ਨਾ ਕਿਸੇ ਨੂੰ ਟੇਕਣਾ ਵਾ, ਪਰ ਮੈਂ ਫਿਰ ਵੀ ਤੁਹਾਡੇ ਤੋਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਵੀ ਤੁਹਾਡੇ ਕੀ ਖਿਆਲ ਹੈ ਜੀ। ਥੈਂਕ ਯੂ ਬਾਈ ਜੀ। ਬਿਲਕੁਲ ਜੀ। ਗੁਰੂ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ, ਜਿਨ੍ਹਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਨ੍ਹਾਂ ਕੋਲ ਗੁਰਤਾ ਗੱਦੀ ਹੈ, ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਹੈ, ਉਹ ਗ੍ਰੰਥ ਦੀ ਉਸ ਬਾਣੀ ਦੇ ਉੱਪਰ ਕੰਟਰਾਡਿਕਸ਼ਨ ਚੱਲ ਰਹੀਆਂ ਨੇ, ਉਹਦੇ ਦੀ ਗੱਲਬਾਤ ਕਰ ਰਹੀ ਹੈ। ਬਸ ਗੱਲ 100 ਹੱਥ ਰੱਸਾ ਸਿਰੇ ਤੇ ਗੰਢ, ਉਧਰ ਨੂੰ ਮੈਂ ਜਾਣਾ ਨਹੀਂ ਚਾਹੁੰਦਾ ਕਿਉਂਕਿ ਮੇਰੀ ਪਕੜ ਨਹੀਂ, ਮੈਂ ਧਾਰਮਿਕ ਮੇਰਾ ਮਜ਼ਮੂਨ ਨਹੀਂ ਹੈ। ਪਰ ਇੱਕ ਗੱਲ ਕਲੀਅਰ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਇੱਕੋ ਹੀ ਨੇ। ਬਸ ਜਿਹੜੇ 10 ਗੁਰੂਆਂ ਤੋਂ ਬਾਅਦ ਜਿਨ੍ਹਾਂ ਨੂੰ ਜਗ੍ਹਾ ਮਿਲੀ ਆ ਗੁਰੂ ਗ੍ਰੰਥ ਸਾਹਿਬ ਨੇ, ਬਸ ਖਤਮ। ਇਦੋਂ ਅੱਗੇ ਨਹੀਂ ਆਪਾਂ ਜਾਣਾ। ਲਾਲਜੋਤ ਸਿੰਘ ਜੀ, ਲਾਈਨ ਨੰਬਰ 3, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਈ ਹਰਜੀਤ ਸਿੰਘ ਜੀ, ਆਪ ਜੀ ਤੇ ਆਪ ਜੀ ਦੇ ਸਰੋਤਿਆਂ ਸਤਿਕਾਰ ਸਾਹਿਬ, ਸਤਿ ਸ੍ਰੀ ਅਕਾਲ। ਵਿਸ਼ੇ ਹੁਣ ਬਹੁਤ ਇਕੱਠੇ ਹੋ ਗਏ ਆ। ਜਿਹੜੇ ਦੋ ਗੁਰਮੁਖ ਪਿਆਰਿਆਂ ਨੇ ਗੱਲ ਕੀਤੀ, ਇੱਕ ਤਾਂ ਜਿਹੜੇ ਹੁਣੇ ਕਾਲਰ ਸਾਹਿਬਾਨ, ਦੇਖੋ ਜਿਹੜਾ ਆਦ ਗ੍ਰੰਥ ਆ ਨਾ, ਆਦ ਗੁਰੂ ਗ੍ਰੰਥ ਸਾਹਿਬ ਸਾਡਾ ਆਦ ਮੁੱਢ ਕਦੀਮ ਤੋਂ ਇਹ ਗੁਰੂ ਆ। ਇਹਨੂੰ 10ਵੇਂ ਪਾਤਸ਼ਾਹ ਦੀ ਜੋਤ ਔਰ 10ਵੇਂ ਪਾਤਸ਼ਾਹ ਨੰਦੇੜ ਸਾਹਿਬ ਇਹਨੂੰ ਗੁਰੂ ਦੇ ਗਏ ਆ। ਤੇ ਇਹਨਾਂ ਤੋਂ ਬਾਅਦ ਕਹਿੰਦੇ ਵੀ ਗੁਰੂ ਸਿੱਖ ਗੁਰੂ ਹੈ ਇਹ ਗੁਰ ਉਪਦੇਸ਼ ਚਲਾਏ। 5 ਪਿਆਰੇ ਸਾਨੂੰ ਗੁਰੂ ਦਾ ਉਪਦੇਸ਼ ਚਲਾਉਣ ਵਾਸਤੇ ਦੇਤੇ ਆ। ਗੁਰੂ ਦੀ ਹਜ਼ੂਰੀ 'ਚ ਮੈਂ ਜ਼ਿਆਦਾ ਨਹੀਂ ਜਾਣਾ। ਹੁਣ ਜਿਹੜੀ ਗੱਲ ਕਰ ਰਹੇ ਆ ਵੀ 10ਵੇਂ ਦੇ ਨਾਂ ਦੇ ਨਾਲ ਜਿਹੜਾ ਉਹਦੇ ਵਿੱਚ ਜਿੱਥੇ ਤੱਕ ਮੈਂ ਇੰਦਰਜੀਤ ਗੋਗਾਣੀ ਨੂੰ ਜਾਂ ਹੋਰਨਾਂ ਨੂੰ YouTube ਤੇ ਸੁਣਿਆ ਪੜ੍ਹਿਆ, ਤੇ ਮੇਰੀ ਇੰਨੀ ਬੁੱਧੀ ਹੈ ਨਹੀਂ ਗੀ, ਪਰ ਥੋੜੀ ਬਾਣੀ ਦੇ ਨਾਲ, ਤੇ ਉਹਦੇ ਵਿੱਚ ਜਿਹੜੀਆਂ ਪੁਰਾਣੇ ਗ੍ਰੰਥਾਂ ਦੇ ਵਿੱਚ ਨਾ ਆਪਣੇ ਸੰਸਕ੍ਰਿਤ ਕਹਿ ਲਓ ਜਾਂ ਬ੍ਰਜ ਭਾਸ਼ਾ ਕਿਸੇ ਦੇ ਵਿੱਚ ਜੋ ਕੁਛ ਵੀ ਲਿਖਿਆ ਸੀ ਉਹਦਾ ਅਰਥ ਬਹੁਤ ਜ਼ਿਆਦਾ ਕਰਕੇ ਸਰਲ ਅੱਖਰਾਂ ਦੇ ਵਿੱਚ ਜਿਹੜਾ 10ਵੇਂ ਦੇ ਨਾਲ ਨਾਲ ਜਾ ਰਿਹਾ ਉਹਦੇ ਵਿੱਚ ਕੀਤਾ ਹੋਇਆ। ਉਹਨਾਂ ਤੇ ਜੰਗ ਯੋਧਾਂ ਦਾ ਕਰਤੰਕਦਾਰੀ ਹੈਵੀ ਜਬੇ ਬਾੜ ਲਾਗੇ ਉਹ ਸਗਲ ਦਵਾਰ ਕੋ, ਉਹਦੇ ਵਿੱਚ ਹੋਰ ਸਾਰਾ ਕੁਝ ਬਹੁਤ ਕੁਛ ਵਾ। ਉਹਦੇ ਵਿੱਚ ਜਿਹੜੀਆਂ ਕਹਿੰਦੇ ਵੀ ਅਸ਼ਲੀਲ ਚੀਜ਼ਾਂ ਲਿਖੀਆਂ ਗਈਆਂ ਉਹ ਗੁਰੂ ਸਾਹਿਬ ਨੇ ਮਖਾਰ ਬੰਦ ਪਾਉਂਦੀਆਂ, ਨਾ ਗੁਰੂ ਸਾਹਿਬ ਦਾ ਕੋਈ ਲੈਣਾ ਦੇਣਾ ਵਾ। ਉਹ ਤਾਂ ਜਿਹੜੀਆਂ ਪੁਰਾਤਨ ਗ੍ਰੰਥਾਂ ਦੇ ਵਿੱਚ ਕੁਛ ਔਖੀ ਭਾਸ਼ਾ ਦੇ ਲਿਖਿਆ ਸੀ, ਗੁਰੂ ਸਾਹਿਬ ਦੇ ਜਿਹੜੇ ਜਾਂ 52 ਕਵੀ ਹੋਣਗੇ ਨਾਲ, ਉਹਨਾਂ ਨੇ ਸਰਲ ਭਾਸ਼ਾ ਦੇ ਵਿੱਚ ਲਿਆ ਕੇ ਲੋਕਾਂ ਨੂੰ ਦੱਸਿਆ ਕਿ ਵੀ ਆਹ ਗ੍ਰੰਥ ਜਿਹੜੇ ਹੋਰਨਾਂ ਧਰਮਾਂ ਨੂੰ ਬਿਲੋਂਗ ਕਰਦੇ ਉਹਨਾਂ 'ਚ ਆਹ ਕੁਛ ਵੀ ਲਿਖਿਆ ਹੋਇਆ। ਉਹਦੀ ਜਰਨਲ ਨੌਲੇਜ ਵਾਸਤੇ ਇਹ ਚੀਜ਼ ਹੋਰ ਲੰਬਾ ਮੈਂ ਨਾ ਜਾਵਾਂ। ਇੱਕ ਜਿਹੜੀ ਪਿੱਛੇ ਮਿਸਟਰ ਧੁੰਮੇ ਦੀ ਮਾਤਾ ਜੀ ਦੇ ਵਾਸਤੇ ਦੇਖੋ ਕਿ ਬਾਣੀ ਦੇ ਵਿੱਚ ਇਹ ਕਹਿੰਦੇ ਕਿ ਮ੍ਰਿਤਕ ਨੂੰ ਚੰਦਨ ਚੜਾ ਦਿਓ ਤੇ ਮ੍ਰਿਤਕ ਦਾ ਵੱਧ ਨਹੀਂ ਜਾਣਾ, ਤੇ ਮ੍ਰਿਤਕ ਨੂੰ ਬਿਸਟਾ ਵਿੱਚ ਰਲਾਈ ਤਾਂ ਮ੍ਰਿਤਕ ਕਿਆ ਘਟ ਜਾਈ। ਦੂਜੀ ਗੋਬਿੰਦ ਕੇ ਨਾਮ ਬਿਨ ਪਈ ਸਭ ਖੇ ਕੀ ਖੇਰਾ, ਨਾਮ ਰਹੋ ਸਾਧੂ ਰਹੋ ਗੁਰੂ ਗੋਬਿੰਦ। ਥੜੇ ਬਣਾਉਣ ਦੇ ਨਾਲ ਹੁਣ ਗੁਰੂ ਨਾਨਕ ਸਾਹਿਬ ਨੇ ਇੱਥੇ ਤੱਕ ਵਚਨ ਕਰ ਦਿੱਤਾ ਵੀ ਬਾਬਾ ਮੜੀ ਨਾ ਗੁਰ ਅੰਗਦ ਕੇ ਹੀ ਰਹੇ, ਤੇ ਬਾਬੇ ਜਿਹੜਾ ਭਾਈ ਧੰਮਾ ਜੀ ਦੀ ਮਾਤਾ ਵਾ ਇਹਦੀ ਕੀ ਹੈਸੀਅਤ। ਹੋਰ ਵੀ ਕਾਲਰ ਨੇ ਜੀ, ਲਾਲਜੋਤ ਸਿੰਘ ਜੀ ਪਲੀਜ਼। ਥੈਂਕ ਯੂ। ਜਸ ਕਮਲ ਕੌਰ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਭੈਣ ਜੀ। ਭਾਜੀ ਮੈਂ ਉਹ ਗੁਰਪ੍ਰੀਤ ਭਾਜੀ ਹੁਣਾਂ ਦੀ ਗੱਲਬਾਤ ਸੁਣੀ ਸੀ, ਭਾਈ ਇੰਦਰਜੀਤ ਸਿੰਘ ਉਹਨਾਂ ਬਾਰੇ ਜੀ। ਤੇ ਉਹ ਜਿਹੜੇ ਮੈਂ ਸੁਣਿਆ ਕਿ ਉਹਨਾਂ ਦਾ 6300 ਕੁਛ ਡੋਨੇਸ਼ਨ ਹੋਈ, ਤੇ ਮੈਂ ਆਪਣੇ ਰੇਡੀਓ ਦੇ ਥਰੂ ਆਪਣੀ ਕਮਿਊਨਿਟੀ ਨੂੰ ਲਾਹਨਤ ਪਾਉਂਦੀ ਹਾਂ ਕਿ $10,000 ਸਿਰਫ ਉਹਨਾਂ ਨੇ ਉਹਨਾਂ ਦੇ ਲਈ, ਪਰਿਵਾਰ ਲਈ ਹੈਲਪ ਮੰਗੀ ਸੀ। ਇੰਨੇ ਵੱਡੇ ਵੱਡੇ ਬਿਜ਼ਨਸ ਅਦਾਰੇ ਖੁੱਲੇ ਨੇ ਸਾਡੇ ਆਪਣੇ। ਬਿਲਕੁਲ ਜੀ, ਮੈਂ ਬਹੁਤ ਬੇਨਤੀ ਕੀਤੀ ਪਰ ਉਹ ਤਾਂ $2,200-$2,500 ਹੋਰ ਐਡ ਹੋਇਆ ਸੀ, 4,000 ਤੋਂ 6500 ਹੀ ਹੋਇਆ ਬਸ। ਜਾਣੀ ਜੀ $10,000 ਨਹੀਂ ਜੁੜ ਸਕਿਆ। ਜਗ੍ਹਾ ਜਗ੍ਹਾ ਲੰਗਰ ਲੱਗਦੇ ਨੇ, ਬਹੁਤ ਵਧੀਆ ਹੈ। ਸਾਡੇ ਗੁਰੂ ਨਾਨਕ ਦੇਵ ਜੀ ਦੀ ਰੀਤ ਚੱਲਦੀ ਹੈ, ਚੱਲਣੀ ਚਾਹੀਦੀ। ਪਰ ਮੈਨੂੰ ਬਹੁਤ ਇਹ ਦੁੱਖ ਹੁੰਦਾ ਕਿ ਇੱਕ ਦੱਸ ਰਹੇ ਆ ਔਰ ਬੁੱਕ ਫੇਸਬੁੱਕ ਤੇ ਵੀ ਪਾਇਆ, ਨਾਮ ਵੀ ਪਾਇਆ, ਉਹਨਾਂ ਬੱਚੇ ਵੀ ਦੱਸੇ ਆ, ਫਿਰ ਵੀ ਨਹੀਂ ਕੋਈ ਅੱਗੇ ਆ ਰਿਹਾ। ਲਾਈਕ ਇੱਕ ਜਾਣਾ ਹੀ ਇਹ ਮਦਦ ਕਰ ਸਕਦਾ ਜਿਸ ਹਿਸਾਬ ਨਾਲ ਸਾਡੇ ਇੱਥੇ ਬਿਜ਼ਨਸ ਨੇ, ਹਨਾ। ਠੀਕ ਹੈ ਜੀ, ਬਿਲਕੁਲ। ਜਿੰਨੀ ਵੀ ਬਿਲਕੁਲ ਭੇਟਾ ਹੋਈ ਅਸੀਂ ਤਾਂ ਆਪਣੇ ਵੱਲੋਂ ਹਮੇਸ਼ਾ ਕਰੀ ਦੀ, ਅੱਗੋਂ ਫੰਡ ਚ ਕੋਸ਼ਿਸ਼ ਕਰੀ ਜਾਵੇ, ਥੋੜੀ ਬਹੁਤੀ ਵੀ ਕਰੀ ਜਾਵੇ, ਪਰ ਬਹੁਤ ਗਲਤ ਆ। ਕਰਨੀ ਚਾਹੀਦੀ ਆ, ਬਹੁਤ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਨੀਡ ਆ। ਬਿਲਕੁਲ ਜੀ, ਜਦ ਆਪਾਂ ਖਾਸ ਕਹਿੰਦੇ ਆ ਕਿਸੇ ਗਰੀਬ ਪਰਿਵਾਰ ਚ, ਖਾਸ ਤੌਰ ਤੇ ਗੁਰੂ ਦੇ ਰਾਗੀ ਨੇ ਜਿਹੜੇ, ਉਹ ਪਰਿਵਾਰ ਪੂਰਾ ਬੱਚੀਆਂ ਸੀ, ਬੇਨਤੀ ਕੀਤੀ ਸੀ ਮੈਂ। ਥੈਂਕ ਯੂ। ਰੀਹਲ ਸਾਹਿਬ, ਲਾਈਨ ਨੰਬਰ 4 ਜੀ। ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਤੁਹਾਡਾ ਪ੍ਰੋਗਰਾਮ ਤਾਂ ਸਵੇਰ ਤੋਂ ਸੁਣਿਆ ਸੀ, ਪਰ ਮੈਂ ਤੁਹਾਡੀ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਇਲੈਕਟ੍ਰਿਕ ਕਾਰਾਂ ਨਾਲ ਮੇਰੇ ਖਿਆਲ ਤੋਂ ਤੁਸੀਂ ਕੋਈ ਕਾਲਾਂ ਕਰ ਰਹੇ ਸੀ, ਤਾਂ ਉਦੋਂ ਮੈਂ ਇੱਦਾਂ ਦੀ ਏਰੀਆ ਆ ਗਿਆ ਕਿ ਮੇਰੇ ਕੋਲ ਮੇਰਾ ਰੇਡੀਓ ਤੇ ਕੱਟ ਹੋ ਗਿਆ। ਤਾਂ ਮੈਂ ਉਹ ਜਿਹੜੇ ਲਾਸਟ ਭਾਈ ਸਾਹਿਬ ਸੀ ਉਹਨਾਂ ਨੇ ਕੋਈ ਦੱਸਿਆ ਸੀ ਵੀ $15,000 ਕੋਈ ਰੀਬੇਟ ਮਿਲਦੀ ਆ, ਪਲੱਸ ਉਹ ਕਿਹੜੀ ਕਾਰ ਦੀ? ਵੋਲਟ ਆ ਜੀ, ਵੋਲਟ ਸ਼ੈਵੀ ਦੀ, ਵੋਲਟ ਵੀ ਨਾਲ ਆ, ਵੋਲਟ ਸ਼ੈਵਰਲੇ ਦੀ ਉਹ ਕਾਰ ਹੈ, ਵੋਲਟ VOLT, ਵੋਲਟ। ਵਪਾਰਕ ਸੰਦੇਸ਼ ਦੇ ਕੁਝ ਬੋਲ। ਰੱਬ ਰੱਖਾ।